ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ। ਹਨ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਮਹਾਰਾਜ ਬਚਨ ਕਰਦੇ ਨੇ, ਜਿਸ ਜੀਵ ਨੇ ਇਸ ਸੰਸਾਰ ਵਿੱਚ ਆ ਕੇ, ਮਨੁੱਖਾ ਜਨਮ ਦੇ ਵਿੱਚ ਆ ਕੇ ਗੋਬਿੰਦ ਦੇ ਗੁਣ ਨਹੀਂ ਗਾਏ, ਪਰਮੇਸ਼ਰ ਦੇ ਗੁਣ ਨਹੀਂ ਗਾਏ, ਉਹਦਾ ਜਨਮ ਬੇਅਰਥ ਹੈਗਾ ਹੈ। ਕਹੋ ਨਾਨਕ ਹਰਿ ਭਜ ਬਨਾ, ਜਿਹ ਬਿਦ ਜਲ ਕੋ ਮੀਨ। ਮਹਾਰਾਜ ਕਹਿੰਦੇ ਮਨੁੱਖ ਨੂੰ ਇਸ ਤਰ੍ਹਾਂ ਪ੍ਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ। ਕਹੋ ਨਾਨਕ ਹਰਿ ਭਜ ਮਨਾ, ਇਸ ਤਰ੍ਹਾਂ ਉਸ ਪ੍ਰਮਾਤਮਾ ਨੂੰ ਭਜਣਾ ਚਾਹੀਦਾ ਹੈ। ਜਿਹ ਬਿਦ ਜਲ ਕੋ ਮੀਨ, ਇੱਕ ਐਗਜ਼ਾਮਪਲ ਦੇ ਕੇ ਕਹਿੰਦੇ ਜਿਵੇਂ ਮਛਲੀ ਦਾ ਪਾਣੀ ਦੇ ਨਾਲ ਪਿਆਰ ਹੈ, ਮਨੁੱਖ ਨੂੰ ਇਸੇ ਤਰ੍ਹਾਂ ਮਾਲਕ ਦੇ ਨਾਲ, ਮਾਲਕ ਦੇ ਨਾਮ ਨਾਲ, ਪਰਮੇਸ਼ਰ ਦੇ ਗੁਣਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਵੇਖਣ ਸਿਉ ਕਾਹੇ ਰਚਿਓ, ਨਿਮਖ ਨ ਹੋਏ ਉਦਾਸ। ਮਨੁੱਖ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਗਿਆ, ਫਸ ਗਿਆ। ਨਿਮਕ ਭਰਦਾ ਸਮਾਂ ਵੀ ਇਹਨਾਂ ਵਿਕਾਰਾਂ ਤੋਂ ਪਾਸੇ ਨਹੀਂ ਗਿਆ, ਉਪਰਾਮ ਨਹੀਂ ਹੋਇਆ ਜੀ। ਕਹੋ ਨਾਨਕ ਭਜ ਹਰਿ ਮਨਾ, ਪਰੈ ਨ ਜਮ ਕੀ ਫਾਸ। ਮਹਾਰਾਜ ਕਹਿੰਦੇ ਨੇ ਜਿਹੜਾ ਮਨੁੱਖ ਪਰਮੇਸ਼ਰ ਦਾ ਨਾਮ ਜਪਦਾ ਹੈ, ਕਹੋ ਨਾਨਕ ਹਰਿ ਭਜ ਮਨਾ, ਹਰੀ ਨੂੰ ਭਜਦਾ, ਪਰੈ ਨ ਜਮ ਕੀ ਫਾਸ, ਉਹਨੂੰ ਜਮਾਂ ਦੀ ਫਾਹੀ ਨਹੀਂ ਪੈਂਦੀ ਜੀ। ਤਰਨਾ ਪਿਉ ਹੀ ਗਇਓ, ਲਿਓ ਜਰਾ ਤਨ ਜੀਤ। ਤਰਨ ਆਪੋ ਦਾ ਅਰਥ ਹੁੰਦਾ ਜਵਾਨੀ ਇਸੇ ਤਰ੍ਹਾਂ ਬੀਤ ਗਈ, ਲਿਓ ਜਰਾ ਤਨ ਜੀਤ। ਬੁਢੇਪੇ ਨੇ ਆ ਕੇ ਦਰਸ਼ਨ ਦਿੱਤੇ ਨੇ, ਬੁਢੇਪੇ ਨੇ ਆ ਕੇ ਝੰਡੇ ਗੱਡ ਦਿੱਤੇ ਨੇ। ਕਹੋ ਮਹਾਰਾਜ ਕਹਿੰਦੇ ਨੇ ਜਵਾਨੀ ਆਈ ਲੰਘੀ, ਬੁਢੇਪਾ ਵੀ ਆਈ ਬੀਤ ਗਿਆ ਜੀ। ਕਹੋ ਨਾਨਕ ਭਜ ਹਰਿ ਮਨਾ, ਆਉਦ ਜਾਤ ਹੈ ਬੀਤ। ਮਹਾਰਾਜ ਸੱਚੇ ਪਾਤਸ਼ਾਹ ਨਾਨਕ ਨਾਮ ਦੀ ਵਰਤੋਂ ਕਰਦਿਆਂ ਵਾਰ-ਵਾਰ ਹਰ ਸ਼ਲੋਕ ਵਿੱਚ ਵਚਨ ਕਰ ਰਹੇ ਨੇ। ਕਹੋ ਨਾਨਕ ਭਜ ਹਰਿ ਮਨਾ, ਹੇ ਮੇਰੇ ਮਨ ਪਰਮੇਸ਼ਰ ਨੂੰ ਸਿਮਰ, ਕਿਉਂ ਔਦ ਜਾਤ ਹੈ ਬੀਤ, ਤੇਰੀ ਜਿਹੜੀ ਉਮਰ ਹੈ ਉਹ ਬੀਤਦੀ ਜਾ ਰਹੀ ਹੈ। ਬਿਰਧ ਪਇਓ ਸੂਝੈ ਨਹੀਂ, ਕਾਲ ਪਹੁੰਚਿਓ ਆਣ। ਮਨੁੱਖ ਬੁੱਢਾ ਹੋ ਗਿਆ, ਬਿਰਧ ਭਇਓ, ਬੁੱਢਾ ਹੋ ਗਿਆ, ਬਜ਼ੁਰਗੀ ਆ ਗਈ ਹੈ, ਜੀਵਨ ਦਾ ਲਾਸਟ ਸਟੇਜ ਆ ਗਈ ਹੈ। ਕਹਿੰਦੇ ਨੇ ਸੂਝੈ ਨਹੀਂ, ਹਾਲੇ ਤੱਕ ਵੀ ਸਮਝਦਾਰ ਨਹੀਂ ਹੋਇਆ, ਹਾਲੇ ਤੱਕ ਵੀ ਸਮਝਦਾ ਨਹੀਂ ਹੈ। ਕਾਲ ਪਹੁੰਚਿਓ ਆਨ, ਬੁਢੇਪੇ ਤੋਂ ਬਾਅਦ ਤੇ ਸਿੱਧਾ ਕਾਲ ਹੈ, ਮੌਤ ਹੈ। ਮਨੁੱਖ ਕਿਉਂ ਨਹੀਂ ਤੂੰ ਹਾਲੇ ਤੱਕ ਵੀ ਪਰਮੇਸ਼ਰ ਦਾ ਨਾਮ ਜਪਦਾ ਹੈ? ਕਿਉਂਕਿ ਸਮਾਂ ਨਹੀਂ ਹੈ, ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਬੁਢੇਪਾ ਪਹੁੰਚ ਗਿਆ, ਹੁਣ ਤੇ ਕਾਲ ਨੇ ਦਸਤਕ ਦਿੱਤੀ ਹੈ। ਹਾਲੇ ਵੀ ਤੂੰ ਸਮਝ ਤੋਂ ਕੰਮ ਕਿਉਂ ਨਹੀਂ ਲੈਂਦਾ ਜੀ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ। ਧਨ ਦਾ ਅਰਥ ਹੈ ਮਾਇਆ, ਦਾਰਾ ਦਾ ਅਰਥ ਹੈ ਪਤਨੀ, ਸੰਪਤੀ ਦਾ ਮਤਲਬ ਹੈ ਜਾਇਦਾਦ, ਸਗਲ ਇਹ ਸਾਰਾ ਕੁਝ ਜਿਨ੍ਹਾਂ ਨੇ ਇਹਨੂੰ ਆਪਣੀ ਮੰਨ ਲਿਆ, ਵੀ ਪਤਨੀ ਆਪਣੀ ਹੈ, ਧਨ ਆਪਣਾ ਹੈ, ਸੰਪਤੀ ਆਪਣੀ ਹੈ, ਜਾਇਦਾਦ ਆਪਣੀ ਹੈ, ਇਹਨਾਂ ਨੂੰ ਆਪਣਾ ਮੰਨਿਆ ਹੈ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਣ। ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚੋਂ ਕੁਝ ਵੀ ਸਦੀਵੀ ਨਹੀਂ ਹੈ, ਕੁਝ ਵੀ ਸਾਥ ਨਿਭਣ ਵਾਲਾ ਨਹੀਂ ਹੈ, ਕੁਝ ਵੀ ਸੰਗੀ। ਇਨ ਮੈਂ ਕਛ ਸੰਗੀ ਨਹੀਂ, ਕਿਸੇ ਨੇ ਸੰਗ ਨਹੀਂ ਜਾਣਾ। ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਜੇ ਪੈਡੇ ਮਹਾ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ। ਮਹਾਰਾਜ ਨੇ ਬਾਣੀ ਦੇ ਵਿੱਚ ਥਾਂ ਥਾਂ ਤੇ ਇਸ਼ਾਰੇ ਕੀਤੇ ਨੇ। ਇਨ ਮੈਂ ਕੱਛ ਸੰਗੀ ਨਹੀਂ, ਇਹਨਾਂ ਦੇ ਵਿੱਚੋਂ, ਧਨ ਦੇ ਵਿੱਚੋਂ, ਦਾਰਾ, ਸੰਪਤੀ ਇਤਿਆਦਿਕ, ਇਹਨਾਂ ਚੋਂ ਕੁਝ ਵੀ ਮਨੁੱਖ ਦੇ ਸਾਥ ਨਹੀਂ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਸਾਚੀ ਜਾਨ, ਇਸ ਗੱਲ ਨੂੰ ਭਾਈ ਸੱਚ ਜਾਣ ਲੈ, ਤੇਰਾ ਫਾਇਦਾ ਹੋ ਸਕਦਾ ਹੈ। ਪਤ ਤੇ ਉਦਾਹਰਣ ਭੈ ਹਰਨ, ਹਰ ਅਨਾਥ ਕੇ ਨਾਥ। ਉਹ ਜਿਹੜਾ ਪਰਮੇਸ਼ਰ ਹੈ, ਪਰਮਾਤਮਾ ਹੈ, ਪਰਿਪੂਰਨ ਪਰਮੇਸ਼ਰ ਹੈ, ਉਹ ਪਤ ਤੋਂ ਉਦਾਹਰਨ ਹੈ। ਧਰਮ ਤੋਂ ਡਿੱਗਿਆ ਹੋਇਆਂ ਨੂੰ ਫਿਰ ਗਲੇ ਨਾਲ ਲਾਉਣ ਵਾਲਾ ਹੈ, ਧਰਮ ਤੋਂ ਡਿੱਗਿਆ ਹੋਇਆਂ ਨੂੰ ਫਿਰ ਨਿਵਾਜਣ ਵਾਲਾ ਹੈ। ਭੈ ਹਰਨ, ਉਹ ਸਾਰਿਆਂ ਦੇ ਡਰ ਵੀ ਹਰਨ ਵਾਲਾ ਹੈ, ਉਹ ਸਾਰਿਆਂ ਦੇ ਡਰ ਦੂਰ ਕਰਨ ਵਾਲਾ ਹੈ। ਹਰ ਅਨਾਥ ਕੇ ਨਾਥ, ਜਿਹੜਾ ਪਰਮੇਸ਼ਰ ਹੈ ਉਹ ਅਨਾਥਾਂ ਦਾ ਨਾਥ ਹੈ, ਨਿਖਸਮਿਆਂ ਦਾ ਖਸਮ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਨਿਥਾਵਿਆਂ ਦਾ ਥਾਮ ਹੈ, ਨਿਉਟਿਆਂ ਦੀ ਓਟ ਹੈ। ਇਹ ਸਾਰੇ ਸ਼ਬਦ ਪਰਮੇਸ਼ਰ ਦੇ ਸੰਬੰਧ ਵਿੱਚ ਵਰਤੇ ਜਾ ਸਕਦੇ ਨੇ। ਕਹਿਣ ਲੱਗੇ ਜਿਹੜਾ ਪਤਤਾਂ ਨੂੰ ਉਧਾਰਨ ਵਾਲਾ ਹੈ, ਡਰ ਨੂੰ ਖਤਮ ਕਰਨ ਵਾਲਾ ਹੈ, ਆ ਨਾਥਾਂ ਦਾ ਹਰੀ ਨਾਥ ਜੋ ਹੈਗਾ ਹੈ। ਕਹੋ ਨਾਨਕ ਤਹ ਜਾਨੀਐ, ਸਦਾ ਬਸਤ ਤੁਮ ਸਾਥ। ਗਰੀਬ ਨਵਾਜ ਕਹਿੰਦੇ ਨੇ ਕਹੋ ਨਾਨਕ ਤਹ ਜਾਨੀ ਹੈ, ਤਹ ਪ੍ਰੋਨਾਉਨ ਹੈ, ਉਸ ਨੂੰ ਸਦਾ ਜਾਣ,
ਸਦਾ ਵਸਤ ਤੁਮ ਸਾਥ, ਉਹ ਤੇਰੇ ਨਾਲ ਹੀ ਹੈਗਾ ਹੈ, ਤੇਰੇ ਅੰਗ ਸੰਗ। ਉਹ ਵੱਖਰੀ ਗੱਲ ਹੈ ਵੀ ਮਨੁੱਖ ਨੂੰ ਜੀਵਨ ਭਰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਪਰ ਸਤਿਗੁਰੂ ਜੀ ਬਚਨ ਕਰ ਰਹੇ ਹਨ। ਧਨ ਧਨ ਜੇ ਤੋ ਕਉ ਦਿਓ, ਤਾਸਿਓ ਨਿਹੋ ਨ ਕੀਨ। ਜਿਸ ਪਰਮਾਤਮਾ ਨੇ ਤੈਨੂੰ ਸੋਹਣਾ ਸਰੀਰ ਦਿੱਤਾ ਹੈ, ਆ ਤਨ ਦਿੱਤਾ ਹੈ, ਜਿਹਨੇ ਤੈਨੂੰ ਵਰਤਣ ਵਾਸਤੇ ਧਨ ਦਿੱਤਾ ਹੈ, ਜੇ ਤੋ ਕਉ ਦਿਓ, ਇਹ ਸਾਰਾ ਕੁਝ ਪਰਮੇਸ਼ਰ ਦੀ ਦੇਣ ਹੈ। ਆਪਾਂ ਰੋਜ਼ ਪੜ੍ਹਦੇ ਆ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਆ ਸਰੀਰ ਵੀ ਤੇਰਾ, ਸਾਰੀ ਰਾਸ ਪੂੰਜੀ ਤੇਰੀ ਹੈ, ਧਨ ਪਦਾਰਥ ਸਭ ਕੁਝ ਤੇਰਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਚਨ ਕਰਦੇ ਨੇ, ਕਹਿੰਦੇ ਤਨ ਧਨ ਜਿਹ ਤੋ ਕਉ ਦਿਓ। ਜਿਸ ਪਰਮੇਸ਼ਰ ਨੇ ਤਨ ਦਿੱਤਾ, ਜਿਸ ਵਾਹਿਗੁਰੂ ਨੇ ਧਨ ਦਿੱਤਾ, ਤਮਾਮ ਪਦਾਰਥ ਦਿੱਤੇ ਨੇ, ਤਾਂ ਸਿਓ ਨੇਹੋ ਨਾ ਕੀਨ। ਐ ਮਨੁੱਖ ਤੂੰ ਉਹਦੇ ਨਾਲ ਕਿਉਂ ਸੱਚਾ ਨਿਹੋ ਨਹੀਂ ਕੀਤਾ? ਧਨ ਨਾਲ ਨੇ ਹੋ ਗਿਆ, ਤਨ ਨਾਲ ਹੋ ਗਿਆ, ਤਮਾਮ ਪਦਾਰਥਾਂ ਨਾਲ ਹੋ ਗਿਆ, ਪਰ ਉਸ ਪਰਮੇਸ਼ਰ ਨਾਲ ਤੂੰ ਮਾਸਾ ਭਰ ਤੈਨੂੰ ਘਬਰਾਣਾ ਪੈ ਰਿਹਾ ਹੈ, ਤੇਰੇ ਮਨ 'ਚ ਡਰ ਪੈਦਾ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਕਿਉਂ ਡੁੱਲ ਰਿਹਾ ਹੈ? ਧਨ ਧਨ ਸੰਪੈ ਸੁਖ ਦਿਓ, ਅਰਜੈ ਨੀਕੇ ਧਾਮ। ਮਹਾਰਾਜ ਨੇ ਫਿਰ ਵਚਨ ਕੀਤੇ ਨੇ, ਕਹਿੰਦੇ ਤਨ ਜੀ ਨੇ ਦਿੱਤਾ, ਧਨ ਜੀ ਨੇ ਦਿੱਤਾ, ਸੰਪਤੀ ਜੀ ਨੇ ਦਿੱਤੀ ਹੈ, ਹੋਰ तमाम ਤਰ੍ਹਾਂ ਦੇ ਸੁੱਖ ਜੀ ਨੇ ਦਿੱਤੇ ਨੇ। ਅਰ ਅਤੇ ਜ਼ਿਹ ਨੀਕੇ ਧਾਮ, ਨੀਕੇ ਸ਼ਬਦ ਸੰਸਕ੍ਰਿਤ ਹੈ, ਜਿਹਨੇ ਸੁੰਦਰ ਆਲੀਸ਼ਾਨ ਮਕਾਨ ਦਿੱਤੇ ਨੇ, ਰਹਿਣ ਵਾਸਤੇ ਤੈਨੂੰ ਮਕਾਨ ਦਿੱਤੇ ਨੇ, ਮਹਿਲ ਦਿੱਤੇ ਨੇ। ਉਸ ਪਰਮੇਸ਼ਰ ਦਾ ਤੈਨੂੰ ਸਭ ਕੁਝ ਜਿਹਨੇ ਇਹ ਬਖਸ਼ਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਸ ਪ੍ਰਮਾਤਮਾ ਦਾ ਚੇਤਾ ਕਰਵਾ ਰਹੇ ਹਨ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਮਹਾਰਾਜ ਕਹਿੰਦੇ ਹੇ ਮੇਰੇ ਮਨ, ਉਸ ਪਰਮੇਸ਼ਰ ਨੂੰ ਕਿਉਂ ਨਹੀਂ ਸਿਮਰਦਾ, ਜਿਹਨੇ ਤਨ ਧਨ ਦਿੱਤਾ, ਸੰਪਤੀ ਦਿੱਤੀ, ਸੁੱਖ ਦਿੱਤੇ, ਰਹਿਣ ਵਾਸਤੇ ਆਲੀਸ਼ਾਨ ਤੈਨੂੰ ਮਕਾਨ ਦਿੱਤੇ ਹਨ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਣ ਕੋਏ। ਮਹਾਰਾਜ ਕਹਿੰਦੇ ਸਭ ਸੁਖ ਦਾਤਾ ਰਾਮ ਹੈ। ਪਰਮੇਸ਼ਰ ਜੋ ਹੈ, ਪਰਮਾਤਮਾ ਜੋ ਹੈ, ਅਕਾਲ ਪੁਰਖ ਜੋ ਹੈ, ਸਾਰੇ ਸੁੱਖਾਂ ਦਾ ਦਾਤਾ ਹੈ। ਉਹ ਜਿੰਨੇ ਵੀ ਸੁੱਖ ਨੇ ਨਾ ਪਿਆਰਿਓ, ਉਹ ਪਰਮੇਸ਼ਰ ਦੇ ਪਾਸ ਨੇ। ਜਿੰਨੇ ਵੀ ਸੁੱਖ ਨੇ ਉਹ ਸਾਰੇ ਸੁੱਖਾਂ ਦਾ ਦਾਤਾ ਹਰੀ ਹੈ। ਇਸੇ ਕਰਕੇ ਉਹਦਾ ਨਾਮ ਇੱਕ ਸੁਖ ਦਾਤਾ ਵੀ ਹੈਗਾ ਹੈ। ਆਪਾਂ ਜਿਵੇਂ ਬਾਣੀ ਚੋਂ ਪੜ੍ਹਦੇ ਨਾ, ਸੁਖ ਦਾਤਾ ਭੈ ਭੰਜਨੋ, ਤਿਸ ਆਗੈ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ, ਤਾਂ ਕਾਰਜ ਆਵੈ ਰਾਸ। ਜੇ ਤੂੰ ਸੁਖ ਚਾਹੁੰਦਾ ਹੈ, ਕਾਰਜਾਂ 'ਚ ਸਫਲਤਾ ਚਾਹੁੰਦਾ ਹੈ, ਤਾਂ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰ। ਗਰੀਬ ਨਵਾਜ ਕਹਿੰਦੇ ਸਭ ਸੁਖ ਦਾਤਾ ਰਾਮ ਹੈ। ਐਸਾ ਨਹੀਂ ਹੈ ਵੀ ਅੱਧੇ ਵਿਚੱਦੇ ਸੁੱਖ ਤੋਂ ਮਿਲ ਸਕਦੇ ਨੇ, ਅੱਧੇ ਵਿਚੱਦੇ ਸੁੱਖ ਲੈਣ ਲਈ ਤੁਹਾਨੂੰ ਕਿਸੇ ਹੋਰ ਦੇ ਬੂਹੇ ਤੇ ਜਾਣਾ ਪਏ, ਕਿਸੇ ਹੋਰ ਦੀਆਂ ਕੁੰਡੀਆਂ ਖੜਪਾਉਣੀਆਂ ਪੈਣ, ਕਿਸੇ ਹੋਰ ਦਰ ਤੇ ਜਾ ਕੇ ਸੀਸ ਝੁਕਾਉਣਾ ਪਵੇ। ਉਹ ਪਰਮੇਸ਼ਰ ਸਰਬ ਸੁੱਖਾਂ ਦਾ ਦਾਤਾ ਹੈ, ਰਾਮ ਹੈ। ਪਰਮੇਸ਼ਰ ਤੋਂ ਭਾਵ ਹੈ ਦੂਸਰ ਨਾਹੇ ਨਾ ਕੋਈ ਹੋਰ, ਕੋਈ ਦੂਸਰਾ ਸੁੱਖਾਂ ਦਾ ਦਾਤਾ ਹੈ ਹੀ ਨਹੀਂ ਹੈ। ਬਾਕੀ ਤੇ ਸਾਰੇ ਨਾਨਕ ਦੁਖੀਆ ਸਭ ਸੰਸਾਰ ਹੈ। ਇੱਥੇ ਤੇ ਵੱਡੇ ਵੱਡਿਆਂ ਦੇ ਨਾਮ ਲੈ ਕੇ ਮਹਾਰਾਜ ਨੇ, ਜਿਨ੍ਹਾਂ ਨੂੰ ਲੋਕ ਰੱਬ ਕਰਕੇ ਪੂਜਦੇ ਸੀ, ਭਗਵਾਨ ਕਰਕੇ ਪੂਜਦੇ ਸੀ, ਉਹ ਵੀ ਰੋਂਦੇ ਰਹੇ ਨੇ। ਜੇ ਇੱਥੇ ਰਾਮ ਦੂਸਰਾ ਹੁੰਦਾ ਨਾ, ਫਿਰ ਮਹਾਰਾਜ ਦੀ ਬਾਣੀ ਦਾ ਇਹ ਸ਼ਬਦ ਰੋਵੈ ਰਾਮ ਨਿਕਾਲਾ ਭਇਆ, ਉਧਰਲੇ ਸ਼ਬਦ ਵਰਤੇ ਨੇ। ਪਰ ਇੱਥੇ ਸਭ ਸੁਖ ਦਾਤਾ ਰਾਮ ਹੈ। ਪਰਮੇਸ਼ਰ ਸਾਰਿਆਂ ਸੁੱਖਾਂ ਦਾ ਦਾਤਾ ਹੈ, ਔਰ ਉਹਦੇ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ। ਕਹੋ ਨਾਨਕ ਸੁਨ ਰੇ ਮਨਾ, ਤਿਹ ਸਿਮਰਤ ਗਤ ਹੋਏ। ਮਹਾਰਾਜ ਕਹਿੰਦੇ ਹੇ ਮੇਰੇ ਮਨ, ਮਹਾਰਾਜ ਨਾਨਕ ਨਾਮ ਦੀ ਵਰਤੋਂ ਬਾਰ-ਬਾਰ ਹਰ ਸ਼ਲੋਕ ਵਿੱਚ ਕਰ ਰਹੇ ਨੇ, ਪਰ ਸੁਨ ਰੇ ਮਨ, ਹੇ ਮੇਰੇ ਮਨ ਸੁਣ, ਤਿਹ ਸਿਮਰਤ, ਉਸ ਪਰਮਾਤਮਾ ਨੂੰ ਸਿਮਰਿਆ ਤੇਰੀ ਗਤੀ ਹੋਣੀ ਹੈ। ਕਿਸ ਪਰਮਾਤਮਾ ਨੂੰ? ਜਿਹੜਾ ਤੇ ਸ਼ਬਦ ਹੈ ਨਾ, ਤਿਹ ਇਹ ਪ੍ਰੋਨਾਊਨ ਹੈ, ਇਹ ਪੜਨਾਮ ਹੈ, ਇਹ ਬਹੁਤ ਵੱਡਾ ਇਸ਼ਾਰਾ ਆਪਣੇ ਆਪ ਦੇ ਵਿੱਚ ਸਾਂਭੀ ਬੈਠਾ ਹੈ। ਜੇ ਇਹ ਇਸ਼ਾਰਾ ਸਮਝ ਨਹੀਂ ਨਾ ਆਇਆ, ਸ਼ਾਇਦ ਅਸੀਂ ਫਿਰ ਭਟਕਣਾ ਚ ਪੈ ਜਾਵਾਂਗੇ, ਅਸੀਂ ਸੁਖ ਦਾਤਾ ਕਿਸੇ ਹੋਰ ਨੂੰ ਮੰਨੀ ਜਾਵਾਂਗੇ। ਪਰ ਮਹਾਰਾਜ ਕਹਿੰਦੇ ਨੇ ਸੁਨ ਰੇ ਮਨਾ, ਤਿਹ ਸਿਮਰਤ, ਕਿਹੜਾ? ਜਿਹੜਾ ਸਭ ਸੁਖ ਦਾਤਾ ਰਾਮ ਹੈ। ਉਧਰਲੇ ਪਾਸੇ ਇਸ਼ਾਰਾ ਕੀਤਾ, ਉਹਨੂੰ ਸਿਮਰ ਮੇਰੇ ਮਨ, ਤੇ ਤੇਰੀ ਗਤੀ ਹੋਵੇਗੀ, ਤੇਰੇ ਜੀਵਨ ਦਾ ਪਾਰ ਉਤਾਰਾ ਹੋਵੇਗਾ। ਜਿਹ ਸਿਮਰਤ ਗਤ ਪਾਈਐ, ਤਿਹ ਭਜ ਰੇਤੈ ਮੀਤ। ਮਹਾਰਾਜ ਕਹਿੰਦੇ ਜਿਹ ਸਿਮਰਤ, ਇਹ ਵੀ ਪ੍ਰੋਨਾਊਨ ਹੈ। ਜਿੱਥੇ ਜੇ ਸ਼ਬਦ ਆਉਂਦਾ ਨਾ, ਉਹਦਾ ਉਚਾਰਨ ਬੜੇ ਧਿਆਨ ਨਾਲ ਕਰਨਾ। ਜਹ ਸ਼ਬਦ ਕਰਤਾ, ਅਰਥ 'ਚ ਫਰਕ ਪੈ ਜਾਏਗਾ।
ਜਿਹੇ ਸਿਮਰਤ ਜਿਸ ਵਾਹਿਗੁਰੂ ਨੂੰ ਸਿਮਰਿਆ ਗਤ ਪਾਈ ਹੈ, ਮਨੁੱਖ ਦੀ ਗਤੀ ਹੋ ਜਾਂਦੀ ਹੈ। ਕਹਿੰਦੇ ਤਿਹ ਭਜ ਰੇਤੈ ਮੀਤ, ਮੇਰੇ ਮਿੱਤਰਾ ਉਸ ਪਰਮਾਤਮਾ ਨੂੰ ਭਜਣਾ ਕਰ, ਸਿਮਰਨਾ ਕਰ। ਕਹੋ ਨਾਨਕ ਸੁਨ ਰੇ ਮਨਾ, ਔਦ ਘਟਤ ਹੈ ਨੀਤ। ਮਹਾਰਾਜ ਫਿਰ ਵਚਨ ਕਰਦੇ ਨੇ, ਕਹਿੰਦੇ ਹੇ ਮੇਰੇ ਮਨ, ਉਸ ਪਰਮਾਤਮਾ ਨੂੰ ਸਿਮਰ ਜਿਹਨੂੰ ਸਿਮਰਿਆ ਤੇਰੀ ਗਤੀ ਹੋਣੀ ਹੈ। ਕਿਉਂ ਆਖਿਆ? ਕਹਿੰਦੇ ਔਦ ਘਟਤ ਹੈ ਨੀਤ, ਤੇਰੀ ਉਮਰ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ, ਤੇਰੀ ਉਮਰ ਘਟਦੀ ਜਾ ਰਹੀ ਹੈ ਦਿਨ ਦਿਨ ਕਰਕੇ। ਜਿਵੇਂ ਆਪਾਂ ਬਾਣੀ ਚੋਂ ਬੇਅੰਤ ਵਾਰ ਐਸਾ ਪੜ੍ਹਦੇ ਹਾਂ ਵਚਨ, ਮਹਾਰਾਜ ਨੇ ਇਸ਼ਾਰੇ ਕਰਕੇ ਨਾ, ਵੀ ਜਿਵੇਂ ਤ੍ਰਿਭਕੇ ਹੋਏ ਘੜੇ ਦੇ ਵਿੱਚੋਂ ਬੂੰਦ ਬੂੰਦ ਕਰਕੇ ਸਾਰਾ ਪਾਣੀ ਨਿਕਲ ਜਾਂਦਾ ਹੈ, ਐਦਾਂ ਹੀ ਮਨੁੱਖ ਦੀ ਉਮਰ ਆਹ ਸਰੀਰ ਰੂਪੀ ਘੜੇ ਚੋਂ ਨਿਕਲ ਜਾਂਦੀ ਹੈ। ਵੈਸੇ ਆਪਾਂ ਤੇ ਰੋਜ਼ ਪੜ੍ਹਦੇ ਹਾਂ ਪਿਆਰਿਓ, ਤੁਹਾਡੇ ਤੋਂ ਪੰਕਤੀਆਂ ਕੰਠ ਨੇ, ਕਿਉਂਕਿ ਮਹਾਰਾਜ ਜੀ ਦੀ ਉਹ ਬਾਣੀ ਦਾ ਨਿਤਨੇਮ ਕਰਕੇ ਹੀ ਸਿੱਖ ਸੌਂਦਾ। ਜਿੱਥੇ ਸਤਿਗੁਰੂ ਕਹਿੰਦੇ ਔਦ ਘਟੈ ਦਿਨ ਸਰੈਣਾ ਰੇ, ਮਨ ਗੁਲ ਮਿਲ ਕਾਜ ਸਵਾਰੇ। ਔਦ ਘਟ ਹੈ, ਉਮਰ ਘਟਦੀ ਹੈ, ਦਿਨ ਸਰੈਣਾ ਰੇ, ਦਿਨ ਦਿਨ ਕਰਕੇ, ਰਾਤ ਰਾਤ ਕਰਕੇ। ਇੱਕ ਦਿਨ ਲੰਘ ਗਿਆ, 2 ਦਿਨ ਲੰਘ ਗਏ, ਹਫਤਾ ਹੋ ਗਿਆ, 2 ਹਫਤੇ ਲੰਘ ਗਏ, 3 ਹਫਤੇ ਲੰਘ ਗਏ, 4 ਲੰਘ ਗਏ, ਮਹੀਨਾ ਹੋ ਗਿਆ, ਮਹੀਨਾ ਲੰਘ ਗਿਆ, 2 ਮਹੀਨੇ ਲੰਘ ਗਏ, 6 ਮਹੀਨੇ ਲੰਘ ਗਏ, ਅੱਧਾ ਸਾਲ ਤੇ 12 ਮਹੀਨੇ ਲੰਘ ਗਏ, ਤੇ ਪੂਰਾ ਸਾਲ ਲੰਘ ਗਿਆ। ਐਂ ਉਮਰ ਲੰਘ ਜਾਂਦੀ ਹੈ। ਪਾਂਚ ਤਤ ਕੋ ਤਨ ਰਚਿਓ, ਜਾਨਹੁ ਚਤੁਰ ਸੁਜਾਨ। ਮਹਾਰਾਜ ਕਹਿੰਦੇ ਆ ਜਿਹੜਾ ਸਰੀਰ ਹੈ ਨਾ, ਜਿਹੜਾ ਤਨ ਹੈ, ਇਹ 5 ਤੱਤਾਂ ਦਾ ਪੁਤਲਾ ਹੈ, ਇਹ 5 ਤੱਤਾਂ ਤੋਂ ਬਣਿਆ ਹੈਗਾ। ਜਾਨਹੁ ਚਤੁਰ ਸੁਜਾਨ, ਮਹਾਰਾਜ ਕਹਿੰਦੇ ਇਹਨੂੰ ਜਾਣਨਾ ਕਰੋ ਜੀ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਪਰ ਇਹ 5 ਤੱਤਾਂ ਦੇ ਪੁਤਲੇ ਨੇ ਸਦੀ ਵੀ ਨਹੀਂ ਰਹਿਣਾ, ਇਹਦੇ ਨਾਲ ਜੁੜ ਨਹੀਂ ਜਾਣਾ। ਇਹਨੂੰ ਐ ਨਹੀਂ ਵੀ ਅਸੀਂ ਸਦਾ ਕਾਇਮ ਰੱਖਣਾ, ਇਸ ਪਾਸੇ ਨਹੀਂ। ਜਿਹ ਤੇ ਉਪਜਿਓ ਨਾਨਕਾ, ਜਿੱਥੋਂ ਇਹ ਪੈਦਾ ਹੋਇਆ, ਜਿਹਦੇ ਹੁਕਮ ਦੇ ਵਿੱਚ ਸਾਰੀ ਖੇਡ ਬਣੀ ਹੈ, ਕਹਿਣ ਲੱਗੇ ਲੀਨ ਤਾਹੇ ਮਹਿਮਾਨ, ਤੂੰ ਉਹਦੇ ਵਿੱਚ ਲੀਨ ਹੋ ਜਾ। ਸਰੀਰ ਜਿਹੜਾ ਮਿਲਿਆ ਨਾ, ਇਹ ਮਿਲਿਆ ਹੀ ਇਸ ਕਰਕੇ ਹੈ ਬਈ ਅਸੀਂ ਇਸ ਸਰੀਰ ਦੇ ਰਾਹੀਂ ਨਾਮ ਜਪ ਕੇ ਭਜਨ ਬੰਦਗੀ ਕਰਕੇ ਔਰ ਪ੍ਰਮਾਤਮਾ ਦੇ ਵਿੱਚ ਲੀਨ ਹੋਣਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਜਿਹੜਾ ਪਰਮੇਸ਼ਰ ਹੈ, ਜਿਹੜਾ ਪ੍ਰਮਾਤਮਾ, ਜਿਹਦਾ ਜ਼ਿਕਰ ਗੁਰੂ ਤੇਗ ਬਹਾਦਰ ਜੀ ਵਾਰ-ਵਾਰ ਕਰ ਰਹੇ ਨੇ, ਜਪੋ ਉਹਨੂੰ, ਧਿਆਓ ਉਹਨੂੰ, ਸਿਮਰੋ ਉਹਨੂੰ, ਅਰਾਧੋ ਉਹਨੂੰ, ਵਾਰ-ਵਾਰ ਕਰ ਰਹੇ ਨੇ ਨਾ ਤਕਰੀਬਨ ਹਰ ਸ਼ਲੋਕ ਦੇ ਵਿੱਚ। ਉਹ ਪਰਮੇਸ਼ਰ ਜਿਹੜਾ ਹੈ ਕਿੱਥੇ ਹੈ, ਕਿੱਥੇ ਵਸਦਾ? ਸਵਾਲ ਬੜਾ ਵੱਡਾ ਖੜਾ ਹੋਏਗਾ। ਮਹਾਰਾਜ ਤੁਸੀਂ ਹਰ ਸ਼ਲੋਕ ਦੇ ਵਿੱਚ ਇਹ ਕਹਿ ਰਹੇ ਹੋ ਵੀ ਉਹਨੂੰ ਸਿਮਰੋ, ਉਹਨੂੰ ਧਿਆਓ, ਹੈ ਕਿੱਥੇ ਹੈ ਉਹ, ਬੈਠਾ ਕਿੱਥੇ ਹੈ? ਬੜਾ ਵੱਡਾ ਸਵਾਲ ਰਿਹਾ ਦੁਨੀਆ ਦਾ। ਇਸੇ ਕਰਕੇ ਕੋਈ ਪਹਾੜਾਂ ਵੱਲ ਨੂੰ ਹੋ ਤੁਰਿਆ ਵੀ ਸ਼ਾਇਦ ਉੱਥੇ ਹੈ, ਕੋਈ ਜੰਗਲਾਂ ਵੱਲ ਨੂੰ ਹੋ ਤੁਰਿਆ ਵੀ ਸ਼ਾਇਦ ਜੰਗਲਾਂ ਚੋਂ ਮਿਲੇਗਾ, ਕੋਈ ਹਨੇਰੀਆਂ ਗੁਫਾਵਾਂ 'ਚ ਬੈਠ ਗਿਆ, ਕਿਸੇ ਨੇ ਧਰਤੀ 'ਚ ਟੋਏ ਪੱਟ ਲਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਉਹ ਪਰਮੇਸ਼ਰ ਘਟ ਘਟ ਮੈਂ ਹਰ ਜੂ ਵਸੈ। ਉਹ ਤੇ ਘਟ ਘਟ ਦੇ ਵਿੱਚ ਵਸਿਆ ਹੋਇਆ, ਹਰ ਹਿਰਦੇ ਦੇ ਵਿੱਚ ਉਹ ਵਸਿਆ ਹੋਇਆ, ਜ਼ਰਰੇ ਜ਼ਰਰੇ 'ਚ ਉਹਦਾ ਵਾਸਾ ਹੈ। ਇਹ ਗੱਲ ਕਿਹਨੇ ਆਖੀ ਆ? ਸੰਤਨ ਕਹੇ ਉਹ ਪੁਕਾਰ। ਜਿਹੜੇ ਸੰਤ ਜਨ ਨੇ, ਰੱਬ ਦੇ ਪਿਆਰੇ ਨੇ, ਉਸ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਨੇ, ਉਸ ਅਵਸਥਾ ਤੇ ਪਹੁੰਚ ਚੁੱਕੇ ਨੇ, ਉਹਨਾਂ ਨੇ ਆਖਿਆ ਵੀ ਪਰਮੇਸ਼ਰ ਜ਼ਰਰੇ ਜ਼ਰਰੇ 'ਚ ਵਸਿਆ ਹੋਇਆ। ਪੜ੍ਹਿਓ ਕਦੇ ਬਾਬਾ ਕਬੀਰ ਸਾਹਿਬ ਨੂੰ, ਪੜ੍ਹਿਓ ਭਗਤ ਨਾਮਦੇਵ ਜੀ ਦੀ ਬਾਣੀ, ਪੜ੍ਹਿਓ ਭਗਤ ਧੰਨਾ ਸਾਹਿਬ ਜੀ ਦੇ ਵਚਨ, ਪੜ੍ਹਿਓ ਭਗਤ ਰਵਿਦਾਸ ਸਾਹਿਬ ਜੀ। ਇਹਨਾਂ तमाम ਭਗਤਾਂ ਨੇ ਹੀ ਗੱਲ ਆਖੀ ਸੀ ਵੀ ਪਰਮਾਤਮਾ ਕਿਤੇ ਦੂਰ ਨਹੀਂ ਹੈ। ਭਗਤ ਨਾਮਦੇਵ ਜੀ ਤੇ ਸਪਸ਼ਟ ਕਹਿੰਦੇ ਸੀ, ਕਹਿੰਦੇ ਨੇ ਈ ਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਉਹ ਤੇ ਕਹਿੰਦੇ ਮੈਂ ਇੱਧਰ ਵੇਖਦਾ ਮੈਨੂੰ ਰੱਬ ਦਿਸਦਾ ਹੈ, ਇੱਧਰ ਵੇਖਦਾ ਰੱਬ ਦਿਸਦਾ ਹੈ, ਅੱਗੇ ਵੇਖਦਾ ਰੱਬ ਦਿਸਦਾ ਹੈ। ਬੀਠਲ ਸ਼ਬਦ ਰੱਬ ਲਈ ਉਹਨਾਂ ਨੇ ਵਰਤਿਆ। ਤੇ ਮੈਂ ਜਿੱਧਰ ਵੀ ਵੇਖਦਾ, ਜਹ ਜਹ ਵੇਖੋਂ ਤਹ ਹਜ਼ੂਰ ਵਾਲੀ ਖੇਡ ਹੈ। ਇਸ ਕਰਕੇ ਘਟ ਘਟ ਮੈਂ ਹਰ ਜੂ ਵਸੈ। ਉਹ ਘਟ ਘਟ ਦੇ ਵਿੱਚ ਵਸਿਆ ਹੋਇਆ, ਜ਼ਰਰੇ ਜ਼ਰਰੇ ਦੇ ਵਿੱਚ ਵਸਿਆ ਹੋਇਆ, ਕਣ ਕਣ ਦੇ ਵਿੱਚ ਮੌਜੂਦ ਹੈ। ਸੰਤਨ ਕਹਿਓ ਪੁਕਾਰ। ਰੱਬ ਦੇ ਪਿਆਰਿਆਂ ਨੇ, ਸੰਤ ਜਨਾਂ ਨੇ ਪੁਕਾਰ ਪੁਕਾਰ ਕੇ ਗੱਲ ਕੀਤੀ ਹੈ। ਕਹੋ ਨਾਨਕ ਤਿਹ ਭਜ ਮਨਾ, ਭਉ ਦੇ ਉਤਰ ਹੈ ਪਾਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨਾਨਕ ਨਾਮ ਦੀ ਵਰਤੋਂ ਕਰਦੇ ਆ, ਸਾਨੂੰ ਕਹਿ ਰਹੇ ਨੇ, ਉਪਦੇਸ਼ ਸਾਨੂੰ ਹੈ, ਪ੍ਰਥਾਏ ਆਪਣੇ ਮਨ ਦੇ ਹੈ। ਕਹੋ ਨਾਨਕ ਤਿਹ ਭਜ ਮਨਾ, ਹੇ ਮੇਰੇ ਮਨ ਉਸ ਪਰਮੇਸ਼ਰ ਨੂੰ ਭਜ, ਭਉ ਨਿਧ ਉਤਰ ਹੈ ਪਾਰ। ਭਵ ਸਾਗਰ ਚੋਂ ਪਾਰ ਹੋ ਜਾਵੇਗਾ। ਸੁਖ ਦੁਖ ਜਹ ਪਰਸੈ ਨਹੀਂ, ਲੋਭ ਮੋਹ ਅਭਮਾਨ। ਕਹਿਣ ਲੱਗੇ ਸੁਖ ਦੁੱਖ ਜਿਹੇ ਪਰਸੇ ਨਹੀਂ। ਇਹ ਕਿਵੇਂ ਨਾ ਹੋ ਸਕੇ?
ਸਾਨੂੰ ਸੁੱਖ ਮਿਲਦਾ ਹੈ, ਸਾਡੇ ਹਾਲਾਤ ਹੋਰ ਤਰ੍ਹਾਂ ਦੇ ਹੁੰਦੇ ਨੇ, ਸਾਡਾ ਚਿਹਰਾ ਹਸੂ ਹਸੂ ਕਰਦਾ ਹੈ, ਸਾਡੀ ਤੋਰ 'ਚ ਫਰਕ ਹੁੰਦਾ ਹੈ, ਸਾਡੇ ਗੱਲਬਾਤ ਕਰਨ ਦਾ ਲਹਿਜਾ ਬਦਲ ਜਾਂਦਾ। ਜਿਹੜਾ ਬੰਦਾ ਸੁੱਖਾਂ 'ਚ ਹੈ, ਤੁਸੀਂ ਕਦੇ ਉਹਦੇ ਨਾਲ ਗੱਲ ਕਰਿਓ ਤੇ ਉਹਦੀ ਗੱਲ ਕਰਨ ਦਾ ਢੰਗ ਹੋਰ ਹੋਏਗਾ, ਪਰ ਜਿਹੜਾ ਦੁੱਖਾਂ ਦੇ ਵਿੱਚ ਹੈ ਉਹਦੇ ਨਾਲ ਗੱਲ ਕਰ ਲਿਓ, ਲਹਿਜਾ ਕੁਝ ਹੋਰ ਹੋਏਗਾ। ਇੱਕ ਹੋਰ ਚੀਜ਼ ਦੇਖੋ, ਇੱਕੋ ਹੀ ਬੰਦਾ ਤੁਸੀਂ ਉਹਨੂੰ ਸੁੱਖਾਂ 'ਚ ਮਿਲੋਗੇ, ਉਹ ਕਿਸੇ ਹੋਰ ਢੰਗ ਨਾਲ ਮਿਲੇਗਾ, ਦੁੱਖਾਂ 'ਚ ਵੇਖੋਗੇ ਉਹ ਕਿਸੇ ਹੋਰ ਢੰਗ ਨਾਲ। ਆਪਾਂ ਕਹਿੰਦੇ ਵੀ ਹੁਣ ਤੈਨੂੰ ਹੋ ਕੀ ਗਿਆ ਯਾਰ, ਤੇਰਾ ਚਿਹਰਾ ਵੀ ਉਹੀ ਹੈ, ਤੇਰਾ ਤਾਂ ਫਰਕ ਹੀ ਪਿਆ, ਰੰਗ ਬਦਲਿਆ ਪਿਆ, ਤੇਰੀ ਤੇ ਆਵਾਜ਼ ਹੀ ਨਹੀਂ ਨਿਕਲਦੀ, ਤੇਰੇ ਤਾਂ ਬੋਲ ਹੀ ਨਹੀਂ ਨਿਕਲਦੇ, ਤੂੰ ਤੇ ਕੰਬੀ ਜਾ ਰਿਹਾ ਹੈ। ਬੰਦਾ ਕਿਉਂ ਕਹਿੰਦਾ ਜੀ ਕੀ ਕਰਾਂ, ਦੁੱਖ ਹੀ ਏਡਾ ਵੱਡਾ ਆ ਗਿਆ ਹੈ, ਬੋਲਿਆ ਨਹੀਂ ਜਾਂਦਾ, ਐਡੀ ਵੱਡੀ ਵਿਪਤਾ ਆ ਗਈ ਹੈ। ਮਹਾਰਾਜ ਦੁੱਖ ਵੀ ਜਿਹਦੇ ਤੇ ਆਉਂਦਾ ਹੈ, ਸੁੱਖ ਵੀ ਆਉਂਦਾ, ਉਹ ਆਪਣਾ ਰੰਗ ਦਿਖਾਉਂਦਾ ਹੈਗਾ। ਪਰ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਕਹਿੰਦੇ ਸੁੱਖ ਦੁੱਖ ਜਿਹੇ ਪਰਸੈ ਨਹੀਂ, ਜਿਸ ਮਨੁੱਖ ਨੂੰ ਸੁੱਖ ਤੇ ਦੁੱਖ ਪਰਸਦੇ ਨਹੀਂ ਹੈਗੇ। ਸਭਨਾਂ ਨੂੰ ਪਰਸਦੇ ਨੇ, ਪਰ ਜਿਨ੍ਹਾਂ ਨੂੰ ਨਹੀਂ ਪਰਸਦੇ ਉਹ ਆਮ ਮਨੁੱਖ ਨਹੀਂ ਹੁੰਦੇ, ਉਹ ਸਧਾਰਨ ਬੰਦੇ ਨਹੀਂ ਕਹੇ ਜਾ ਸਕਦੇ। ਸਾਨੂੰ ਤੇ ਸੁੱਖ ਆ ਜਾਏ। ਬਾਬਾ ਰਵਿਦਾਸ ਸਾਹਿਬ ਜੀ ਨੂੰ ਪੜ੍ਹਿਓ, ਭਗਤ ਰਵਿਦਾਸ ਸਾਹਿਬ ਜੀ ਸਪਸ਼ਟ ਕਹਿੰਦੇ ਨੇ, ਕਹਿੰਦੇ ਜਦੋਂ ਇਹਨੂੰ ਕੁਝ ਮਿਲ ਜਾਂਦਾ ਹੈ ਤੇ ਬੜਾ ਮਾਣ ਕਰਦਾ ਹੈ, ਬੜਾ ਅਪਮਾਨ ਹੋ ਜਾਂਦਾ, ਇਹਨੂੰ ਭੱਜਿਆ ਹੀ ਫਿਰਦਾ, ਛਾਲਾਂ ਮਾਰਦਾ ਹੈ, ਪਰ ਜਦੋਂ ਕੁਝ ਖੁੱਸ ਜਾਂਦਾ ਹੈ, ਹੱਥੋਂ ਨਿਕਲ ਜਾਂਦਾ ਹੈ, ਫਿਰ ਸਿਰ ਫੜ ਕੇ ਬੈਠ ਜਾਂਦਾ। ਜਬ ਕੱਛ ਪਾਵੇ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇੱਕੋ ਹੀ ਮਨੁੱਖ ਹੈ। ਦੇਖੋ ਜਦੋਂ ਕੋਈ ਐਗਜ਼ਾਮ ਦਾ ਰਿਜ਼ਲਟ ਆਉਂਦਾ ਹੈ, ਆਪਾਂ ਵੇਖਦੇ ਹਾਂ ਬੰਦਾ ਕਹਿੰਦਾ ਵੀ ਹੁਣ ਰਿਜ਼ਲਟ ਬੋਲਣ ਲੱਗੇ ਨੇ, ਅਨਾਉਂਸ ਕਰਨ ਲੱਗੇ ਨੇ, ਜੇ ਤਾਂ ਹੋ ਗਿਆ ਪਾਸ ਚੰਗੇ ਨੰਬਰਾਂ ਤੇ, ਉਹੀ ਬੰਦਾ ਛਾਲਾਂ ਮਾਰਦਾ, ਭੰਗੜੇ ਪਾਉਂਦਾ ਤੇ ਭੱਜੇ ਹੀ ਆਉਂਦਾ, ਬਸ ਖੁਸ਼ੀਆਂ ਮਨਾਉਂਦਾ। ਜੇ ਅਨਾਉਂਸ ਕਰਨ ਵਾਲੇ ਨੇ ਕਹਿਤਾ ਵੀ ਇਹ ਫੇਲ ਹੈ, ਉਹੀ ਬੰਦਾ ਹੁੰਦਾ, ਉਹ ਕਈ ਵਾਰੀ ਡਿੱਗ ਵੀ ਜਾਂਦਾ, ਉਹ ਘਰੇ ਵਸਾ ਆਉਂਦਾ, ਉਹਨੂੰ ਬਾਹ ਫੜ ਕੇ ਲੈ ਕੇ ਆਉਣੀ ਪੈਂਦੀ ਹੈ। ਬੰਦਾ ਕਹਿੰਦਾ ਯਾਰ ਮੈਂ ਤਾਂ ਸੁਸਾਈਡ ਕਰ ਲੈਣਾ। ਮਤਲਬ ਇੱਕੋ ਹੀ ਬੰਦਾ ਹੈਗਾ ਨਾ। ਇਸ ਕਰਕੇ ਮਹਾਰਾਜ ਕਹਿੰਦੇ ਦੁੱਖ ਵੀ ਮਨੁੱਖ ਨੂੰ ਪਰਸਦਾ ਹੈ, ਸੁੱਖ ਵੀ ਪਰਸਦਾ ਹੈ, ਪਰ ਸਤਿਗੁਰੂ ਕਹਿੰਦੇ ਦੁੱਖ ਸੁੱਖ ਦੁੱਖ ਜਿਹੇ ਪਰਸੈ ਨਹੀਂ। ਜਿਹੜਾ ਮਨੁੱਖ ਦੁੱਖ ਤੇ ਸੁੱਖ ਤੋਂ ਉੱਪਰ ਹੈ, ਲੋਭ ਮੋਹ ਅਭਿਮਾਨ, ਜਿਹਦੇ ਅੰਦਰ ਲੋਭ ਨਹੀਂ ਹੈ, ਮੋਹ ਨਹੀਂ ਹੈ, ਅਭਿਮਾਨ ਨਹੀਂ ਹੈ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਆਪਾਂ ਸੁਭਾਵਿਕ ਹੀ ਕਹਿੰਦੇ ਨੇ, ਐਸਾ ਕਿਹੜਾ ਮਨੁੱਖ ਹੈ ਜੀ ਜਿਹੜਾ ਸੁੱਖ ਆਏ ਤੇ ਮਤਲਬ ਉਹਦੇ ਫਰਕ ਨਾ ਪਏ, ਦੁੱਖ ਆਏ ਤੇ ਫਰਕ ਨਾ ਪਵੇ। ਜਿਹੜਾ ਐਸਾ ਹੋਊਗਾ ਫਿਰ ਬੰਦਾ ਨਹੀਂ, ਉਹ ਤਾਂ ਰੱਬ ਹੀ ਹੋਊਗਾ, ਆਪਾਂ ਆਮ ਕਹਿ ਦਿੰਦੇ ਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਲੋਭ ਤੋਂ ਪਾਸੇ ਹੈ, ਮੋਹ ਤੋਂ ਪਾਸੇ ਹੈ, ਅਭਿਮਾਨ ਤੋਂ ਪਾਸੇ ਹੈ, ਸੁੱਖ ਤੇ ਦੁੱਖ ਤੋਂ ਪਾਸੇ ਹੈ, ਕਹੋ ਨਾਨਕ ਸੁਨ ਰੇ ਮਨਾ। ਮਹਾਰਾਜ ਕਹਿੰਦੇ ਹੈ ਮੇਰੇ ਮਨ ਸੁਣ, ਸੋ ਮੂਰਤ ਭਗਵਾਨ, ਉਹ ਤਾਂ ਨਿਰੀ ਭਗਵਾਨ ਦੀ ਮੂਰਤੀ ਹੈਗਾ ਹੈ। ਉਸਤਤ ਨਿੰਦਿਆ ਨਾਹੀ ਜਿਹੇ ਕੰਚਨ ਲੋਹ ਸਮਾਨ। ਜਿਹੜਾ ਉਸਤਤ ਦੀ ਪਰਵਾਹ ਨਹੀਂ ਕਰਦਾ। ਉਸਤਤ ਹਰ ਮਨੁੱਖ ਚਾਹੁੰਦਾ ਹੈ, ਹਰ ਮਨੁੱਖ ਆਪਣੀ ਵਡਿਆਈ ਚਾਹੁੰਦਾ ਹੈ, ਆਪਣੀ ਬੱਲੇ ਬੱਲੇ ਚਾਹੁੰਦਾ ਹੈ। ਨਿੰਦਿਆ ਕੋਈ ਵੀ ਨਹੀਂ ਚਾਹੁੰਦਾ ਹੈ। ਨਿੰਦਿਆ ਆਪਾਂ ਦੂਜੇ ਦੀ ਵਧੀਆ ਲੱਗਦੀ ਹੈ, ਜਿੰਨੀ ਮਰਜ਼ੀ ਨਿੰਦਿਆ ਕਰੀ ਚੱਲੋ, ਸੁਣੀ ਜਾਵਾਂਗੇ ਇੰਟਰਸਟ ਨਾਲ, ਪਰ ਵਡਿਆਈ ਆਪਣੀ ਸੁਣੀ ਜਾਏਗੀ। ਕੋਈ ਬੰਦਾ ਆਪਣੇ ਖਿਲਾਫ ਕੁਝ ਕਹਿਣ ਲੱਗ ਜਾਏ ਨਾ, ਤੇ ਬੰਦਾ ਉਸੇ ਵੇਲੇ ਔਖਾ ਭਾਰਾ ਹੋ ਜਾਏਗਾ। ਮਹਾਰਾਜ ਕਹਿੰਦੇ ਆਮ ਬੰਦਾ ਉਸਤਤ ਤੇ ਨਿੰਦਿਆ ਦੇ ਵਿੱਚ ਉਲਝ ਚੁੱਕਿਆ, ਬੁਰੀ ਤਰ੍ਹਾਂ ਫਸ ਚੁੱਕਿਆ ਹੈ, ਗਰਕ ਹੋ ਚੁੱਕਿਆ ਹੈ। ਪਰ ਸਤਿਗੁਰੂ ਕਹਿੰਦੇ ਉਸਤਤ ਨਿੰਦਿਆ ਨਾਹੀ ਜਿਹੇ। ਜਿਸ ਮਨੁੱਖ ਨੂੰ ਉਸਤਤ ਦਾ ਕੋਈ ਫਰਕ ਨਹੀਂ ਪੈਂਦਾ, ਉਹਨੂੰ ਕੋਈ ਗਾਲਾਂ ਕੱਢ ਦੋ ਕੋਈ ਫਰਕ ਨਹੀਂ, ਉਹਨੂੰ ਕੋਈ ਮੱਥਾ ਟੇਕ ਦੋ ਕੋਈ ਫਰਕ ਨਹੀਂ, ਉਹਨੂੰ ਕੋਈ ਸੰਤ ਜੀ ਕਹੀ ਜਾਓ ਕੋਈ ਫਰਕ ਨਹੀਂ, ਉਹਨੂੰ ਕੋਈ ਝੱਲਾ ਤੇ ਬਾਵਰਾ ਕਮਲਾ ਕਹੀ ਜਾਓ ਕੋਈ ਫਰਕ ਨਹੀਂ। ਐਸਾ ਵੀ ਕੋਈ ਹੋਇਆ? ਹੋਏ ਨੇ ਐਸੇ ਗੁਰੂ ਨਾਨਕ ਦੇਵ ਮਹਾਰਾਜ। ਸਤਿਗੁਰੂ ਨਾਨਕ ਦੇਵ ਜੀ ਨੂੰ ਝੱਲਾ ਨਹੀਂ ਕਿਹਾ ਲੋਕਾਂ, ਬਾਵਰਾ ਨਹੀਂ ਆਖਿਆ, ਪਾਗਲ ਨਹੀਂ ਆਖਿਆ, ਕੀ ਕੁਝ ਨਹੀਂ ਆਖਿਆ, ਪਰ ਗੁਰੂ ਸਾਹਿਬ ਨੂੰ ਕੋਈ ਫਰਕ ਸੀਗਾ? ਸਗੋਂ ਬਾਬਾ ਕਬੀਰ ਸਾਹਿਬ ਨੂੰ ਪੜੋ, ਉਹਨਾਂ ਨੂੰ ਵੀ ਇਹ ਸ਼ਬਦ ਕਹੇ ਗਏ ਨੇ। ਉਹ ਤਾਂ ਇੱਥੋਂ ਤੱਕ ਕਹਿੰਦੇ ਸੀ ਨਿੰਦਾ ਨਿੰਦਾ ਮੌਕਾ ਲੋਗ ਨਿੰਦਾ, ਸਾਨੂੰ ਕੋਈ ਫਰਕ ਨਹੀਂ ਹੈ। ਸੋ ਉਸਤਤ ਨਿੰਦਿਆ ਨਾਹੀ ਜਿਹੇ। ਜਿਹੜਾ ਮਨੁੱਖ ਇਸ ਤੋਂ ਬਾਹਰ ਹੈਗਾ, ਕੰਚਨ ਲੋਹ ਸਮਾਨ, ਸੋਨੇ ਤੇ ਲੋਹੇ ਨੂੰ ਬਰਾਬਰ ਸਮਝਦਾ। ਕੌਣ ਹੈ ਇਹੋ ਜਿਹਾ ਜਿਹੜਾ ਲੋਹੇ ਤੇ ਸੋਨੇ ਨੂੰ ਬਰਾਬਰ ਸਮਝਦਾ ਹੋਵੇ? ਸੋਨਾ ਤੇ ਆਪਣਾ ਅਲਮਾਰੀਆਂ 'ਚ ਪਿਆ, 20 ਜਿੰਦੇ ਲਾਏ ਹੋਣਗੇ ਜਾਂ ਬੈਂਕਾਂ 'ਚ ਰੱਖਿਆ ਹੋਇਆ, ਤੇ ਪਰ ਲੋਹਾ ਤੇ ਆਪਣੇ ਉਹੀ ਘਰਾਂ 'ਚ ਪਿਆ ਰਹਿੰਦਾ। ਲੋਹਾ ਤੇ ਸਾਰਾ ਕੁਝ ਸੁੱਟਿਆ ਪਿਆ ਉਹਦਾ,
ਪਰ ਜਿਹੜਾ ਮਨੁੱਖ ਸੋਨੇ ਤੇ ਲੋਹੇ ਨੂੰ ਬਰਾਬਰ ਸਮਝਦਾ ਹੈ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਣ। ਮਹਾਰਾਜ ਕਹਿੰਦੇ ਅਸਲ ਵਿੱਚ ਭਾਈ ਮੁਕਤ ਉਹੀ ਹੈ, ਜੰਜਾਲਾਂ ਤੋਂ ਆਜ਼ਾਦ ਉਹੀ ਹੈਗਾ ਹੈ। ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ। ਦੇਖੋ ਹਰਖ ਦਾ ਅਰਥ ਹੈ ਖੁਸ਼ੀ, ਸੋਗ ਦਾ ਅਰਥ ਹੈ ਗਮ। ਅਸੀਂ ਸਾਰੇ ਖੁਸ਼ੀ ਤੇ ਗਮੀ ਨੂੰ ਮਹਿਸੂਸ ਕਰਦੇ ਹਾਂ ਨਾ। ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਆਨੰਦ ਦੀ ਪ੍ਰਾਪਤੀ ਹੋਵੇ, ਪਰ ਕਦੇ ਖੁਸ਼ੀ ਤੇ ਕਦੇ ਗਮੀ। ਤੇ ਮਹਾਰਾਜ ਇੱਥੇ ਕਹਿੰਦੇ ਨੇ ਜਿਹੜਾ ਮਨੁੱਖ ਖੁਸ਼ੀ ਤੇ ਗਮੀ ਨੂੰ ਬਰਾਬਰ ਸਮਝਦਾ ਹੈ ਔਰ ਬੈਰੀ ਮੀਤ ਸਮਾਨ, ਦੁਸ਼ਮਣ ਤੇ ਮਿੱਤਰ ਨੂੰ ਬਰਾਬਰ ਸਮਝਦਾ ਹੈ ਕੋਈ ਐਸਾ? ਸਾਡਾ ਆਪਣੇ ਮਿੱਤਰਾਂ ਨਾਲ ਵਿਵਹਾਰ ਕੁਝ ਹੋਰ ਹੁੰਦਾ ਹੈ, ਦੁਸ਼ਮਣਾਂ ਨਾਲ ਵਿਵਹਾਰ ਕੁਝ ਹੋਰ ਹੁੰਦਾ ਹੈ। ਜਿਹਦੇ ਨਾਲ ਜੈਲਸੀ ਹੈ, ਸਾੜਾ ਹੈ, ਈਰਖਾ ਹੈ, ਬੈਰ ਭਾਵਨਾ, ਉਹਦੇ ਤਾਂ ਅਸੀਂ ਫਤਿਹ ਵੀ ਨਹੀਂ ਮੰਨਣਾ ਚਾਹੁੰਦੇ ਤੇ ਉਹਦੇ ਕੋਲ ਤਾਂ ਖੜਨਾ ਵੀ ਨਹੀਂ ਚਾਹੁੰਦੇ। ਪਰ ਜਿਹਨੂੰ ਅਸੀਂ ਆਪਣਾ ਮੰਨਿਆ ਉਹਨੂੰ ਧੱਕੇ ਨਾਲ ਮੂਹਰੇ ਹੋ ਕੇ ਬੁਲਾਉਂਦੇ ਆ। ਅਸੀਂ ਇੱਥੇ ਰੁਕੇ ਹੋਏ ਆ, ਸਾਡੀ ਅਵਸਥਾ ਇਹ ਹੈ। ਪਰ ਮਹਾਰਾਜ ਕਹਿੰਦੇ ਜਿਹੜਾ ਮਨੁੱਖੇ ਤੋਂ ਉੱਪਰ ਉੱਠ ਗਿਆ ਜੀ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨਾ, ਹੈ ਮੇਰੇ ਮਨ, ਔਰ ਉਹਨੂੰ ਮੁਕਤ ਜਾਣੋ ਜੀ। ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨ ਧਿਆਨ। ਜਿਹੜਾ ਮਨੁੱਖ ਕਿਸੇ ਨੂੰ ਡਰ ਨਹੀਂ ਦਿੰਦਾ, ਕਿਸੇ ਦਾ ਡਰ ਨਹੀਂ ਮੰਨਦਾ। ਵੈਸੇ ਅਸੀਂ ਡਰ ਦਿੰਦੇ ਵੀ ਆਪਣੇ ਤੋਂ ਛੋਟਿਆਂ ਨੂੰ, ਵੱਡਿਆਂ ਦਾ ਡਰ ਮੰਨਦੇ ਆ, ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੁਝ ਵੱਖਰੀ ਗੱਲ ਕਰ ਰਹੇ ਨੇ। ਕਹਿੰਦੇ ਜਿਹੜਾ ਮਨੁੱਖ ਕਿਸੇ ਦਾ ਡਰ ਨਹੀਂ ਮੰਨਦਾ, ਕਿਸੇ ਨੂੰ ਡਰ ਨਹੀਂ ਦਿੰਦਾ ਜੀ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਮਹਾਰਾਜ ਕਹਿੰਦੇ ਨੇ ਅਸਲ ਵਿੱਚ ਗਿਆਨੀ ਉਸੇ ਪੁਰਸ਼ ਨੂੰ ਕਹਿਣਾ ਚਾਹੀਦਾ ਹੈ, ਉਸੇ ਨੂੰ ਅਸਲ ਵਿੱਚ ਸਹੀ ਰੂਪ ਦੇ ਵਿੱਚ, ਸਹੀ ਅਰਥਾਂ ਦੇ ਵਿੱਚ ਸਹੀ ਗਿਆਨ ਹੋਇਆ ਹੈ। ਇਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ। ਵਿਖਿਆ ਦਾ ਮਤਲਬ ਹੈ ਜ਼ਹਿਰ, ਜ਼ਹਿਰ ਦਾ ਮਤਲਬ ਹੈ ਸਾਰੇ ਪਦਾਰਥ। ਕਹਿੰਦੇ ਜਿਹਨੇ ਇਹ ਜ਼ਹਿਰ ਵਰਗੇ ਪਦਾਰਥਾਂ ਮਾਇਆ ਦਾ ਪ੍ਰਭਾਵ ਛੱਡ ਦਿੱਤਾ, ਲਿਓ ਭੇਖ ਬੈਰਾਗ, ਬੈਰਾਗ ਧਾਰਨ ਕਰ ਲਿਆ ਜੀ। ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ। ਮਹਾਰਾਜ ਕਹਿੰਦੇ ਉਹਦੇ ਵੱਡੇ ਭਾਗ ਨੇ, ਉਹਦੇ ਭਾਗ ਵੱਡੇ ਨੇ ਜਿਹਨੇ ਇਹਨਾਂ ਚੀਜ਼ਾਂ ਤੋਂ ਉਪਰਾਮਤਾ ਹਾਸਲ ਕਰ ਲਈ ਹੈ। ਇਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਜਿਸ ਮਨੁੱਖ ਨੇ ਮਮਤਾ ਤੇ ਮਾਇਆ ਦਾ ਤਿਆਗ ਕਰਤਾ, ਨਾ ਸਾਥੋਂ ਮਮਤਾ ਦਾ ਤਿਆਗ ਹੁੰਦਾ ਹੈ, ਨਾ ਮਾਇਆ ਦਾ ਤਿਆਗ ਹੁੰਦਾ ਹੈ। ਦੋਵੇਂ ਚੀਜ਼ਾਂ ਸਾਨੂੰ ਐ ਚਿੰਬੜੀਆਂ ਪਈਆਂ ਨੇ, ਜੋਕ ਵਾਂਗ ਲੱਗੀਆਂ ਹੋਈਆਂ ਨੇ ਸਾਨੂੰ। ਜਿਵੇਂ ਜੋਕ ਖੂਨ ਪੀਂਦੀ ਹੈ ਨਾ, ਬਿਲਕੁਲ ਇਸੇ ਤਰ੍ਹਾਂ ਸਾਨੂੰ ਇਹ ਚੀਜ਼ਾਂ ਚੁੰਬੜੀਆਂ ਹੋਈਆਂ ਨੇ। ਪਰ ਮਹਾਰਾਜ ਕਹਿੰਦੇ ਜਿਹੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਇਹਨਾਂ ਚੀਜ਼ਾਂ ਤੋਂ ਉਪਰਾਮ ਹੋ ਗਿਆ ਜੀ। ਕਹੋ ਨਾਨਕ ਸੁਨ ਰੇ ਮਨਾ ਤਿਹ ਕਟ ਬ੍ਰਹਮ ਨਿਵਾਸ। ਦੇਖੋ ਮਹਾਰਾਜ ਕਹਿੰਦੇ ਨੇ, ਕਹਿੰਦੇ ਅਸਲ ਵਿੱਚ ਭਾਈ ਉਸੇ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਹੈਗਾ। ਤਿਹ ਘਟ ਬ੍ਰਹਮ ਨਿਵਾਸ, ਉੱਥੇ ਹੀ ਬ੍ਰਹਮ ਦਾ ਵਾਸਾ ਹੈਗਾ। ਬ੍ਰਹਮ ਨੂੰ ਕਿਤੋਂ ਬਾਹਰੋਂ ਢੂੰਡਣ ਦੀ ਲੋੜ ਨਹੀਂ ਹੈ, ਬ੍ਰਹਮ ਉੱਥੇ ਆ ਕੇ ਹੀ ਸੁਸ਼ੋਭਿਤ ਹੋ ਜਾਂਦਾ ਹੈ। ਇਹ ਪ੍ਰਾਨੀ ਹੋ ਮੈਂ ਤਜੀ ਕਰਤਾ ਰਾਮ ਪਛਾਣ। ਜਿਸ ਪ੍ਰਾਣੀ ਨੇ ਹਉਮੈ ਦਾ ਤਿਆਗ ਕਰ ਦਿੱਤਾ ਤੇ ਰੱਬ ਨੂੰ ਪਛਾਣ ਲਿਆ ਜੀ। ਕਹੋ ਨਾਨਕ ਵਹ ਮੁਕਤ ਨਰ ਇਹ ਮਨ ਸਾਚੀ ਮਾਨ। ਮਹਾਰਾਜ ਨੇ 4-5 ਸ਼ਲੋਕ ਆ ਗਏ ਨੇ, ਮੁਕਤ ਸ਼ਬਦ ਵਾਰ-ਵਾਰ ਵਰਤ ਰਹੇ ਨੇ। ਇੱਕ ਥਾਂ ਤੇ ਕਹਿੰਦੇ ਨੇ ਕਹੋ ਨਾਨਕ ਸੁਨਰੇ ਮਨਾ ਮੁਕਤ ਤਾਹੇ ਤੈ ਜਾਨ। ਅੱਗੇ ਕਹਿੰਦੇ ਕਹੋ ਨਾਨਕ ਸੁਨਰੇ ਮਨਾ ਮੁਕਤ ਤਾਹੇ ਤੈ ਜਾਨ। ਫਿਰ ਕਹਿੰਦੇ ਕਹੋ ਨਾਨਕ ਸੁਨਰੇ ਮਨਾ। ਮਹਾਰਾਜ ਇਸੇ ਤਰ੍ਹਾਂ ਇੱਥੇ ਵੀ ਬਚਨ ਕਰ ਰਹੇ ਨੇ, ਕਹੋ ਨਾਨਕ ਬਹੁ ਮੁਕਤ ਨਰ। ਮੁਕਤ ਉਹੀ ਹੈ, ਅਸੀਂ ਮੁਕਤੀਆਂ ਕਰਾਉਂਦੇ ਫਿਰਦੇ ਹਾਂ, ਕੋਈ ਕਿਤੇ ਕੋਈ ਕਿਤੇ, ਕੋਈ ਕਿਤੇ ਮ੍ਰਿਤਕ ਪ੍ਰਾਣੀ ਦੇ ਫੁੱਲ ਚੁੱਕੀ ਫਿਰਦਾ ਹੈ, ਕੋਈ ਕਿਤੇ ਚੁੱਕੀ ਫਿਰਦਾ ਹੈ। ਅਸੀਂ ਇੱਥੇ ਪਾਉਣੇ ਆ ਜੀ, ਇੱਥੇ ਪਾਉਣੇ ਆ, ਉਹ ਇੱਕ ਵੱਖਰਾ ਸੈਪਰੇਟ ਪ੍ਰਸੰਗ ਹੈ। ਪਰ ਮਹਾਰਾਜ ਕਹਿੰਦੇ ਕਿਤੇ ਫੁੱਲ ਪਾਉਣ ਨਾਲ ਕੋਈ ਮੁਕਤ ਨਹੀਂ ਹੁੰਦਾ। ਕਿੰਨੇ ਐਸੇ ਸ਼ਹੀਦ ਨੇ ਜਿਹੜੇ ਮੈਦਾਨੇ ਜੰਗ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕਰ ਗਏ, ਉਹਨਾਂ ਦੇ ਫੁੱਲ ਕਿਹਨੇ ਚੁਗੇ ਨੇ। ਕਈ ਵਾਰੀ ਤੇ ਐਸਾ ਵੀ ਆਪਾਂ ਵੇਖਦੇ ਹਾਂ ਇਤਿਹਾਸ, ਜਾਂ ਸਮੂਹਕ ਰੂਪ ਦੇ ਵਿੱਚ ਉਹਨਾਂ ਦੇ ਸੰਸਕਾਰ ਹੋਏ ਨੇ। ਔਰ ਇਸ ਕਰਕੇ ਜਿਹੜਾ ਹੈ ਫੁੱਲ ਕਿਸੇ ਖਾਸ ਨਦੀ ਚ ਪਾਉਣ ਨਾਲ, ਕਿਸੇ ਖਾਸ ਪਾਣੀ ਦੇ ਝਰਨੇ ਚ ਪਾਉਣ ਨਾਲ, ਕਿਸੇ ਖਾਸ ਥਾਂ ਤੇ ਜਲ ਪ੍ਰਵਾਹ ਕਰਨ ਨਾਲ ਮਾਫੀ ਦੇਣੀ ਮੁਕਤੀ ਜੀਵ ਨੂੰ ਹੁੰਦੀ ਹੈ। ਸਾਡਾ ਮੰਨਣਾ ਹੈ, ਗੁਰਬਾਣੀ ਦਾ ਮੰਨਣਾ ਨਹੀਂ ਹੈ। ਗੁਰਬਾਣੀ ਬਿਲਕੁਲ ਕਲੀਅਰ ਕੱਟ ਕਹਿ ਰਹੀ ਹੈ ਮੁਕਤ ਕੌਣ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਜਿਹਨੇ ਹਉਮੈ ਦਾ ਤਿਆਗ ਕਰਤਾ,
ਜੇ ਹਉਮੈ ਦਾ ਤਿਆਗ ਨਹੀਂ ਨਾ ਕੀਤਾ, ਫੁੱਲ ਜਿੱਥੇ ਮਰਜ਼ੀ ਪਾ ਦਿਓ, ਕਿਉਂਕਿ ਹਉਮੈ ਤਾਂ ਨਾਲੇ ਜਾਣੀ ਹੈ ਨਾ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ। ਫੁੱਲਾਂ ਦੇ ਨਾਲ ਹੀ ਹਉਮੈ ਪੈ ਜਾਂਦੀ ਹੈ ਮਾਫੀ ਦੇਣੀ। ਫਿਰ ਉਹ ਹਉਮੈ ਦੇ ਕਰਕੇ ਹੀ ਫਿਰ ਅਗਲਾ ਜਿਹੜਾ ਸੀ ਜਨਮ ਪ੍ਰਾਪਤ ਹੁੰਦਾ ਹੈ। ਇਸੇ ਕਰਕੇ ਮਨੁੱਖ ਦਾ ਆਵਾਗੁਣ ਬਣਿਆ ਹੋਇਆ ਹੈ। ਇਹ ਮਤਲਬ ਆਉਂਦਾ, ਜੰਮਦਾ, ਮਰਦਾ ਇਸੇ ਗੇੜ ਦੇ ਵਿੱਚ ਹੈ। ਪਰ ਜਿਹਨੇ ਹਉਮੈ ਤਿਆਗਤੀ, ਬਹੁਤ ਔਖਾ ਹੈ ਹਉਮੈ ਤਿਆਗਣੀ, ਸਭ ਤੋਂ ਮੁਸ਼ਕਲ ਗੱਲ ਹੈ। ਬੰਦਾ ਮਾਇਆ ਤਿਆਗ ਦਿੰਦਾ ਹੈ, ਘਰ ਵਾਲੀ ਤਿਆਗ ਦਿੰਦਾ ਹੈ, ਬੱਚੇ ਤਿਆਗ ਦਿੰਦਾ ਹੈ, ਰੋਟੀ ਪਾਣੀ ਤਿਆਗ ਦਿੰਦਾ ਹੈ, ਕੱਪੜਾ ਲੀੜਾ ਤਿਆਗ ਦਿੰਦਾ ਹੈ, ਈਵਨ ਸੰਸਾਰ ਤਿਆਗ ਦਿੰਦਾ ਹੈ, ਪਰ ਹਉਮੈ ਨਹੀਂ ਤਿਆਗੀ ਜਾਂਦੀ। ਮਹਾਰਾਜ ਅੱਗੇ ਬਚਨ ਕਰਨਗੇ, ਵਾਚਾਂਗੇ। ਕਹਿਣ ਲੱਗੇ, ਜਿਸ ਪ੍ਰਾਣੀ ਨੇ ਹਉਮੈ ਦਾ ਤਿਆਗ ਕਰਤਾ, ਰਾਮ ਨੂੰ ਪਛਾਣ ਲਿਆ, ਔਰ ਕਹੋ ਨਾਨਕ ਬਹੁ ਮੁਕਤ ਨਰ, ਉਹ ਵਿਅਕਤੀ ਮੁਕਤ ਹੈ। ਇਹ ਮਨ ਸਾਚੀ ਮਾਨ, ਇਸ ਗੱਲ ਨੂੰ ਸੱਚ ਮੰਨ ਲਿਓ ਜੀ। ਭੈ ਨਾਸਣ ਦੁਰਮਤ ਹਰਣ, ਕਲ ਮੈਂ ਹਰ ਕੋ ਨਾਮ। ਭੈ ਨਾਸਣ, ਜਿਹੜਾ ਸਾਰੇ ਤਰ੍ਹਾਂ ਦੇ ਭੈ ਨੂੰ ਨਾਸ਼ ਕਰਨ ਵਾਲਾ ਹੈ, ਦੁਰਮਤ ਨੂੰ ਨਾਸ਼ ਕਰਨ ਵਾਲਾ, ਭੈੜੀ ਮਤ ਨੂੰ, ਔਰ ਪਰਮੇਸ਼ਰ ਦਾ ਨਾਮ ਹੀ ਹੈ। ਕਲ ਮੈਂ ਹਰ ਕੋ ਨਾਮ, ਕਲ ਯੁਗ ਦੇ ਇਸ ਭਿਆਨਕ ਸਮੇਂ ਦੇ ਅੰਦਰ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਨਾਮ ਹੈਗਾ ਹੈ। ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤਿਹ ਕਾਮ। ਜਿਹੜਾ ਜੀਵ ਨਿਸ ਦਿਨ ਉਸ ਪ੍ਰਮਾਤਮਾ ਨੂੰ ਸਿਮਰਦਾ, ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਸਫਲ ਹੋਏ ਤੇ ਕਾਮ, ਉਹਦਾ ਕੋਈ ਵੀ ਕੰਮ ਬਾਕੀ ਅਧੂਰਾ ਨਹੀਂ ਰਹਿੰਦਾ ਜੀ। ਜੇ ਬਾਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ। ਭਾਈ ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਹਬਾ ਗੁਣ ਗੋਬਿੰਦ ਭਜੋ, ਆਪਣੀ ਜਿਹਬਾ ਦੇ ਨਾਲ ਗੋਬਿੰਦ ਦੇ ਗੁਣ ਗਾਉਣੇ ਨੇ। ਇੱਕ ਵਾਰ ਨਹੀਂ, ਹਜ਼ਾਰਾਂ ਵਾਰ ਇਸ਼ਾਰੇ ਕੀਤੇ ਨੇ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਕਿੰਨੀ ਵਾਰ ਆਪਾਂ ਇਸ ਤਰ੍ਹਾਂ ਦੇ ਸ਼ਬਦ ਪੜ੍ਹਦੇ ਹਾਂ। ਹੇ ਜੀਭਾ ਤੂੰ ਕਿਹੜੇ ਚੱਕਰਾਂ 'ਚ ਪਈਆਂ, ਸਵਾਦਾਂ 'ਚ, ਝੂਠੇ ਰਸੇ ਕਸਾਂ 'ਚ। ਤੂੰ ਪਰਮੇਸ਼ਰ ਦੇ ਗੁਣ ਗਾ, ਉਹਦੀ ਸਿਫਤ ਸਲਾਹ ਕਰ, ਉਹਦਾ ਰਸ ਲੈ। ਜਿਹਬਾ ਗੁਣ ਗੋਬਿੰਦ ਭਜੋ, ਜਿਹਬਾ ਦੇ ਨਾਲ ਮਾਲਿਕ ਦੇ ਗੁਣ ਗਾਓ। ਕਰਨ ਸੁਨੋ ਹਰ ਨਾਮ, ਕੰਨਾਂ ਦੇ ਨਾਲ ਪਰਮੇਸ਼ਰ ਦਾ ਨਾਮ, ਉਹਦੀ ਸਿਫਤ ਸਲਾਹ ਸੁਣੋ ਜੀ। ਕਹੋ ਨਾਨਕ ਸੁਨ ਰੇ ਮਨਾ, ਪਰਹਿ ਨ ਜਮ ਕੈ ਧਾਮ। ਸਾਨੂੰ ਸਾਰਿਆਂ ਨੂੰ ਜਮਾਂ ਤੋਂ ਡਰ ਲੱਗਦਾ ਹੈ ਨਾ, ਜਮਾਂ ਦੀਆਂ ਮਾਰਾਂ ਤੋਂ ਡਰ ਲੱਗਦਾ ਹੈ। ਜਮਾਂ ਨੇ ਜਿਹੜਾ ਘਸੀਟਣਾ ਹੈ, ਜਿਹੜੀਆਂ ਮਾਰਾਂ ਮਾਰਨੀਆਂ ਨੇ, ਕਿਉਂਕਿ ਉੱਥੇ ਫਿਰ ਸੁਣਦਾ ਕੋਈ ਨਹੀਂ। ਜਦੋਂ ਮਾਰਾਂ ਪੈਂਦੀਆਂ ਨੇ ਫਿਰ ਸਾਰੇ ਹਾਏ ਹਾਏ ਕਰਦੇ ਨੇ, ਕੋਈ ਕੂਕ ਪੁਕਾਰ ਵੀ ਨਹੀਂ ਸੁਣਦਾ। ਇਸ ਕਰਕੇ ਜਮਾਂ ਤੋਂ ਡਰ ਲੱਗਦਾ ਹੈ। ਪਰ ਜੇ ਜਮਾਂ ਦੇ ਡਰ ਤੋਂ ਮੁਕਤ ਹੋਣਾ, ਮਹਾਰਾਜ ਕੀ ਕਹਿੰਦੇ? ਕਹਿੰਦੇ ਜੇਬਾਂ ਦੇ ਨਾਲ ਗੁਣ ਗਾਉਣੇ ਸ਼ੁਰੂ ਕਰੋ, ਕੰਨਾਂ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨੀ ਕਰੋ। ਕਹੋ ਨਾਨਕ ਸੁਨਰੇ ਮਨ, ਜਿਹੜਾ ਮਨੁੱਖ ਕੰਨਾਂ ਦੇ ਨਾਲ ਮਾਲਕ ਦੀ ਸਿਫਤ ਸਲਾਹ ਸੁਣਦਾ ਹੈ, ਪਰ ਹੈ ਨਾ ਜਮ ਕੈ ਧਾਮ, ਉਹ ਕਦੇ ਵੀ ਜਮਾਂ ਦੇ ਵਸ ਨਹੀਂ ਪੈਂਦਾ। ਜਮਾਂ ਦਾ ਉਹਦੇ ਤੇ ਜ਼ੋਰ ਨਹੀਂ ਚੱਲਦਾ ਕੋਈ। ਜਮ ਉਹਦਾ ਸਤਿਕਾਰ ਕਰਦੇ ਨੇ, ਛੱਡ ਜਾਂਦੇ ਨੇ। ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਔਰ ਸੁਣਦਾ ਹੈ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ। ਮਹਾਰਾਜ ਕਹਿੰਦੇ ਜਿਹੜੇ ਪ੍ਰਾਣੀ ਨੇ ਮਮਤਾ ਤਿਆਗਤੀ, ਨਹੀਂ ਤਿਆਗੀ ਜਾਂਦੀ, ਬਹੁਤ ਮੁਸ਼ਕਲ ਹੈ। ਜਿਸ ਪ੍ਰਾਣੀ ਨੇ ਲੋਭ ਤਿਆਗਤਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੋਹ ਤੇ ਅਹੰਕਾਰ, ਪੰਜ ਵਿਕਾਰਾਂ ਦਾ ਨਾਮ ਆ ਗਿਆ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਉਹ ਮਹਾਰਾਜ ਆਪਣੇ ਢੰਗ ਦੇ ਨਾਲ ਇੱਥੇ ਜ਼ਿਕਰ ਕਰ ਰਹੇ ਨੇ। ਜਿਸ ਪ੍ਰਾਣੀ ਨੇ ਮਮਤਾ, ਜਿਸ ਨੇ ਲੋਭ ਮੋਹ ਤੇ ਅਹੰਕਾਰ ਨੂੰ ਤਿਆਗ ਦਿੱਤਾ, ਤਜ ਦਿੱਤਾ, ਛੱਡ ਦਿੱਤਾ ਹੈ। ਕਹੋ ਨਾਨਕ ਆਪਣ ਤਰੈ, ਔਰਨ ਲੇਤੇ ਉਧਾਰ। ਦੇਖੋ ਮਹਾਰਾਜ ਕਿੰਨੀ ਵੱਡੀ ਕਿਰਪਾ ਕਰ ਰਹੇ ਨੇ। ਕਹਿੰਦੇ ਮਤਾਂ ਸੋਚਿਓ ਮਨੁੱਖ ਦਾ ਪਾਰ ਉਤਾਰਾ ਕੱਲੇ ਦਾ ਹੋਏਗਾ, ਕੱਲੇ ਦਾ ਨਹੀਂ, ਉਹ ਤਾਂ ਹੋਰ ਪਤਾ ਨਹੀਂ ਕਿੰਨਿਆਂ ਦਾ ਉਧਾਰ ਕਰ ਦੇਵੇਗਾ। ਇਸੇ ਕਰਕੇ ਆਪਾਂ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਭਾਲਦੇ ਹਾਂ। ਸਹੀ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੈ। ਜੇ ਕੋਈ ਐਸਾ ਮਿਲ ਜਾਏ ਨਾ, ਤੇ ਉਹਦੇ ਮਿਲਣ ਕਰਕੇ, ਉਹਦੇ ਪ੍ਰਭਾਵ ਕਰਕੇ ਅਸੀਂ ਵੀ ਪਰਮੇਸ਼ਰ ਦੇ ਨਾਮ ਵਾਲੇ ਪਾਸੇ ਆ ਕੇ ਸਾਡਾ ਵੀ ਪਾਰ ਉਤਾਰਾ ਹੋ ਸਕਦਾ ਹੈ। ਸਾਹਿਬ ਸਤਿਗੁਰੂ ਜੀ ਵਚਨ ਕਰ ਰਹੇ ਨੇ, ਕਹਿੰਦੇ ਕਹੋ ਨਾਨਕ ਆਪਨ ਤਰੈ, ਉਹ ਆਪ ਤਰਦਾ ਔਰ ਨਲੇਤ ਉਧਾਰੋ, ਹੋਰਾਂ ਨੂੰ ਵੀ ਤਾਰ ਲੈਂਦਾ ਹੈ, ਉਧਾਰ ਕਰ ਦਿੰਦਾ ਹੈ। ਜੋ ਸੁਪਨਾ ਯਾਰ ਪੇਖਣਾ, ਐਸੇ ਜਗ ਕੋ ਜਾਣ। ਮਹਾਰਾਜ ਕਹਿੰਦੇ ਸੁਪਨਾ ਤੇ ਹੁਣ ਸਾਰਿਆਂ ਨੂੰ ਆਉਂਦਾ ਹੈ। ਸੁਪਨਾ ਤੇ ਆਪਾਂ ਸਾਰੇ ਲੈਨੇ ਆ, ਮਾੜੇ ਚੰਗੇ ਸੁਪਨੇ ਆਉਂਦੇ ਨੇ। ਜਿਵੇਂ ਸੁਪਨਾ ਤੁਸੀਂ ਦੇਖਦੇ ਹੋ ਨਾ, ਸੁਪਨੇ ਦੇ ਵਿੱਚ ਜੋ ਵੀ ਤੁਹਾਨੂੰ ਦਿਸਦਾ ਹੈ, ਕਹਿੰਦੇ ਬਸ ਸੰਸਾਰ ਨੂੰ ਇਸੇ ਤਰ੍ਹਾਂ ਸਮਝਣਾ ਹੈ। ਇੱਕ ਐਗਜ਼ਾਮਪਲ ਦਿੱਤੀ ਹੈ ਸੁਪਨੇ ਦੀ, ਇਹ ਉਦਾਹਰਨ ਦੇ ਕੇ ਵੀ ਜੱਗ ਕੀ ਹੈ। ਜੇ ਕਿਸੇ ਸਵਾਲ ਕਰੇ ਜੱਗ ਦੀ ਸੱਚਾਈ ਕੀ ਹੈ, ਕਹਿੰਦੇ ਸੁਪਨੇ ਦੀ ਸੱਚਾਈ ਕੀ ਹੈ? ਜੈਸਾ ਸੁਪਨਾ ਰਹਿਣ ਕਾ,
ਤੈਸਾ ਇਹ ਸੰਸਾਰ। ਮਹਾਰਾਜ ਨੇ ਜਿਵੇਂ ਬਾਣੀ 'ਚ ਥਾਂ ਥਾਂ ਤੇ ਬਚਨ ਕੀਤੇ ਨੇ, ਕਹਿੰਦੇ ਜਿਵੇਂ ਰਾਤ ਦਾ ਸੁਪਨਾ ਵੇਖਦੇ ਹੋ, ਜਗਤ ਨੂੰ ਇਸੇ ਤਰ੍ਹਾਂ ਦੇਖਣਾ ਕਰੋ ਜੀ। ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਹੁਣ ਸੁਪਨਾ ਕਿਹਦਾ ਸੱਚਾ ਹੋਇਆ? ਸੁਪਨੇ ਦੇ ਵਿੱਚ ਜੋ ਕੁਝ ਵੀ ਆਪਾਂ ਵੇਖਦੇ ਆ, ਕਈ ਵਾਰੀ ਧਨ ਮਿਲ ਜਾਂਦਾ ਹੈ, ਬੜੇ ਬੜੀਆਂ ਆਪਾਂ ਨੂੰ ਚੀਜ਼ਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ ਉਹ ਜਦੋਂ ਅੱਖ ਖੁੱਲਦੀ ਹੈ ਅਸੀਂ ਜੈਸੇ ਹੁੰਨੇ ਆ ਵੈਸੇ ਹੀ ਹੁੰਨੇ ਆ। ਬਸ ਗਰੀਬ ਕੱਖਾਂ ਦੀ ਕੁੱਲੀ 'ਚ ਪਿਆ ਟੁੱਟੇ ਹੋਏ ਮੰਜੇ ਤੇ ਆਪਣਾ ਸੁਪਨਾ ਲੈਂਦਾ ਹੋਵੇ ਮੈਂ ਰਾਜਾ ਬਣ ਗਿਆ, ਮੇਰੇ ਆਲੀਸ਼ਾਨ ਮਹਿਲ ਨੇ, ਮੇਰੇ ਕੋਲੇ ਫੌਜਾਂ ਨੇ, ਪਰ ਜਿਉਂ ਹੀ ਅੱਖ ਖੁੱਲੇਗੀ ਉਹ ਟੁੱਟੀ ਮੰਜੀ ਤੇ ਹੀ ਹੋਏਗਾ ਵਿਚਾਰਾ, ਉਹ ਉਸੇ ਕੱਖਾਂ ਦੀ ਕੁੱਲੀ 'ਚ ਹੀ ਹੋਏਗਾ। ਲੱਖ ਰੋਈ ਜਾਵੇ ਵੀ ਮੈਂ ਸੁਪਨੇ 'ਚ ਕੀ ਵੇਖਿਆ, ਸਿਆਣਿਆਂ ਨੇ ਸਮਝਾਉਣਾ ਉਹ ਕਮਲਿਆ ਤਾਂ ਸੁਪਨਾ ਸੀਗਾ। ਪਰ ਇੱਕ ਵਾਰਸ਼ਾਹ ਨੂੰ ਸੁਪਨਾ ਆ ਜਾਏ, ਸਿੰਘਾਸਨ ਤੇ ਬੈਠੇ ਨੂੰ, ਫੁੱਲਾਂ ਦੀ ਸੇਜ ਤੇ ਸੁੱਤੇ ਨੂੰ, ਤੇ ਉਹਨੂੰ ਸੁਪਨਾ ਆ ਜਾਏ ਵੀ ਮੈਂ ਕੰਗਾਲ ਹੋ ਗਿਆ, ਅੱਖ ਖੁੱਲੇਗੀ ਉਹ ਕਹੂਗਾ ਸ਼ੁਕਰ ਹੈ ਤੇਰਾ, ਆ ਮੈਂ ਕੀ ਵੇਖਦਾ ਸੀ। ਸੁਪਨਾ ਮਾੜਾ ਤੇ ਚੰਗਾ ਹੋ ਸਕਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਉਂ ਸੁਪਨਾ ਅਰ ਪੇਖਣਾ ਐਸੇ ਜਾਗੋ ਜਾਨ, ਇਨ ਮੈਂ ਕਸ ਸਾਚੋ ਨਹੀਂ। ਜੋ ਕੁਝ ਤੁਸੀਂ ਸੁਪਨੇ 'ਚ ਵੇਖਦੇ ਹੋ, ਅੱਖ ਖੁੱਲਦਿਆਂ ਪਤਾ ਲੱਗਦਾ ਵੀ ਉਹ ਸੱਚ ਨਹੀਂ ਸੀ। ਇਸੇ ਤਰ੍ਹਾਂ ਆ ਸੰਸਾਰ ਦੀ ਸਾਰੀ ਖੇਡ ਹੈਗੀ ਹੈ, ਨਾਨਕ ਬਿਨ ਭਗਵਾਨ, ਭਗਵਾਨ ਤੋਂ ਬਿਨਾਂ ਕੁਝ ਵੀ ਸੱਚ ਨਹੀਂ ਹੈ। ਇਸੇ ਕਰਕੇ ਮਹਾਰਾਜ ਨੇ ਜਿੱਥੇ ਵੀ ਸ਼ਬਦ ਵਰਤੇ ਨੇ ਉੱਥੇ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹੋਰ ਕਿਸੇ ਚੀਜ਼ ਨੂੰ ਮਹਾਰਾਜ ਨੇ ਇਸ ਤਰ੍ਹਾਂ ਦੇ ਸ਼ਬਦ ਨਹੀਂ ਵਰਤੇ। ਫਿਰ ਤੇ ਬਾਕੀ ਤੇ ਇਹ ਹੈ ਵੀ ਸਾਰਾ ਕੁਝ ਨਾਸ਼ਵੰਤ ਹੈ, ਬਿਨਸਨਹਾਰ ਹੈਗਾ ਹੈ। ਨਿਸ ਦਿਨ ਮਾਇਆ ਕਾਰਨੇ, ਪ੍ਰਾਨੀ ਡੋਲਤ ਨੀਤ। ਮਹਾਰਾਜ ਕਹਿੰਦੇ ਪ੍ਰਾਣੀ ਦਿਨ ਰਾਤ ਡੋਲਦਾ ਹੈ, ਘਾਬਰਦਾ ਹੈ, ਥਿੜਕਦਾ ਹੈ, ਔਰ ਇਹਦੇ ਡੋਲਣ ਦੇ ਕਈ ਕਾਰਨ ਹੋ ਸਕਦੇ ਨੇ। ਸਭ ਤੋਂ ਵੱਡਾ ਕਾਰਨ ਹੈ ਮਾਇਆ। ਮਾਇਆ ਦਾ ਇੱਕ ਰੂਪ ਨਹੀਂ ਹੈ, ਮਾਇਆ ਦੇ तमाम ਰੂਪ ਨੇ। ਨਿਸ ਦਿਨ ਮਾਇਆ ਕਾਰਨੇ, ਦਿਨੇ ਵੀ ਰਾਤ ਨੂੰ ਵੀ, ਪ੍ਰਾਣੀ ਡੋਲਤ ਨੀਤ, ਰੋਜ਼ ਰੋਜ਼ ਡੋਲਦਾ ਹੈ, ਘਾਬਰਦਾ ਹੈ, ਘਬਰਾਉਂਦਾ ਹੈ। ਓਟਣ ਮੈਂ ਨਾਨਕ ਕੋ, ਨਾਰਾਇਣ ਜਿਹ ਚੀਤ। ਕਹਿਣ ਲੱਗੇ ਕਰੋੜਾਂ ਚੋਂ ਕੋਈ ਇੱਕ ਅੱਧਾ ਹੀ ਹੈ, ਇੰਨੀ ਵੱਡੀ ਦੁਨੀਆ ਫਿਰਦੀ ਹੈ, ਇਤਨਾ ਵੱਡਾ ਸੰਸਾਰ ਹੈ, ਔਰ ਕਰੋੜਾਂ ਚੋਂ ਇੱਕ ਅੱਧਾ ਹੀ ਹੈ ਕੋਈ ਜਿਹਨੇ ਆਪਣੇ ਚਿੱਤ ਦੇ ਵਿੱਚ ਪਰਮੇਸ਼ਰ ਨੂੰ ਵਸਾਇਆ, ਔਰ ਜਿਹੜਾ ਫਿਰ ਡੋਲਦਾ ਨਹੀਂ ਹੈ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਹੜਾ ਇਦਾਂ ਦੀ ਅਰਦਾਸ ਕਰਦਾ ਉਹ ਡੋਲਣੋਂ ਹਟ ਜਾਂਦਾ ਹੈ। ਜਿਹਨੂੰ ਇਹ ਵਿਸ਼ਵਾਸ ਹੋ ਗਿਆ ਬਈ, ਮਨ ਨੂੰ ਆਪਣੇ ਨੂੰ ਫਿਰ ਸਮਝਾਉਂਦਾ ਬਈ ਮੇਰੇ ਮਨ ਕਿਉਂ ਤੂੰ ਘਬਰਾਉਣਾ ਹੈ, ਕਿਉਂ ਡਰਦਾ ਹੈ, ਤੇਰਾ ਆਸਰਾ ਜਿਹਦਾ ਤੂੰ ਆਸਰਾ ਤੱਕਿਓ ਬੜਾ ਸਮਰੱਥ ਹੈ, ਮਨ ਕਿਉਂ ਬਹਿਰਾਗ ਕਰੇਗਾ। ਸਤਿਗੁਰੂ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਅੰਮ੍ਰਿਤਸਰ ਸਦ ਹੀ ਭਰਪੂਰਾ। ਜਿਹੜਾ ਮਨੁੱਖ ਤੇ ਇਸ ਪਾਸੇ ਲੱਗ ਗਿਆ ਉਹ ਤੇ ਨਹੀਂ ਡੋਲਦਾ। ਤੇ ਸਤਿਗੁਰੂ ਕਹਿੰਦੇ ਜਿਹਦੇ ਅੰਦਰ ਮਾਇਆ ਦਾ ਪ੍ਰਭਾਵ ਹੈ ਉਹ ਦਿਨੇ ਵੀ ਡੋਲਦਾ, ਰਾਤ ਨੂੰ ਵੀ ਡੋਲਦਾ ਹੈ। ਜੈਸੇ ਜਲ ਤੇ ਬੁੱਧ ਬੁਦਾ, ਉਪਜੈ ਬਿਨਸੈ ਨੀਤ। ਮਹਾਰਾਜ ਕਹਿੰਦੇ ਪਾਣੀ ਤੇ ਬੁਲਬੁਲੇ ਤਾਂ ਸਾਰਿਆਂ ਨੇ ਵੇਖੇ ਨੇ ਨਾ। ਆ ਮੀਂਹ ਪੈਂਦਾ ਹੈ, ਪਾਣੀ ਦੇ ਵਿੱਚ ਬੁਲਬੁਲੇ ਬਣਦੇ ਨੇ। ਉਹ ਬੁਲਬੁਲਿਆਂ ਦੀ ਕਿੰਨੀ ਕੁ ਉਮਰ ਹੁੰਦੀ ਹੈ, ਉਹ ਕਿੰਨੀ ਕੁ ਉਹਨਾਂ ਦੀ ਬੁਨਿਆਦ ਹੁੰਦੀ ਹੈ, ਉਹਨਾਂ ਦਾ ਕਿੰਨਾ ਕੁ ਲੰਮਾ ਸਮਾਂ ਹੁੰਦਾ ਹੈ। ਉਹ ਪਾਣੀ ਤੇ ਹਵਾ ਦੇ ਕਰਕੇ ਬੁਲਬੁਲੇ ਬਣਦੇ ਨੇ, ਤੇ ਉਹ ਹਜ਼ਾਰਾਂ ਵੀ ਬਣਦੇ ਨੇ, ਪਰ ਨਾਲ ਦੀ ਨਾਲ ਖਤਮ ਵੀ ਹੋਈ ਜਾਂਦੇ ਨੇ, ਫਿਸੀ ਵੀ ਜਾਂਦੇ ਨੇ। ਪਾਣੀ ਦਾ ਬੁਲਬੁਲਾ ਦੇਖਣ ਨੂੰ ਚੰਗਾ ਲੱਗਦਾ ਹੈ, ਬੱਚੇ ਬੜੇ ਸ਼ੌਂਕ ਨਾਲ ਵੇਖਦੇ ਨੇ, ਬੜੇ ਧਿਆਨ ਨਾਲ। ਜੈਸੇ ਜਲ ਤੇ ਬੁਦਬੁਦਾ, ਜੈਸੇ ਪਾਣੀ ਦੇ ਉੱਪਰ ਬੁਲਬੁਲਾ ਬਣਦਾ ਹੈ ਪਰ ਨਾਲ ਦੀ ਨਾਲ ਨਾਸ਼ ਹੋ ਜਾਂਦਾ ਹੈ। ਉਪਜੈ ਬਿਨਸੈ ਨੀਤ। ਮਹਾਰਾਜ ਇਹ ਉਦਾਹਰਨ ਦੇ ਕੇ ਗੱਲ ਹੋਰ ਸਮਝਾਉਣ ਲੱਗੇ ਹਨ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਮਿੱਤਰੋ ਸੁਣੋ, ਮੇਰੇ ਪਿਆਰਿਓ ਸੁਣੋ, ਜਗ ਰਚਨਾ ਬਸ ਇਸੇ ਤਰ੍ਹਾਂ ਦੀ ਹੈ ਜੈਸੇ ਪਾਣੀ ਦਾ ਬੁਲਬੁਲਾ ਹੈਗਾ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਆਪਾਂ ਬੁਲਬੁਲੇ ਹੀ ਆ ਇੱਕ ਤਰ੍ਹਾਂ ਦੇ। ਕਿੰਨੇ ਹੀ ਬੁਲਬੁਲੇ ਬਣ ਰਹੇ ਨੇ, ਜੀਵਨ ਰੂਪੀ ਬੁਲਬੁਲੇ। ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਚਲੋ ਆਪਾਂ ਸਾਰਾ ਕੁਝ ਹੈ, ਪਰ ਕਈ ਫਿਸੀ ਵੀ ਜਾ ਰਹੇ ਨੇ, ਭੁੰਨੇ ਵੀ ਜਾ ਰਹੇ ਨੇ, ਨਾਲ ਦੀ ਨਾਲ ਖੇਡ ਵਾਪਰੀ ਵੀ ਜਾ ਰਹੀ ਹੈ। ਬੁਲਬੁਲਾ ਸਦੀ ਵੀ ਨਹੀਂ ਹੈ, ਬੁਲਬੁਲਾ ਪਰਮਾਨੈਂਟ ਨਹੀਂ ਹੈ, ਬੁਲਬੁਲਾ ਪੱਕਾ ਨਹੀਂ ਹੈ, ਬੁਲਬੁਲੇ ਦੀ ਕੋਈ ਬੁਨਿਆਦ ਨਹੀਂ ਹੈ। ਕਿੰਨੀ ਕੁ ਬੁਨਿਆਦ ਹੈ, ਬਸ 1-2 ਸੈਕਿੰਡ ਦੀ ਹੈ। ਇਸੇ ਤਰ੍ਹਾਂ ਸਾਡਾ ਜੀਵਨ ਹੈ, ਬਸ ਇਹਦਾ ਕੋਈ ਵਿਸ਼ਵਾਸ ਨਹੀਂ ਹੈ, ਕੋਈ ਗਰੰਟੀ ਨਹੀਂ ਹੈ ਇਹਦੀ। ਕਹਾ ਵਿਸਾਸਾ ਇਸ ਭਾਂਡੇ ਕਾ, ਆਪਾਂ ਪੜ੍ਹਦੇ ਹਾਂ ਨਾ,
ਮਹਾਰਾਜ ਉਸ ਪਾਸੇ ਤੋਂ ਸਮਝਾ ਰਹੇ ਹਨ। ਪ੍ਰਾਨੀ ਕਛੂ ਨ ਚੇਤਈ ਮਦ ਮਾਇਆ ਕੈ ਅੰਧ। ਦੇਖੋ ਕੈਸੀ ਵਿਡੰਬਨਾ ਹੈ, ਕੈਸਾ ਦੁਖਾਂਤ ਹੈ। ਪ੍ਰਾਣੀ ਜਿਹੜਾ ਜਿਹਨੂੰ ਮਹਾਰਾਜ ਬਾਰ-ਬਾਰ ਇਸ਼ਾਰੇ ਕਰਦੇ ਨੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਕਿੱਡੇ ਪਿਆਰ ਨਾਲ ਸਮਝਾਇਆ। ਪਰ ਉਹ ਪ੍ਰਾਣੀ ਕੀ ਕਰਦਾ? ਪ੍ਰਾਣੀ ਕਛੂ ਨ ਚੇਤਈ, ਉਹਨੂੰ ਕਦੇ ਚੇਤਦਾ ਹੀ ਨਹੀਂ ਹੈ। ਮਦ ਮਾਇਆ ਕੈ ਅੰਧ, ਮਾਇਆ ਦੇ ਨਸ਼ੇ ਦੇ ਵਿੱਚ, ਮਦ ਦਾ ਅਰਥ ਹੁੰਦਾ ਨਸ਼ਾ। ਇਹ ਸਾਰੇ ਨਸ਼ਿਆਂ ਨਾਲੋਂ ਮਾੜਾ ਹੈ, ਯਾਦ ਰੱਖਿਓ। ਨਸ਼ੇ ਤਾਂ ਵੈਸੇ ਕੋਈ ਵੀ ਨਸ਼ਾ ਚੰਗਾ ਨਹੀਂ ਹੈ। ਨਸ਼ਾ ਤੇ ਰੋਟੀ ਦਾ ਵੀ ਖਿਮਾ ਕਰਨਾ ਮਾੜਾ, ਆਪਾਂ ਕਹਿੰਦੇ ਆ ਨਾ, ਨਸ਼ਾ ਤੇ ਹਰ ਚੀਜ਼ ਦਾ ਮਾੜਾ ਹੈ। ਸਾਨੂੰ ਮਹਾਰਾਜ ਨੇ ਨਸ਼ਿਆਂ ਤੋਂ ਪਾਸੇ ਕੀਤਾ, ਨਸ਼ਿਆਂ ਤੋਂ ਦੂਰ ਕੀਤਾ। ਨਸ਼ਾ ਕਿਸੇ ਵੀ ਚੀਜ਼ ਦਾ ਨਹੀਂ ਹੈ, ਪਰ ਮਾਇਆ ਦਾ ਨਸ਼ਾ ਤਾਂ ਸਭ ਤੋਂ ਖਤਰਨਾਕ ਹੈ। ਜਿਹੜਾ ਬੰਦੇ ਨੂੰ ਇਹ ਮਾਇਆ ਦਾ ਨਸ਼ਾ ਹੋ ਜਾਏ ਨਾ, ਔਰ ਉਹ ਜਿਵੇਂ ਉਹ ਕਿਸੇ ਕਵੀ ਦਾ ਸ਼ਿਆਰ ਹੈ ਬਈ ਸਹਿਜੇ ਸਹਿਜੇ ਹਰ ਹਾਕਮ ਕੋ ਔਰੰਗਜ਼ੇਬ ਬਣਾ ਦਿੱਤਾ ਹੈ। ਇਹ ਮਾਇਆ ਦਾ ਨਸ਼ਾ ਤੇ ਆਮ ਬੰਦਿਆਂ ਨੂੰ ਔਰੰਗਜ਼ੇਬ ਬਣਾ ਕੇ ਰੱਖ ਦਿੰਦਾ ਹੈ। ਸਤਿਗੁਰੂ ਕਹਿੰਦੇ ਨੇ ਭਾਈ ਦੇਖੋ, ਜਿਹੜਾ ਮਨੁੱਖ ਪਰਮਾਤਮਾ ਨੂੰ ਨਹੀਂ ਸਿਮਰਦਾ, ਮਾਇਆ ਦੇ ਨਸ਼ੇ ਦੇ ਵਿੱਚ ਅੰਨਾ ਹੋਇਆ ਪਿਆ ਹੈ। ਕਹੋ ਨਾਨਕ ਬਿਨ ਹਰਿ ਭਜਨ ਪਰਤ ਤਾਹੇ ਜਮ ਫੰਦ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਰ ਵਾਰ ਦੀ ਤਰ੍ਹਾਂ ਇੱਥੇ ਵੀ ਨਾਨਕ ਨਾਮ ਦੀ ਵਰਤੋਂ ਕਰਦੇ ਆ। ਕਹਿੰਦੇ ਹਰੀ ਦੇ ਭਜਨ ਤੋਂ ਬਿਨਾਂ ਪਰਤ ਤਾਹੇ ਜਮ ਫੰਦ, ਜਮਾਂ ਦੀਆਂ ਫਾਈਆਂ ਦੇ ਵਿੱਚ ਜਕੜਿਆ ਜਾਏਗਾ। ਕੋਈ ਬਚਾ ਲਏਗਾ ਜਮਾਂ ਤੋਂ ਉਹਨੂੰ? ਇੱਕ ਪਾਸੇ ਕਹਿਤਾ ਸੀ ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਇਹ ਵੀ ਕਿਹਾ ਵੀ ਜੇ ਜੇਬਾਂ ਨਾਲ ਗੁਣ ਗਾਓਗੇ, ਕੰਨਾਂ ਦੇ ਨਾਲ ਸੁਣੋਗੇ, ਕਹੋ ਨਾਨਕ ਸੁਨ ਰੇ ਮਨ ਪਰਹਿ ਨ ਜਮ ਕੇ ਧਾਮ। ਮਹਾਰਾਜ ਕਹਿੰਦੇ ਜਮਾਂ ਦੇ ਵਸ ਨਹੀਂ ਪਾਓਗੇ, ਜਮਾਂ ਦਾ ਤੁਹਾਡੇ ਤੇ ਕੋਈ ਜ਼ੋਰ ਨਹੀਂ ਚੱਲੇਗਾ। ਇਹ ਹੁਣ ਆਪਾਂ ਵੇਖਣਾ ਵੀ ਆਪਾਂ ਕੀ ਕਰਨਾ, ਜਮਾਂ ਦੇ ਵਸ ਪੈਣਾ ਕਿ ਨਹੀਂ ਪੈਣਾ। ਨਹੀਂ ਪੈਣਾ ਤੇ ਫਿਰ ਸਾਨੂੰ ਆ ਮੰਨਣਾ ਪੈਣਾ ਜਿਹਬਾ ਗੁਣ ਗੋਬਿੰਦ, ਜਿਹਬਾ ਦੇ ਨਾਲ ਗੋਬਿੰਦ ਦੇ ਗੁਣ ਗਾਈਏ ਔਰ ਕੰਨਾਂ ਦੇ ਨਾਲ ਸਰਵਣ ਕਰੀਏ, ਫਿਰ ਤਾਂ ਜਮਾਂ ਦਾ ਜ਼ੋਰ ਨਹੀਂ ਚੱਲੇਗਾ। ਪਰ ਜੇ ਨਹੀਂ, ਮਾਇਆ ਦੇ ਨਸ਼ੇ ਦੇ ਵਿੱਚ ਅੰਨੇ ਹੋਏ ਰਹੇ, ਜਿਵੇਂ ਉਹ ਮਹਾਰਾਜ ਬਾਣੀ 'ਚ ਕਹਿੰਦੇ ਨੇ, ਮਾਇਆ ਧਾਰੀ ਹੱਥ ਅੰਨਾ ਬੋਲਾ। ਅੰਨੇ ਹੋ ਗਏ ਨਾ ਸੁਣੇ, ਦੇਖੇ ਹੀ ਨਹੀਂ ਕੁਝ, ਬੋਲੇ ਹੋ ਗਏ ਸੁਣੇ ਹੀ ਨਹੀਂ ਕੁਝ। ਯਾਦ ਰੱਖਿਓ ਮਹਾਰਾਜ ਕਹਿੰਦੇ ਕਹੋ ਨਾਨਕ ਬਿਨ ਹਰ ਭਜਨ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਮਾਂ ਦੀਆਂ ਫਾਈਆਂ 'ਚ ਪੈਣਾ ਪਵੇਗਾ। ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ। ਮਹਾਰਾਜ ਕਹਿੰਦੇ ਜੇ ਤੁਸੀਂ ਸਦੀਵੀ ਸੁਖ ਚਾਹੁੰਦੇ ਹੋ, ਸਦਾ ਵਾਸਤੇ ਸੁਖ ਚਾਹੁੰਦੇ ਹੋ, ਕੌਣ ਨਹੀਂ ਚਾਹੁੰਦਾ? ਹੱਥ ਖੜੇ ਕਰਾ ਲਈਏ, ਸਾਰਿਆਂ ਦੇ ਹੱਥ ਖੜੇ ਹੋਣਗੇ ਵੀ ਸਾਰੇ ਸੁਖ ਚਾਹੁੰਦੇ ਹੋ। ਸਾਰੇ ਹੀ ਚਾਹੁੰਦੇ ਆ ਆਪਾਂ, ਸੁੱਖਾਂ ਵਾਸਤੇ ਤਾਂ ਇੱਥੇ ਆਉਨੇ ਆ, ਸੁੱਖਾਂ ਤਾਂ ਆਪਾਂ ਅਰਦਾਸ ਕਰਦੇ ਆ। ਮਹਾਰਾਜ ਕਹਿੰਦੇ ਜੇ ਤੁਸੀਂ ਸਦੀਵੀ ਸੁਖ, ਸਦਾ ਸੁਖ ਚਾਹੁੰਦੇ ਹੋ ਤਾਂ ਕੀ ਕਰਨਾ ਪੈਣਾ? ਸ਼ਰਨ ਰਾਮ ਕੀ ਲੇਹ, ਪਰਮੇਸ਼ਰ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਆਓ, ਉਹਦੀ ਓਟ ਤੱਕੋ ਜੀ। ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ। ਮਹਾਰਾਜ ਕਹਿੰਦੇ ਨੇ ਭਾਈ ਦੁਰਲਭ ਮਾਨੁਖ ਦੇਹ, ਇਹ ਜਿਹੜੀ ਮਨੁੱਖਾ ਦੇਹ ਹੈ ਇਹ ਬੜੀ ਦੁਰਲਭ ਹੈ। ਬਾਣੀ 'ਚ ਪੜਿਓ ਬਾਬਾ ਕਬੀਰ ਸਾਹਿਬ ਨੇ ਤੇ ਕੂਕ ਕੂਕ ਕੇ ਆਖਿਆ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਗ ਬਾਰ, ਜਿਉ ਬਨ ਫਲ ਪਾ ਕੇ ਭੋਇੰਗੇ ਰਹਿ ਬਹੁਰ ਨਾ ਲਾਗੈ ਡਾਰ। ਉਦਾਹਰਨਾਂ ਦੇ ਦੇ ਕੇ ਸਮਝਾਇਆ ਜੀ। ਮਾਇਆ ਕਾਰਣ ਧਾਵਹੀ ਮੂਰਖ ਲੋਕ ਅਜਾਨ। ਮਹਾਰਾਜ ਕਹਿੰਦੇ ਮੈਂ ਕੀ ਵੇਖਦਾ, ਇੱਥੇ ਮੂਰਖ ਲੋਕ ਜਿਹੜੇ ਨੇ, ਅਣਜਾਣ ਨੇ, ਬੇਸਮਝ ਨੇ, ਜਿਨ੍ਹਾਂ ਨੂੰ ਇਹ ਸਮਝ ਨਹੀਂ ਹੈ, ਜਿਨ੍ਹਾਂ ਦੀ ਪਕੜ ਦੇ ਵਿੱਚ ਗੱਲ ਨਹੀਂ ਆਈ, ਉਹ ਮਾਇਆ ਦੀ ਪਿੱਛੇ ਹੀ ਭੱਜੇ ਫਿਰੀ ਜਾ ਰਹੇ ਨੇ। ਭੱਜਣਾ ਚਾਹੀਦਾ, ਉਦਮ ਕਰਨਾ ਚਾਹੀਦਾ, ਭੱਜ ਨੱਠ ਕਰਨੀ ਚਾਹੀਦੀ ਹੈ, ਪਰ ਉਸ ਕੰਮ ਲਈ ਜਿਹੜਾ ਸਾਡੇ ਫਾਇਦੇ ਦਾ ਹੋਵੇ, ਜਿਹੜਾ ਸਾਡੇ ਭਲੇ ਦਾ ਹੋਵੇ। ਸਾਨੂੰ ਭੱਜ ਨੱਠ ਕਰਨੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਆਪਣਾ ਭਲਾ ਕਰ ਸਕੀਏ, ਆਪਣੇ ਪਰਿਵਾਰ ਦਾ ਤੇ ਆਪਣੇ ਸਮਾਜ ਦਾ, ਆਪਣੀ ਕੌਮ ਦਾ ਕਰਨਾ ਚਾਹੀਦਾ। ਪਰ ਉਹ ਭੱਜ ਨੱਠ ਕਿਹੜੇ ਕੰਮ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕੱਲੀ ਮਾਇਆ ਪਿੱਛੇ ਭੱਜ ਭੱਜ ਕੇ ਮਾਇਆ ਜੋੜ ਲਈ, ਕੌਡੀ ਕੌਡੀ ਜੋਰ ਕੈ ਜੋਰੈ ਲੱਖ ਕਰੋੜ, ਚਲਤੀ ਵਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਕੀ ਕਰਿਆ ਹੈ? ਇਸ ਕਰਕੇ ਉਹ ਭੱਜ ਦੌੜ ਵੀ ਬੇਕਾਰ ਹੈ, ਉਹ ਦੌੜਨਾ ਵੀ ਕਿਸੇ ਲੇਖੇ 'ਚ ਨਹੀਂ ਹੈ ਜਿਹੜਾ ਸਿਰਫ ਮਾਇਆ ਕਰਕੇ ਹੈ। ਮਾਇਆ ਕਰਕੇ ਨਹੀਂ, ਮਾਇਆ ਚਲੋ ਜ਼ਰੂਰੀ ਹੈ, ਇਹਦੇ ਨਾਲ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਅਸੀਂ ਨਿਭਾਉਣੀਆਂ ਨੇ, ਪਰ ਇੰਨੀ ਭੱਜ ਨੱਠ ਕਿਤੇ ਮਨੁੱਖ ਪਰਮਾਤਮਾ ਦੇ ਮਿਲਣ ਵਾਸਤੇ ਕਰੇ, ਪਰਮਾਤਮਾ ਦੇ ਮਿਲਾਪ ਵਾਸਤੇ ਕਰੇ। ਤੇ ਸਤਿਗੁਰੂ ਸਾਹਿਬ ਇਸ਼ਾਰਾ ਕਰ ਰਹੇ ਨੇ, ਕਹਿੰਦੇ ਜਿਹੜੇ ਸਿਰਫ ਮਾਇਆ ਕਰਕੇ ਭੱਜ ਨੱਠਦੇ ਨੇ ਉਹ ਹੱਦ ਦਰਜੇ ਦੇ ਮੂਰਖ ਨੇ, ਅਜਾਣ ਹੈਗੇ ਹਨ। ਕਹੋ ਨਾਨਕ ਬਿਨ ਹਰਿ ਭਜਨ ਬਿਰਥਾ ਜਨਮ ਸਿਰਾਣ। ਮਹਾਰਾਜ ਕਹਿੰਦੇ ਨੇ ਉਹਨਾਂ ਨੇ ਹਰੀ ਦੇ ਭਜਨ ਵਾਲੇ ਪਾਸੇ ਆਉਣਾ ਹੀ ਨਹੀਂ ਕੀਤਾ, ਹਰੀ ਦੇ
ਦੇ ਭਜਨ ਤੋਂ ਬਿਨਾਂ ਜਨਮ ਬੇਅਰਥ ਹੈ। ਸਾਰਾ ਜਨਮ ਉਹਨਾਂ ਦਾ ਜੀਵਨ ਬੇਅਰਥ ਗਿਆ ਜੀ। ਜੋ ਪ੍ਰਾਨੀ ਨਿਸ ਦਿਨ ਭਜੇ ਰੂਪ RAM ਤਿਹ ਜਾਣ। ਸੁਣੋ ਪਿਆਰਿਓ, ਕਹਿੰਦੇ ਜਿਹੜਾ ਪ੍ਰਾਣੀ ਦਿਨ ਰਾਤ ਉਹਨੂੰ ਸਿਮਰਦਾ, ਦਿਨ ਰਾਤ ਉਹਨੂੰ ਧਿਆਉਂਦਾ ਹੈ, ਰੂਪ RAM ਤਿਹ ਜਾਣ, ਉਹਨੂੰ ਪ੍ਰਮਾਤਮਾ ਦਾ ਹੀ ਰੂਪ ਜਾਣੋ। ਹਰ ਕਾ ਸੇਵਕ ਹਰ ਹੀ ਜਿਹਾ, ਇਸ ਤਰ੍ਹਾਂ ਦੇ तमाम ਇਸ਼ਾਰੇ ਮਿਲਦੇ ਨੇ। ਕਹਿੰਦੇ ਨੇ ਰੂਪ RAM ਤਿਹ ਜਾਣ, ਉਹਨੂੰ ਪ੍ਰਮਾਤਮਾ ਦਾ ਹੀ ਰੂਪ ਜਾਣਨਾ ਕਰੋ ਜੀ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਹਰੀ ਦਾ ਜਨ ਤੇ ਹਰੀ ਦੇ ਵਿੱਚ ਮਾਸਾ ਭਰ ਵੀ ਅੰਤਰ ਨਹੀਂ ਹੈ, ਕੋਈ ਫਰਕ ਨਹੀਂ ਹੈ। ਇਸ ਗੱਲ ਨੂੰ ਸੱਚ ਮੰਨ ਲੈਣਾ ਕਰੋ ਜੀ। ਮਨ ਮਾਇਆ ਮੈਂ ਫਦ ਰਹਿਓ, ਵਿਸਰਿਓ ਗੋਬਿੰਦ ਨਾਮ। ਕੈਸੀ ਵਿਡੰਬਨਾ ਔਰ ਕੈਸਾ ਦੁਖਾਂਤ ਹੈ, ਕੈਸੀ ਟ੍ਰੈਜਡੀ ਹੈ। ਕਹਿੰਦੇ ਮਨੁੱਖ ਦਾ ਮਨ ਮਾਇਆ ਮੈਂ ਫਦ ਰਹਿਓ, ਐਨ ਫਸਿਆ ਪਿਆ, ਉਲਝਿਆ ਪਿਆ। ਵਿਸਰਿਓ ਗੋਬਿੰਦ ਨਾਮ, ਪਰਮੇਸ਼ਰ ਦਾ, ਮਾਲਕ ਦਾ, ਗੋਬਿੰਦ ਦਾ ਨਾਮ ਇਹਨੂੰ ਭੁੱਲਿਆ ਪਿਆ ਹੈ। ਕਹੋ ਨਾਨਕ ਬਿਨ ਹਰ ਭਜਨ, ਜੀਵਨ ਕੌਨੇ ਕਾਮ। ਮਹਾਰਾਜ ਕਹਿੰਦੇ ਜੀਵਨ ਹਰੀ ਦੇ ਭਜਨ ਤੋਂ ਬਿਨਾਂ ਕਿਸ ਲੇਖੇ ਹੈ। ਪੜ੍ਹਿਓ ਭਗਤ ਰਵਿਦਾਸ ਜੀ ਨੂੰ, ਉਹਨਾਂ ਨੇ ਬਚਨ ਕੀਤੇ ਨੇ। ਕਹਿੰਦੇ ਦੁਰਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੈ, ਰਾਜੇ ਇੰਦਰ ਸਮਸਰ ਗ੍ਰਹਿ ਆਸਣ, ਬਿਨ ਹਰ ਭਗਤ ਕਹੋ ਕਿਹੇ ਲੇਖੈ। ਬੰਦਾ ਇੰਦਰ ਦੇਵਤੇ ਵਰਗੀਆਂ ਸੁੱਖ ਸਹੂਲਤਾਂ ਪ੍ਰਾਪਤ ਹੋ ਜਾਣ, ਪਰ ਬਿਨ ਹਰ ਭਜਨ, ਹਰੀ ਦਾ ਭਜਨ ਨਹੀਂ ਜਪਿਆ, ਨਹੀਂ ਕੀਤਾ, ਕਹੋ ਕਿਹੇ ਲੇਖੈ। ਇਹ ਜੀਵਨ ਕਿਸ ਲੇਖੇ ਹੈ, ਇਹ ਲੇਖੇ ਵਿੱਚ ਨਹੀਂ ਪੈਂਦਾ ਜੀ। ਪ੍ਰਾਨੀ RAM ਨ ਚੇਤਈ, ਮਦ ਮਾਇਆ ਕੈ ਅੰਧ। ਦੇਖੋ ਪ੍ਰਾਣੀ ਜਿਹੜਾ ਸੀ ਮਾਇਆ ਦੇ ਵਿੱਚ ਐਨ ਅੰਨਾ ਹੋਇਆ ਪਿਆ ਹੈ, RAM ਨੂੰ ਚੇਤੇ ਨਹੀਂ ਕਰਦਾ, ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਕਹੋ ਨਾਨਕ ਹਰ ਭਜਨ ਬਿਨ, ਪਰਤ ਤਾਹੇ ਜਮ ਫੰਦ। ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਬਚਨ ਕਰ ਰਹੇ ਨੇ, ਸਮਝਾ ਰਹੇ ਨੇ, ਹਰੀ ਦੇ ਭਜਨ ਤੋਂ ਬਿਨਾਂ ਪਰਤ ਤਾਹੇ ਜਮ ਫੰਦ। ਜਮਾਂ ਦੀਆਂ ਫਾਈਆਂ ਪੈ ਜਾਣੀਆਂ ਨੇ, ਔਗਣਾਂ ਦੀਆਂ ਫਾਈਆਂ ਨੇ ਜਕਟ ਲੈਣਾ ਹੈ। ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨ ਕੋਏ। ਕੋਈ ਔਖਾ ਨਹੀਂ ਇਹ ਗੱਲ ਸਮਝਣੀ, ਸਾਰਿਆਂ ਨੇ ਹੰਢਾਇਆ ਹੋਇਆ, ਅਸੀਂ ਸਾਰੇ ਇਹ ਹੰਢਾਉਨੇ ਆ। ਸੁੱਖ ਆ ਜਾਣ, 3600 ਬੰਦਾ ਤੁਹਾਡੇ ਘਰੇ ਆ ਕੇ ਫਤਿਹ ਬੁਲਾਉਂਦਾ ਹੈ, ਘਰੇ ਆ ਕੇ ਬੂਹੇ ਖੜਕਾ ਕੇ ਸਤਿ ਸ੍ਰੀ ਅਕਾਲ ਬੁਲਾਉਣਾ ਆਉਂਦਾ। ਡੱਬੇ ਲੱਡੂਆਂ ਦੇ ਚੱਕੀ ਆਉਂਦੇ ਨੇ ਜਦੋਂ ਕੋਈ ਪ੍ਰਾਪਤੀ ਹੋ ਜਾਂਦੀ ਹੈ, ਬੰਦਾ ਜਿਹੜਾ ਸੀ ਸੰਪਰਕ ਕਾਇਮ ਕਰਦਾ। ਪਰ ਮਹਾਰਾਜ ਜਿਹੜਾ ਇਸ਼ਾਰਾ ਕਰ ਰਹੇ ਨੇ, ਜਦੋਂ ਕੋਈ ਦੁੱਖ ਆ ਜਾਏ ਤੇ ਆਪਣੇ ਵੀ ਪਾਸਾ ਵੱਟ ਜਾਂਦੇ ਨੇ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਉ ਨ ਆਵਤ ਨੇਰੇ। ਇਹ ਸੱਚ ਹੈ, ਇਹ ਸਾਡੇ ਨਾਲ, ਸਾਡੇ ਤੋਂ ਪਹਿਲਾਂ ਲੱਖਾਂ ਹੀ ਬੰਦਿਆਂ ਨਾਲ ਐਸਾ ਹੋਇਆ, ਹੁਣ ਵੀ ਇਹਨੂੰ ਅਸੀਂ ਐਸਾ ਵੇਖ ਸਕਦੇ ਹਾਂ। ਮਹਾਰਾਜ ਕੀ ਵਚਨ ਕਰ ਰਹੇ ਨੇ, ਕਹਿੰਦੇ ਸੁਖ ਮੈਂ ਬਹੁ ਸੰਗੀ ਭਏ। ਸੁਖ ਹੋਣ ਤੇ ਬਹੁਤ ਸਾਰੇ ਤੁਹਾਡੇ ਸੰਗੀ ਸਾਥੀ, ਤੁਹਾਡੇ ਫਰੈਂਡ ਬਣ ਜਾਣਗੇ, ਦੋਸਤ ਬਣ ਜਾਣਗੇ, ਦਾਇਰਾ ਵੱਧ ਜਾਏਗਾ। ਪਰ ਦੁੱਖ ਮੈਂ ਸੰਗ ਨਾ ਕੋਏ, ਦੁੱਖ ਆ ਜਾਣ ਤੇ ਕੋਈ ਤੁਹਾਡਾ ਸਾਥ ਨਹੀਂ ਦਿੰਦਾ। ਜਿਹੜੇ ਮਿੱਤਰ ਹੁੰਦੇ ਨੇ ਉਹ ਵੀ ਭੱਜ ਜਾਂਦੇ ਹਨ। ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਮਹਾਰਾਜ ਸਾਡੇ ਭਲੇ ਲਈ ਕਹਿ ਰਹੇ ਨੇ, ਕਹਿੰਦੇ ਐਵੇਂ ਚੱਕਰਾਂ 'ਚ ਨਾ ਪਿਓ ਬਹੁਤੇ ਫਰੈਂਡ ਬਣਾਉਣ ਦੇ। ਅੱਜ ਦਾ ਜਿਹੜਾ ਸੀ ਟ੍ਰੈਂਡ ਚੱਲਿਆ ਹੋਇਆ ਵੀ ਅਸੀਂ ਤੁਹਾਡਾ ਫਰੈਂਡਲੀ ਸਰਕਲ ਏਡਾ ਵੱਡਾ ਹੈ, ਕਿਉਂਕਿ ਰਜਾਈ 'ਚ ਬੈਠੇ ਨੇ ਬਣਾਈ ਜਾਣੇ ਨਾ ਬੈੱਡ ਤੇ। ਉਹ ਫੇਸਬੁੱਕ ਹੈ, ਉਹ ਕਈ ਇਸ ਤਰ੍ਹਾਂ ਦੇ ਯੰਤਰ ਨੇ ਵੀ ਉਹ ਫੇਸ ਬਸ ਵੀ ਇੰਨੇ ਮੇਰੇ ਇੰਨੇ ਹਜ਼ਾਰ ਫਰੈਂਡ ਹੋ ਗਏ ਨੇ, ਇੰਨੇ ਦੋਸਤ ਹੋ ਗਏ ਨੇ, ਮੇਰੇ ਇੰਨੇ ਮਿੱਤਰ ਹੋ ਗਏ ਨੇ। ਪਰ ਵਾਹਿਗੁਰੂ ਸੁੱਖ ਰੱਖੇ, ਕਦੇ ਲੋੜ ਪੈ ਜਾਏ ਨਾ, ਤੁਸੀਂ ਇਹਨਾਂ ਫੇਸਬੁੱਕੀ ਮਿੱਤਰਾਂ ਨੂੰ ਆਵਾਜ਼ ਮਾਰ ਕੇ ਵੇਖਿਓ, ਅਗਲਿਆਂ ਨੇ ਸਾਰਾ ਸੰਪਰਕ ਤੋੜ ਲੈਣਾ ਤੁਹਾਡੇ ਨਾਲੋਂ, ਡਿਲੀਟ ਕਰ ਦੇਣੇ ਨੇ ਸਾਰੇ। ਔਰ ਜਿਹੜੀਆਂ ਫਰੈਂਡ ਰਿਕੁਐਸਟ ਹੁੰਦੀਆਂ ਨੇ ਸਾਰੀਆਂ ਇੱਧਰ ਉੱਧਰ ਹੋ ਜਾਂਦੀਆਂ ਨੇ। ਔਰ ਜਦੋਂ ਕੋਈ ਇਸ ਤਰ੍ਹਾਂ ਦੀ ਖੇਡ ਬਣ ਜਾਂਦੀ ਹੈ, ਮਹਾਰਾਜ ਕਹਿੰਦੇ ਇੰਨੇ ਸੰਗੀ ਬਣਾਉਣ ਦਾ ਫਾਇਦਾ ਕੀ ਹੈ ਜਿਹੜਾ ਕੋਈ ਸਾਥ ਹੀ ਨਾ ਦੇ ਸਕੇ। ਇੱਥੇ ਕੀ ਹੈ, ਕਹੋ ਨਾਨਕ ਹਰ ਭਜ ਮਨਾ। ਮਹਾਰਾਜ ਕਹਿੰਦੇ ਮੇਰੇ ਮਨ ਹਰੀ ਨੂੰ ਭਜ, ਹਰੀ ਨੂੰ ਮਿੱਤਰ ਬਣਾ, ਆਪਣਾ ਪਰਮਾਤਮਾ ਨੂੰ ਮਿੱਤਰ ਬਣਾ, ਜਿਹੜਾ ਅੰਤ ਸਹਾਈ ਹੋਏ, ਜਿਹਨੇ ਤੇਰੀ ਅੰਤ ਨੂੰ ਸਹਾਇਤਾ ਕਰਨੀ ਹੈ। ਸਭੈ ਭਜੋ ਆਸਰਾ, ਚੁੱਕੈ ਸਭ ਸਰਾਹੋ, ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਾਤੀ ਵਾਓ। ਖੜਨ ਵਾਲਾ ਉਹੀ ਹੈ, ਜਦੋਂ ਆਪਣੇ ਨਹੀਂ ਕੋਈ ਖੜਦਾ ਨਾ, ਸਾਰੇ ਭੱਜ ਜਾਂਦੇ ਨੇ। ਬਿਪਤ ਪਰੀ ਸਭ ਹੀ ਸੰਗ ਛਾੜਤ, ਉਦੋਂ ਪ੍ਰਮਾਤਮਾ ਹੀ ਖੜਦਾ। ਨਾਲੇ ਜਿਨ੍ਹਾਂ ਦੇ ਸਥਾਨ ਤੇ ਆਪਾਂ ਬੈਠੇ ਆ, ਜਿੱਥੇ ਆਪਾਂ ਨੂੰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ, ਕਦੇ ਉਹਨਾਂ ਦੇ ਜੀਵਨ ਵੱਲ ਝਾਕ ਤੇ ਮਾਰੋ। ਅਨੰਦਪੁਰ ਸਾਹਿਬ ਦੇ ਕਿਲਿਆਂ ਨੂੰ ਛੱਡਣਾ ਪਿਆ, ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਛੱਡਿਆ ਉਹ ਸਾਰਾ ਸਮਾਂ ਨਹੀਂ ਹੈ।
ਮਾਸ਼ੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਸੀ ਸਰਸਾ ਦੇ ਕੰਢੇ ਤੇ ਘਮਾਸ਼ਾਨ ਦੀ ਜੰਗ, ਚਮਕੌਰ ਦੀ ਲੜਾਈ, ਚਮਕੌਰ ਦੀ ਗੜੀ ਦੀ, ਫਿਰ ਮਹਾਰਾਜ ਚਲੋ ਜਿਵੇਂ ਵੀ ਮਾਛੀਵਾੜੇ ਦੇ ਜੰਗਲਾਂ ਚ ਆਏ ਨੇ, ਇੱਥੇ ਆ ਕੇ ਮਹਾਰਾਜ ਨੇ ਟਿੰਡ ਦਾ ਸਰਾਣਾ ਲਾ ਕੇ ਜਿਵੇਂ ਪ੍ਰਮਾਤਮਾ ਪਰਮੇਸ਼ਰ ਪ੍ਰਤੀ ਸ਼ਬਦ ਉਚਾਰਨ ਕੀਤੇ ਨੇ, ਆਪਾਂ ਪੜ੍ਹਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਗੁਰੂ ਸਾਹਿਬ ਨੇ ਆਪਣਾ ਮਿੱਤਰ ਹੀ ਉਸੇ ਨੂੰ ਬਣਾਇਆ ਸੀ। ਇਸੇ ਕਰਕੇ ਮਹਾਰਾਜ ਨੇ ਕਦੇ ਹੌਸਲਾ ਨਹੀਂ ਹਾਰਿਆ, ਕਦੇ ਢਹਿੰਦੀਆਂ ਕਲਾਂ 'ਚ ਨਹੀਂ ਗਏ, ਕਦੇ ਹਾਰ ਨਹੀਂ ਮੰਨੀ। ਔਖੀਆਂ ਤੋਂ ਔਖੀਆਂ ਜਿਹੜੀਆਂ ਅਸੀਂ ਘੜੀਆਂ ਦੇਖਣੀਆਂ ਪਈਆਂ, ਜਾਂ ਇਉਂ ਕਹਿ ਲਓ ਵੀ ਮੁਸ਼ਕਲਾਂ ਬਹੁਤ ਆਈਆਂ, ਜੰਗ ਜੁੱਧ ਬਹੁਤ ਆਏ, ਵੱਡੀਆਂ ਲੜਾਈਆਂ ਹੋਈਆਂ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਤਮਾ ਨੂੰ ਹੀ ਆਪਣਾ ਅੰਗੀ ਜਿਹੜਾ ਸੀ ਮਿੱਤਰ ਮੰਨਿਆ ਹੋਇਆ। ਇਸ ਕਰਕੇ ਸਤਿਗੁਰੂ ਕਹਿੰਦੇ ਉਸ ਨੂੰ ਆਪਣਾ ਮਿੱਤਰ ਮੰਨੋ ਜਿਹੜਾ ਅੰਤ ਨੂੰ ਤੁਹਾਡੀ ਸਹਾਇਤਾ ਕਰਨ ਵਾਲਾ ਹੈ। ਆ ਜਿੰਨੇ ਵੀ ਆਪਣੇ ਮਿੱਤਰ ਨੇ, ਇਹਨਾਂ ਨੂੰ ਅੰਤ ਨੂੰ ਕਿਸੇ ਨੇ ਕੰਮ ਨਹੀਂ ਆਉਣਾ ਜੀ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਜਿਹੜਾ ਜਮਾਂ ਦਾ ਡਰ ਹੈ ਇਹ ਛੇਤੀ ਦੇ ਨਾਲ ਮੁੱਕਦਾ ਨਹੀਂ ਹੈ। ਜਨਮਾਂ ਜਨਮਾਤਰਾਂ ਤੋਂ ਆਪਾਂ ਭਟਕਦੇ ਆਉਨੇ ਆ। ਜਿਵੇਂ ਸਾਡਾ ਅੰਤਲਾ ਸਮਾਂ ਆਉਂਦਾ, ਅਗਲਾ ਜਨਮ ਮਿਲ ਜਾਂਦਾ ਹੈ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਮਹਾਰਾਜ ਕਹਿੰਦੇ ਹਰੀ ਨੂੰ ਭਜ ਤੇ ਨਿਰਭੈ ਪਾਵਹਿ ਬਾਸ। ਤੇਰੀ ਉਹ ਅਵਸਥਾ ਹੋ ਜਾਏਗੀ, ਜਿਵੇਂ ਆਪਾਂ ਪੜ੍ਹਦੇ ਹਾਂ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਸ ਨਿਰਭਉ ਨੂੰ ਧਿਆਉਣਾ ਕਰ ਤਾਂ ਕਿ ਤੂੰ ਵੀ ਨਿਰਭੈਤਾ ਪਦਵੀ ਤੇ ਪਹੁੰਚ ਜਾਵੇ ਜੀ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਬਹੁਤ ਯਤਨ ਕੀਤੇ ਮਹਾਰਾਜ ਕਹਿੰਦੇ, ਪਰ ਮਨ ਦਾ ਜਿਹੜਾ ਮਾਣ ਹੈ ਇਹ ਮਿਟਿਆ ਨਹੀਂ ਜੀ। ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਮੇਰਾ ਜਿਹੜਾ ਮਨ ਹੈ ਗੁਰਮਤ ਤੋਂ ਪਾਸੇ ਜਾ ਕੇ ਦੁਰਮਤ ਦੇ ਵਿੱਚ ਫਸ ਗਿਆ। ਦੁਰਮਤ ਤੇ ਗੁਰਮਤ ਦੋ ਆਪਾ ਵਿਰੋਧੀ ਚੀਜ਼ਾਂ ਨੇ। ਅਸੀਂ ਗੁਰਮਤ ਲੈਣ ਆਉਨੇ ਆ, ਦੁਰਮਤ ਅਸਾਂ ਨੇ ਛੱਡਣੀ ਹੈ। ਦੁਰਮਤ ਸਾਡਾ ਬੇੜਾ ਗਰਕ ਕਰਦੀ ਹੈ। ਜਿਹੜੀ ਦੁਰਮਤ ਹੈ ਸਤਿਆਨਾਸ਼ ਕਰ ਦਿੰਦੀ ਹੈ। ਗੁਰਮਤ ਦੇ ਨਾਲ ਸਾਡਾ ਪਾਰ ਉਤਾਰਾ ਹੋਣਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਸੀ ਗੁਰ ਕੀ ਮੱਤ ਤੂੰ ਲਿਹ ਆਨੇ। ਚਲੋ ਕਹਿੰਦੇ ਦੁਰਮਤ ਸਿਓ ਨਾਨਕ ਫਦਿਓ, ਇਹ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ। ਕਹਿੰਦੇ ਨੇ ਜੀਵ ਦੁਰਮਤ ਦੇ ਵਿੱਚ ਫਸ ਕੇ ਰਹਿ ਗਿਆ। ਇੱਥੇ ਨਾਨਕ ਫਦਿਓ ਦਾ ਮਤਲਬ ਨਾਨਕ ਨਹੀਂ ਫਸਿਆ, ਉਹਨੇ ਤੇ ਸਾਨੂੰ ਕੱਢਿਆ ਮਹਾਰਾਜ ਜੀ ਨੇ। ਤੇ ਇਹਨੂੰ ਥੋੜਾ ਜਿਹਾ ਧਿਆਨ ਨਾਲ ਇਹਦਾ ਪਾਠ ਕਰਨਾ ਹੈ, ਔਰ ਇਹਦੇ ਅਰਥ ਹੋਰ ਵੀ ਧਿਆਨ ਨਾਲ ਕਰਨੇ ਨੇ। ਦੁਰਮਤ ਸਿਓ ਨਾਨਕ ਫਦਿਓ, ਮਤਾਂ ਕੋਈ ਕੱਲ ਨੂੰ ਬਾਣੀ ਦਾ ਵਿਰੋਧੀ ਕਹਦੇ ਲਓ ਵੀ ਤੁਹਾਡਾ ਬਾਬਾ ਤੇ ਆਪੇ ਕਹੀ ਜਾ ਰਿਹਾ ਹੈ, ਐਸਾ ਨਹੀਂ ਹੈ। ਮਹਾਰਾਜ ਨੇ ਤਾਂ ਮਾਇਆ ਦੇ ਵਿੱਚ ਗਰਕ ਹੋਇਆਂ ਨੂੰ ਕੱਢਿਆ, ਦੁਰਮਤ ਦੇ ਧਾਰਨੀਆਂ ਨੂੰ ਗੁਰਮਤ ਬਖਸ਼ਿਸ਼ ਕੀਤੀ ਹੈ। ਇੱਥੇ ਮਹਾਰਾਜ ਕਹਿੰਦੇ ਜੀਵ ਦੁਰਮਤ ਦੇ ਵਿੱਚ ਫਸ ਗਿਆ। ਅਰਦਾਸ ਕਰੇ ਜੀਵ ਰਾਖ ਲਿਓ ਭਗਵਾਨ, ਹੈ ਪ੍ਰਮਾਤਮਾ ਮੈਨੂੰ ਦੁਰਮਤ ਤੋਂ ਬਚਾ ਲਓ ਜੀ। ਬਾਲ ਜਵਾਨੀ ਹਰ ਬਿਰਧ ਫੁਨ, ਤੀਨ ਅਵਸਥਾ ਜਾਣ। ਜੀਵਨ ਦੀਆਂ ਤਿੰਨ ਅਵਸਥਾਵਾਂ ਨੇ, ਬਚਪਨ, ਜਵਾਨੀ ਤੇ ਬੁਢੇਪਾ ਹੈਗਾ ਹੈ। ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਪਰ ਜੇ ਬਚਪਨ, ਜਵਾਨੀ, ਬੁਢੇਪੇ ਚ ਨਾਮ ਨਹੀਂ ਜਪਿਆ ਤੇ ਤਿੰਨੇ ਅਵਸਥਾਵਾਂ ਬੇਅਰਥ ਗਈਆਂ ਜੀ। ਕਰਨੋ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਮਹਾਰਾਜ ਕਹਿੰਦੇ ਜਿਹੜਾ ਕੰਮ ਕਰਨ ਆਇਆ ਸੀ ਉਹ ਕੀਤਾ ਹੀ ਨਹੀਂ ਹੈ। ਕਰਨੋ ਤੋ ਸੋ ਨਾ ਕੀਓ, ਜਿਹੜਾ ਕੰਮ ਕਰਨ ਲਈ ਆਇਆ ਸੀ, ਜਿਹੜਾ ਜੀਵਨ ਦਾ ਮਕਸਦ ਸੀ, ਏਮ ਦਾ ਲਾਈਫ ਦਾ ਏਮ ਸੀਗਾ, ਉਸ ਪਾਸੇ ਧਿਆਨ ਨਹੀਂ ਦਿੱਤਾ। ਕਰਨ ਕੀ ਲੱਗ ਗਿਆ? ਲੋਭ ਦੇ ਵਿੱਚ ਫਸ ਕੇ ਰਹਿ ਗਿਆ ਹੈ। ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਵਤ ਅੰਧ। ਹੁਣ ਰੋਣ ਦਾ ਕੀ ਫਾਇਦਾ ਹੈ ਜਦੋਂ ਕਰਨ ਵਾਲਾ ਕੰਮ ਕੀਤਾ ਹੀ ਕੋਈ ਨਹੀਂ। ਹੁਣ ਤੇ ਸਿਰਫ ਪਛਤਾਵਾ ਹੈ, ਹੁਣ ਰੋਣ ਨਾਲ ਕੁਝ ਵੀ ਨਹੀਂ ਬਣਨਾ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਣ ਮੀਤ। ਇਹ ਜਿਹੜਾ ਮਨ ਹੈ ਮਾਇਆ ਦੇ ਵਿੱਚ ਪੂਰੀ ਤਰ੍ਹਾਂ ਫਸ ਗਿਆ, ਨਿਕਲਦਾ ਨਹੀਂ ਹੈ। ਨਾਨਕ ਮੂਰਤ ਚਤਰ ਜਿਉ, ਛਾੜਤ ਨਾਹਣ ਭੀਤ। ਜਿਵੇਂ ਕੰਧ ਦੇ ਉੱਪਰ ਮੂਰਤੀ ਚਿਤਰੀ ਹੋਵੇ, ਆਪਾਂ ਮੂਰਤੀ ਨੂੰ ਵੱਖ ਥੋੜੋ ਕਰ ਸਕਦੇ ਹਾਂ। ਕੰਧ ਟੁੱਟ ਜਾਏਗੀ, ਇੱਟਾਂ ਇੱਟਾਂ ਹੋ ਜਾਏਗੀ, ਪਰ ਮੂਰਤੀ ਵੱਖ ਨਹੀਂ ਹੋਵੇਗੀ। ਇਸੇ ਤਰ੍ਹਾਂ ਮਨੁੱਖ ਦਾ ਮਨ ਜਿਹੜਾ ਸੀ ਮਾਇਆ ਵਿੱਚ ਐਨ ਖਚਤ ਹੋਇਆ ਹੈ। ਨਰ ਚਾਹਤ ਕਛ ਔਰੈ ਕੀ ਔਰੈ ਭਈ। ਮਨੁੱਖ ਚਾਹੁੰਦਾ ਕੁਝ ਹੋਰ ਹੈ, ਵਰਤ ਕੁਝ ਹੋਰ ਜਾਂਦਾ ਹੈ। ਇਹ ਆਪਾਂ ਆਪਣੇ ਜੀਵਨ ਦੇ ਵਿੱਚੋਂ ਚੰਗੀ ਤਰ੍ਹਾਂ ਵੇਖ ਸਕਦੇ ਹਾਂ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਔਰ ਕਹਿੰਦੇ ਚਿਤਵਤ ਰਹਿਓ ਠਗੌਰ, ਠੱਗੀਆਂ ਹੋਰਾਂ ਨਾਲ ਮਾਰਨ ਦੀਆਂ ਸਕੀਮਾਂ ਬਣਾਉਂਦਾ ਰਿਹਾ, ਸੋਚਦਾ ਰਿਹਾ ਚਿੱਤ ਦੇ ਵਿੱਚ ਵੀ ਇਹਨੂੰ ਖੁੱਡੇ ਲਾ ਦੇਣਾ ਆਪਾਂ ਨੇ, ਇਹਦੀ ਲੱਤ ਖਿੱਚ ਦੇਣੀ ਹੈ, ਹੁਣ ਇਹਨੂੰ ਪਟਕਾ ਕੇ ਮਾਰਨਾ ਹੈ, ਇਹਨੂੰ ਖਿੱਚ ਦੇਣਾ, ਇਹਨੂੰ ਨਹੀਂ ਅੱਗੇ ਜਾਣ ਦੇਣਾ। ਚਿਤਵਤ ਰਹਿਓ ਠਗੌਰ, ਚਿੱਤ ਵਿੱਚ ਇਹ ਕਰਦਾ ਰਿਹਾ। ਨਾਨਕ ਫਾਸੀ ਗਲ ਪਰੀ, ਪਰ ਗਲ ਚ ਫਾਹੀ ਆਪਣੇ ਪੈ ਗਈ।
ਟੋਏ ਲੋਕਾਂ ਲਈ ਪੁੱਟਦਾ ਰਿਹਾ, ਚੱਕ ਕੇ ਮਹਾਰਾਜ ਨੇ ਟੋਏ ਚਾਪ ਮਾਰਿਆ। ਐਸਾ ਹੁੰਦਾ ਨਾ, ਮਹਾਰਾਜ ਕਹਿੰਦੇ ਬਹੁਤੇ ਲੋਕ ਇੱਥੇ ਖੜੇ ਨੇ, ਨਰ ਚਾਹਤ ਕਛ ਔਰ, ਚਾਹੁੰਦੇ ਕੁਝ ਹੋਰ ਨੇ, ਵਾਪਰ ਕੁਝ ਹੋਰ ਜਾਂਦਾ ਹੈ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕਿਓ ਨਾ ਕੋਏ। ਸਾਰੀ ਦੁਨੀਆ, ਸਾਰਾ ਸੰਸਾਰ ਸੁੱਖਾਂ ਲਈ ਯਤਨ ਕਰ ਰਿਹਾ ਹੈ, ਭੱਜ ਨੱਠ ਕਰ ਰਿਹਾ ਹੈ, ਕੋਸ਼ਿਸ਼ਾਂ ਕਰ ਰਿਹਾ ਹੈ, ਦੁੱਖਾਂ ਲਈ ਕੋਈ ਕੁਝ ਨਹੀਂ ਕਰਦਾ ਜੀ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਮਹਾਰਾਜ ਕਹਿੰਦੇ ਹੁੰਦਾ ਹੋਈ ਹੈ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ। ਇਹਦਾ ਮਤਲਬ ਪਤਾ ਕੀ ਹੈ, ਵੀ ਜਿਹੜੇ ਲੋਕ ਨਿਰਾ ਸੁੱਖਾਂ ਲਈ ਯਤਨ ਕਰਦੇ ਨੇ, ਕੀ ਉਹਨਾਂ ਨੂੰ ਦੁੱਖ ਨਹੀਂ ਆਉਂਦੇ? ਕਦੇ ਉਹਨਾਂ ਨੂੰ ਵੀ ਆਉਂਦੇ ਨੇ। ਸੁੱਖ ਕੈ ਹੇਤ ਬਹੁਤ ਦੁੱਖ ਪਾਵਤ, ਐਸੀ ਵੀ ਖੇਡ ਵਾਪਰ ਜਾਂਦੀ ਹੈ। ਹੁੰਦਾ ਹੋਈ ਹੈ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ, ਜਿਹਦੇ ਬਾਰੇ ਮਹਾਰਾਜ ਕਹਿੰਦੇ ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਇਸ਼ਾਰਾ ਕਰਦੇ ਹਨ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਾ ਜਗਤ ਭਿਖਾਰੀ ਹੈ, ਸਾਰਾ ਸੰਸਾਰ ਪਰਮਾਤਮਾ ਦੇ ਦਰ ਦਾ ਮੰਗਤਾ ਹੈਗਾ, ਤੇ ਦਾਤਾ ਤੇ ਕੋਈ ਇੱਕ ਪਰਮੇਸ਼ਰ ਹੈ, ਜਿਹਦੇ ਬਾਰੇ ਮਹਾਰਾਜ ਕਹਿੰਦੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ ਕਹਿਆ ਹੈ। ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵਹਿ ਕਾਮ। ਮਹਾਰਾਜ ਕਹਿੰਦੇ ਉਹਨੂੰ ਸਿਮਰ ਮੇਰੇ ਮਨ, ਤੇਰੇ ਸਾਰੇ ਕੰਮ ਪੂਰੇ ਹੋ ਜਾਣਗੇ, ਕੋਈ ਕੰਮ ਅੜਿਆ ਨਹੀਂ ਰਹੇਗਾ। ਝੂਠੈ ਮਾਨ ਕਹਾਂ ਕਰੈ, ਜਗ ਸੁਪਨੇ ਜਿਉ ਜਾਣ। ਉਹ ਭਾਈ ਝੂਠੇ ਪਦਾਰਥਾਂ ਦਾ ਕਾਹਦਾ ਮਾਣ ਕਰਦਾ ਹੈ, ਕਾਹਦਾ ਹੰਕਾਰ ਕਰਦਾ ਹੈ, ਕਿਹੜੀਆਂ ਚੀਜ਼ਾਂ ਵੇਖ ਵੇਖ ਕੇ ਫੁੱਲੀ ਜਾਂਦਾ, ਚੌੜਾ ਹੋ ਕੇ ਤੁਰਦਾ ਹੈ। ਇਹ ਤਾਂ ਸੁਪਨੇ ਦੀ ਨਹੀਂ ਆਈ ਹੈ, ਬਸ ਜਗ ਸੁਪਨੇ ਜਿਉ ਜਾਣ, ਸੁਪਨੇ ਤੋਂ ਬਾਅਦ ਇਹਨੂੰ ਕੁਝ ਨਾ ਜਾਣੇ। ਮਹਾਰਾਜ ਸਮਝਾ ਰਹੇ ਹਨ। ਇਨ ਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਮਹਾਰਾਜ ਸੱਚੇ ਪਾਤਸ਼ਾਹ ਜੀ ਵਿਖਿਆਨ ਕਰ ਰਹੇ ਨੇ, ਸਮਝਾ ਰਹੇ ਨੇ। ਕਹਿੰਦੇ ਇਨ ਮੈਂ ਕਛ ਤੇਰੋ ਨਹੀਂ, ਇਹਦੇ ਵਿੱਚੋਂ ਕੁਝ ਵੀ ਤੇਰਾ ਨਹੀਂ ਹੈ। ਸੁਪਨੇ ਦੇ ਵਿੱਚ ਜੋ ਕੁਝ ਵੀ ਮਿਲ ਜਾ, ਜਿੰਨਾ ਮਰਜ਼ੀ ਜ਼ੋਰ ਲਾ ਲਓ ਵੀ ਇਹ ਮੈਂ ਜਾਣ ਨਹੀਂ ਦੇਣਾ, ਉਹ ਤੁਹਾਡੇ ਕੋਲ ਆਉਂਦਾ ਹੀ ਨਹੀਂ ਹੈ। ਬਸ ਇਸੇ ਕਰਕੇ ਇਹਨਾਂ ਦਾ ਮਾਣ ਕਰਨਾ ਸੁਪਨੇ 'ਚ ਮਿਲੇ ਹੋਏ ਪਦਾਰਥਾਂ ਦੇ ਮਾਣ ਕਰਨ ਦੇ ਬਰਾਬਰ ਹੈ। ਅੱਖ ਖੁੱਲੀ ਤੇ ਸਾਰਾ ਕੁਝ ਚੂਰ ਚੂਰ ਹੋ ਜਾਵੇਗਾ। ਗਰਭ ਕਰਤ ਹੈ ਦੇਹ ਕੋ, ਬਿਨਸੈ ਛਿਨ ਮੈਂ ਮੀਤ। ਮਹਾਰਾਜ ਕਹਿੰਦੇ ਮਨੁੱਖ ਦੇਹ ਦਾ ਹੀ ਗਰਭ ਕਰੀ ਜਾਂਦਾ ਹੈ, ਹੰਕਾਰ ਕਰੀ ਜਾਂਦਾ ਹੈ। ਨਾਲੇ ਇਹ ਜਿਹੜਾ ਸਰੀਰ ਹੈ ਨਾ, ਤਾਂ ਅੱਖ ਦੇ ਫੋਰੇ 'ਚ ਖਤਮ ਹੋ ਜਾਂਦਾ ਹੈ। ਮਾੜਾ ਜਿਹਾ, ਜਿਹਨੂੰ ਬਾਬਾ ਜੀ ਕਹਿੰਦੇ ਨੇ ਇਤਨਾ ਕੁ ਲੱਗਾ ਠਨਕਾ, ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਮਾੜੀ ਜੀ ਠੋਕਰ ਵੱਜਣ ਦੀ ਦੇਰ ਹੈ, ਜਿਵੇਂ ਘੜਾ ਠੀਕਰੀ ਠੀਕਰੀ ਹੋ ਜਾਂਦਾ, ਐਸੇ ਤਰ੍ਹਾਂ ਮਹਾਰਾਜ ਤੰਦਰੁਸਤੀਆਂ ਬਖਸ਼ੇ। ਪਰ ਸੱਚ ਇਹੀ ਹੈ, ਇਹ ਪ੍ਰਾਨੀ ਹਰ ਜਸ ਕਹਿਓ, ਨਾਨਕ ਤਿਹ ਜਗ ਜੀਤ। ਜਿਸ ਪ੍ਰਾਣੀ ਨੇ, ਜੇ ਪ੍ਰਾਣੀ ਹਰੀ ਦਾ ਜਸ ਕੀਤਾ, ਉਹਨੇ ਮਾਨੋ ਕਿ ਜਗਤ ਨੂੰ ਜਿੱਤ ਲਿਆ ਜੀ। ਇਹ ਘਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਣ। ਮਹਾਰਾਜ ਕਹਿੰਦੇ ਜਿਹੇ ਘਟ ਸਿਮਰਨ, ਜਿਹੜੇ ਹਿਰਦੇ ਦੇ ਵਿੱਚ ਪ੍ਰਭੂ ਦਾ ਸਿਮਰਨ ਹੈ, ਉਸ ਮਨੁੱਖ ਨੂੰ ਮੁਕਤ ਜਾਣੋ ਜੀ। ਇਹ ਨਰ ਹਰਿ ਅੰਤਰ ਨਹੀਂ, ਨਾਨਕ ਸਾਚੀ ਮਾਨ। ਉਸ ਮਨੁੱਖ ਦੇ ਅੰਦਰ ਤੇ ਪਰਮਾਤਮਾ 'ਚ ਕੋਈ ਫਰਕ ਨਹੀਂ। ਉੱਪਰ ਵਚਨ ਆ ਗਿਆ ਸੀ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਮਹਾਰਾਜ ਸਪਸ਼ਟ ਕਹਿ ਰਹੇ ਨੇ, ਤੇ ਨਰ ਹਰ ਅੰਤਰ ਨਹੀਂ, ਉਸ ਮਨੁੱਖ ਤੇ ਹਰੀ ਦੇ ਵਿੱਚ ਕੋਈ ਵੀ ਅੰਤਰ ਨਹੀਂ ਹੈਗਾ। ਏਕ ਭਗਤ ਭਗਵਾਨ, ਜਿਹ ਪ੍ਰਾਨੀ ਕੈ ਨਾਹਿ ਮਨ। ਮਹਾਰਾਜ ਕਹਿੰਦੇ ਜਿਹ ਪ੍ਰਾਨੀ ਕੈ, ਆ ਸੁਣੋ ਕਿੱਡਾ ਬਚਨ ਪਿਆਰਾ, ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਭਗਵਾਨ ਦੀ ਭਗਤੀ ਨਹੀਂ ਹੈ, ਭਗਵਾਨ ਦੀ ਯਾਦ ਨਹੀਂ ਹੈ। ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਾਨ। ਉਹ ਤੇ ਜੈਸਾ ਸੂਰ ਹੈ, ਜੈਸਾ ਕੁੱਤਾ, ਬਸ ਵੈਸੇ ਹੀ ਹੈ। ਜਿਹੜੇ ਮਨੁੱਖ ਦੇ ਅੰਦਰ ਭਗਤੀ ਨਹੀਂ ਹੈ, ਜਿਹੜਾ ਬਸ ਦਿਨ ਰਾਤ ਖਾਣ ਪੀਣ ਬਾਰੇ ਸੋਚਦਾ ਵੀ ਕੀ ਖਾ ਲਿਆ ਕੀ ਪੀ ਲਿਆ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਉਹਦੇ ਲਈ ਐਸਾ ਸ਼ਬਦ ਵੀ ਆਇਆ, ਜਾਂ ਆਪਾਂ ਇਹ ਵੀ ਪੜ੍ਹਦੇ ਹਾਂ, ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਾਨੁਖ ਜਨਮ ਹੈ ਹਾਰਿਓ। ਮਨੁੱਖਾ ਜਨਮ ਮਿਲਿਆ ਸੀ, ਪਰ ਖਾਧਾ ਪਸ਼ੂਆਂ ਵਾਂਗ, ਬੱਚੇ ਪਸ਼ੂਆਂ ਵਾਂਗ ਪੈਦਾ ਕਰ ਲਏ, ਲੜਦਾ ਝਗੜਦਾ ਰਿਹਾ। ਉਹ ਮਨੁੱਖ ਤੇ ਕੁੱਤੇ ਤੇ ਸੂਰ ਦੇ ਵਿੱਚ ਕੋਈ ਅੰਤਰ ਨਹੀਂ ਹੈ। ਕਿੱਡੇ ਸਖਤ ਸ਼ਬਦ ਵਰਤੇ ਨੇ। ਮਹਾਰਾਜ ਕਿਰਪਾ ਕਰਨ, ਜੇ ਆਪਾਂ ਬੰਦੇ ਅਖਵਾਉਣਾ ਚਾਹੁੰਦੇ ਆ ਤਾਂ ਇਸ ਪਾਸੇ ਆਉਣਾ ਪੈਣਾ। ਬੰਦੇ ਬੰਦਗੀ ਇਖਤਿਆਰ। ਕਹਿਣ ਲੱਗੇ ਜੀ, ਸੁਆਮੀ ਕੋ ਗ੍ਰਿਓ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਜਿਵੇਂ ਮਾਲਕ ਦਾ ਦਰ ਕੁੱਤਾ ਕਦੇ ਨਹੀਂ ਛੱਡਦਾ, ਉਹਨੂੰ ਜਿੱਥੇ ਵੀ ਬਿਠਾ ਦੇ ਬੈਠ ਜਾਏਗਾ, ਕਦੇ ਕੁੱਤਾ ਮਾਲਕ ਦਾ ਦਰ ਨਹੀਂ ਛੱਡਦਾ ਨਾ। ਸਾਹਿਬ ਉਦਾਹਰਨ ਦੇ ਕੇ ਕਹਿੰਦੇ ਹਨ, ਨਾਨਕੇ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਬਸ ਇਸੇ ਤਰ੍ਹਾਂ ਮਾਲਕ ਨੂੰ ਸਮਰਪਿਤ ਹੋਵੋ, ਪਰਮੇਸ਼ਰ ਦਾ ਨਾਮ ਜਪੋ, ਜਿਨ੍ਹਾਂ ਹਾਲਾਤਾਂ ਦੇ ਵਿੱਚ ਵੀ ਰੱਖਦਾ ਹੈ।
ਔਰ ਜਿਵੇਂ ਉਹ ਸੁੱਖਾਂ 'ਚ ਦੁੱਖਾਂ 'ਚ ਧੁੱਪੇ ਸਾਵੇਂ ਜਿਵੇਂ ਵੀ ਬਸ ਉਹਦੇ ਹੁਕਮ 'ਚ ਰਹੋ ਤੇ ਉਹਦਾ ਦਰ ਨਹੀਂ ਛੱਡਣਾ, ਉਹਦਾ ਲੜ ਪੱਲਾ ਨਹੀਂ ਛੱਡਣਾ ਜੀ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਮਹਾਰਾਜ ਕਹਿੰਦੇ ਮਨੁੱਖ ਤੀਰਥਾਂ ਤੇ ਵੀ ਜਾਵੇ, ਬੜਾ ਧਰਮ ਕਰਮ ਮੰਨਿਆ ਗਿਆ, ਵਰਤ ਵੀ ਰੱਖੇ, ਤਕਰੀਬਨ ਸਾਰੇ ਮਤਾਂ 'ਚ ਇਹਦੀ ਇਹ ਜਿਹੜੀ ਮਹਾਨਤਾ ਹੈਗੀ ਹੈ, ਦਾਨ ਕਰਨ ਦਾ ਕਨਸੈਪਟ ਹੈਗਾ, ਇਹ ਸਾਰਾ ਕੁਝ ਠੀਕ ਹੈ। ਹਿੰਦੁਸਤਾਨ ਦੀ ਧਰਤੀ ਤੇ ਬੜੀ ਦੇਰ ਤੋਂ ਇਹ ਕੁਝ ਹੋ ਰਿਹਾ ਹੈ, ਪਰ ਸਤਿਗੁਰੂ ਕਹਿੰਦੇ ਠੀਕ ਸੀਗਾ, ਪਰ ਮਨ ਮੈਂ ਧਰੈ ਗੁਮਾਨ। ਜੇ ਕੋਈ ਤੀਰਥਾਂ ਤੇ ਜਾ ਕੇ ਵਰਤ ਰੱਖ ਕੇ ਦਾਨ ਕਰਕੇ ਗੁਮਾਨ ਕਰਦਾ ਹੈ, ਹੰਕਾਰ ਕਰਦਾ ਹੈ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰੇ ਇਸਨਾਨ। ਉਹਦਾ ਤੀਰਥ ਕਿਸੇ ਕੰਮ ਨਹੀਂ ਹੈ, ਉਹਦਾ ਦਾਨ ਨੇ ਕੁਝ ਨਹੀਂ ਸਵਾਰਨਾ, ਉਹਦੇ ਵਰਤ ਨੇ ਕੁਝ ਨਹੀਂ ਸਵਾਰਨਾ, ਇਹ ਤਾਂ ਸਾਰਾ ਕੁਝ ਬੇਕਾਰ ਹੈ, ਨਿਹਫਲ ਹੈ। ਕਿਵੇਂ ਕਹਿੰਦੇ ਜਿਵੇਂ ਇੱਕ ਹਾਥੀ ਨਹਾਉਣ ਤੋਂ ਬਾਅਦ ਆਉਂਦਾ ਹੋਇਆ ਸੁੰਡ ਭਰ ਕੇ ਚਿੱਕੜ ਦੀ ਨਾ ਆਪਣੇ ਉੱਪਰ ਖਿਲਾਰ ਲੈਂਦਾ, ਉਹਦਾ ਨਹਾਤਾ ਕਿਸੇ ਕੰਮ ਹੈ? ਬਿਲਕੁਲ ਇਸੇ ਤਰ੍ਹਾਂ ਤੀਰਥਾਂ ਤੇ ਗਏ, ਵਰਤ ਰੱਖੇ, ਦਾਨ ਕੀਤਾ, ਪਰ ਮੈਂ ਕਰਨ ਲੱਗੇ, ਹਉਮੈ ਦੇ ਵਿੱਚ ਆ ਗਏ, ਤੇ ਮਹਾਰਾਜ ਕਹਿੰਦੇ ਬਿਲਕੁਲ ਉਹ ਹਾਥੀ ਦੇ ਇਸ਼ਨਾਨ ਵਰਗੇ ਹੀ ਹੈ, ਜਿਉਂ ਕੁਚਰ ਇਸ਼ਨਾਨ। ਇਸ ਕਰਕੇ ਤੀਰਥਾਂ ਤੇ ਜਾਣਾ ਚਲੋ ਚੰਗੀ ਗੱਲ ਸੀ, ਪਰ ਮਹਾਰਾਜ ਕਹਿੰਦੇ ਹੰਕਾਰ ਤੋਂ ਮੁਕਤ ਹੋਣਾ ਸੀ। ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਨ। ਹੁਣ ਸਿਰ ਕੰਬਣ ਲੱਗ ਪਿਆ, ਬੁਢੇਪੇ ਦੀ ਨਿਸ਼ਾਨੀ, ਪੈਰ ਡਗਡਮਾਉਣ ਲੱਗ ਪਏ ਨੇ, ਥਿੜਕਣ ਲੱਗ ਪਏ ਨੇ, ਪੈਰਾਂ 'ਚ ਹੁਣ ਸ਼ਕਤੀ ਨਹੀਂ ਰਹੀ, ਥਿੜਕਦੇ ਨੇ। ਕਹਿੰਦੇ ਨੇ ਨੈਣ ਜੋਤ ਤੇ ਹੀਨ, ਅੱਖਾਂ ਦੇ ਵਿੱਚੋਂ ਜਿਹੜੀ ਨਿਗਾਹ ਉਹ ਘਟ ਗਈ ਹੈ, ਜਾਂ ਨਿਗਾਹ ਤੋਂ ਵਾਂਝੇ ਹੋ ਗਏ ਨੇ, ਬਿਲਕੁਲ ਅੱਖਾਂ ਦੀ ਨਿਗਾਹ ਖਤਮ ਹੋ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਵੱਡੀ ਬਜ਼ੁਰਗ ਅਵਸਥਾ ਦਾ ਜ਼ਿਕਰ ਕਰਦੇ ਹਨ। ਕਹੋ ਨਾਨਕ ਬਿਦ ਪਈ ਤਉ ਨ ਹਰ ਰਸ ਲੀਨ। ਦੇਖ ਲਓ ਮਨੁੱਖ ਦੇ ਨਾਲ ਕੀ ਹੋਇਆ, ਕਹਿੰਦੇ ਸਿਰ ਕੰਬਣ ਲੱਗ ਪਿਆ, ਪੈਰ ਥੜਕਥੜਾਉਣ ਲੱਗ ਪਏ, ਅੱਖਾਂ ਦੀ ਨਿਗਾਹ ਚਲੀ ਗਈ, ਪਰ ਇਹ ਬਿਦ ਪਈ ਹਾਲੇ ਵੀ ਮਨੁੱਖ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਹਾਲੇ ਵੀ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਨਿਜ ਘਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ। ਮਹਾਰਾਜ ਕਹਿੰਦੇ ਮੈਂ ਚੰਗੀ ਤਰ੍ਹਾਂ ਵੇਖਿਆ, ਇੱਥੇ ਸੰਸਾਰ ਦੇ ਵਿੱਚ ਕੋਈ ਕਿਸੇ ਦਾ ਨਹੀਂ ਹੈ, ਭਾਵੇਂ ਆਪਾਂ ਕਈਆਂ ਦੇ ਬਣੇ ਫਿਰੀਏ, ਕਈਆਂ ਨੂੰ ਆਪਣੇ ਬਣਾਈ ਫਿਰੀਏ, ਖਿਮਾ ਕਰਨਾ ਇਹ ਸਾਡਾ ਬਹੁਤ ਵੱਡਾ ਭੁਲੇਖਾ ਹੈਗਾ। ਪਰ ਮਹਾਰਾਜ ਕਹਿੰਦੇ ਸਚਾਈ ਕੀ ਹੈ, ਇੱਥੇ ਜਿਹੜਾ ਸੀ ਕੋ ਕਾਹੂ ਕੋ ਨਾ ਹੈ, ਕੋਈ ਕਿਸੇ ਦਾ ਨਹੀਂ ਹੈ। ਉਦਾਹਰਨਾਂ ਵੱਡੀਆਂ ਵੱਡੀਆਂ ਦੇ ਕੇ ਆਖਿਆ ਹੈ, ਘਰ ਕੀ ਨਾਰ ਬਹੁਤ ਹੈ ਤਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹਦੂ ਨੇੜਲਾ ਰਿਸ਼ਤਾ ਕੀ ਹੋ ਸਕਦਾ ਹੈ? ਮਹਾਰਾਜ ਕਹਿੰਦੇ ਹਨ ਨਾਨਕ ਥਿਰ ਹਰ ਭਗਤ ਹੈ ਤਿਹ ਰਾਖੋ ਮਨ ਮਾਹੇ। ਮਹਾਰਾਜ ਕਹਿੰਦੇ ਭਗਤੀ ਜਿਹੜੀ ਹੈ ਉਹਨੂੰ ਆਪਣੇ ਹਿਰਦੇ 'ਚ ਵਸਾ ਰੱਖੋ, ਪ੍ਰਮਾਤਮਾ ਦੀ ਯਾਦ ਨੂੰ ਵਸਾ ਰੱਖੋ। ਪ੍ਰਮਾਤਮਾ ਹੀ ਜਿਹੜਾ ਉਹ ਸਾਥ ਨਿਭਦਾ ਹੈ, ਉਹੀ ਆਪਣਾ ਹੈ। ਜਿਹੜਾ ਆਪਣਾ ਸੀ ਰਾਮ ਆਪਣਾ ਸੀ, ਉਹਨੂੰ ਅਸੀਂ ਬੇਗਾਨਾ ਬਣਾ ਧਰਿਆ, ਜਿਹੜਾ ਕੁਝ ਬੇਗਾਨਾ ਸੀ ਉਹਨੂੰ ਆਪਣਾ ਬਣਾ ਧਰਿਆ, ਉਲਟੀ ਖੇਡ ਵਾਪਰ ਰਹੀ ਹੈ। ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ। ਮਹਾਰਾਜ ਕਹਿੰਦੇ ਮੇਰੇ ਮਿੱਤਰੋ, ਮੇਰੇ ਪਿਆਰਿਓ, ਸੁਣੋ ਤੁਹਾਡੇ ਕੰਮ ਦੀ ਗੱਲ ਹੈ। ਕਹਿੰਦੇ ਜਿਹੜੀ ਇਹ ਜੱਗ ਦੀ ਰਚਨਾ ਨਾ, ਜੋ ਖੇਡ ਹੈ, ਸਾਰਾ ਕੁਝ ਝੂਠ ਹੈ, ਨਾਸ਼ਵੰਤ ਹੈਗਾ ਹੈ। ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਪੀਤ। ਬੰਦਾ ਆਖੇ ਜੀ ਦੇਖਣ ਨੂੰ ਤਾਂ ਲੱਗਦਾ ਨਹੀਂ ਹੈਗਾ ਨਾਸ਼ਵੰਤ, ਮਹਾਰਾਜ ਤੁਸੀਂ ਐਵੇਂ ਕਹੀ ਜਾਂਦੇ ਹੋ। ਕਹਿੰਦੇ ਜਿਵੇਂ ਨਾ ਰੇਤੇ ਦੀ ਕੰਧ ਹੋਵੇ, ਰੇਤੇ ਦੀ ਕੰਧ ਦਾ ਪਤਾ ਨਹੀਂ ਲੱਗਦਾ ਛੇਤੀ ਦੇ ਨਾਲ, ਕੰਧ ਕੰਧ ਹੈ, ਪਰ ਜਦੋਂ ਮੀਂਹ ਪੈਂਦਾ 1 ਮਿੰਟ ਲੱਗਦਾ ਖੁਰਨ ਨੂੰ ਉਹਨੂੰ। ਜਿਹੜਾ ਰੇਤੇ ਦੀ ਕੰਧ ਖੁਰ ਜਾਂਦੀ ਹੈ, ਇਸੇ ਤਰ੍ਹਾਂ ਸੰਸਾਰ ਨੇ ਸਥਿਰ ਨਹੀਂ ਰਹਿਣਾ। ਉਦਾਹਰਨ ਦੇ ਕੇ ਬਾਲੂ ਕੀ ਭੀਤ ਕਹਿ ਕੇ ਸਮਝਾਇਆ ਹੈ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ। ਮਹਾਰਾਜ ਕਹਿੰਦੇ ਇੱਥੇ ਨਾ ਰਾਮ ਜੀ ਰਹੇ ਨੇ, ਹਿੰਦੁਸਤਾਨ ਦੇ ਪ੍ਰਮੁੱਖ ਦੇਵਤੇ ਮੰਨੇ ਗਏ ਨੇ, ਭਗਵਾਨ ਮੰਨੇ ਗਏ ਨੇ, ਬੜੇ ਉਹਨਾਂ ਦੇ ਦਿਨ ਮਨਾਏ ਜਾਂਦੇ ਨੇ, ਪਰ ਮਹਾਰਾਜ ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਪ੍ਰੋਪਰ ਇੱਥੇ ਦਸ਼ਰਥ ਦੇ ਪੁੱਤਰ ਤੋਂ ਭਾਵ ਹੈ, ਇੱਥੇ ਲక్ష్మణ ਦੇ ਭਰਾ ਤੇ ਸੀਤਾ ਦੇ ਪਤੀ ਦਾ ਨਾਮ ਹੈ ਇਹ। ਕਹਿੰਦੇ ਰਾਮ ਗਇਓ ਉਹ ਵੀ ਚਲਾ ਗਿਆ, ਰਾਵਣ ਗਇਓ ਉਹ ਵੀ ਚਲਾ ਗਿਆ। ਰਾਵਣ ਵੀ ਨਹੀਂ ਰਿਹਾ ਨਾ, ਉਹ ਵੀ ਨਹੀਂ ਰਿਹਾ। ਇੱਕ ਨੇਕੀ ਦਾ ਪ੍ਰਤੀਕ, ਇੱਕ ਬਦੀ ਦਾ ਪ੍ਰਤੀਕ, ਦੋਨੇ ਚਲੇ ਗਏ। ਜਾ ਕੋ ਬਹੁ ਪਰਿਵਾਰ, ਕਿੱਡੀਆਂ ਸ਼ਕਤੀਆਂ, ਕਿੱਡੀਆਂ ਪਾਵਰ ਸੀ ਇਹਨਾਂ ਕੋਲੇ। 1 ਲੱਖ ਪੂਤ 1.25 ਲੱਖ ਨਾਤੀ ਦਾ ਇਸ਼ਾਰਾ ਮਹਾਰਾਜ ਨੇ ਰਾਵਣ ਦੇ ਸੰਬੰਧ ਵਿੱਚ ਕੀਤਾ। ਕਹਿੰਦੇ ਇਹ ਵੀ ਚਲੇ ਗਏ ਹਨ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਮਹਾਰਾਜ ਕਹਿੰਦੇ ਕੁਝ ਵੀ ਸਥਿਰ ਨਹੀਂ ਹੈ ਇੱਥੇ। ਚੰਗੇ ਬੰਦੇ ਮਾੜੇ ਬੰਦੇ ਸਾਰਿਆਂ ਨੇ ਚਲੇ ਜਾਣਾ, ਪਰ ਉਹਨਾਂ ਦੀਆਂ ਯਾਦਾਂ ਜ਼ਰੂਰ ਰਹਿ ਜਾਂਦੀਆਂ ਨੇ। ਨੇਕੀ ਕਰਨ ਵਾਲਿਆਂ ਦੀ ਨੇਕੀ ਯਾਦ ਕੀਤੀ ਜਾਂਦੀ ਹੈ,
ਬਦੀ ਕਰਨ ਵਾਲਿਆਂ ਦੀ ਬਦੀ ਯਾਦ ਕੀਤੀ ਜਾਂਦੀ ਹੈ। ਦੁਸ਼ਹਿਰਾ ਵੀ ਮਨਾਇਆ ਜਾਂਦਾ ਹੈ, ਦੀਵਾਲੀਆਂ ਵੀ ਮਨਾਈਆਂ ਜਾਂਦੀਆਂ ਨੇ, ਪਰ ਉਹ ਬੰਦੇ ਜਿਹੜੇ ਸੀ ਚਲੇ ਗਏ ਜਿਨ੍ਹਾਂ ਨੂੰ ਭਗਵਾਨ ਕਰਕੇ ਦੁਨੀਆ ਪੂਜਦੀ ਸੀ। ਮਹਾਰਾਜ ਕਹਿੰਦੇ ਕੁਝ ਵੀ ਸਥਿਰ ਨਹੀਂ ਹੈ, ਸੁਪਨੇ ਦੇ ਵਾਂਗ ਹੈ। ਆਪਾਂ ਨੂੰ ਰਾਮ ਸੁਪਨੇ ਵਾਂਗੇ ਲੱਗਦਾ, ਰਾਵਣ ਦੀ ਜਦੋਂ ਕਹਾਣੀਆਂ ਸੁਣਦੀਆਂ ਸੁਪਨੇ ਵਾਂਗੇ ਲੱਗਦੀਆਂ ਨੇ। ਔਰ ਉਹ ਕਹਿੰਦੇ ਸੀ ਅਸੀਂ ਪੱਕੇ ਆ। ਰਾਵਣ ਕਹਿੰਦਾ ਸੀ ਮੈਨੂੰ ਕੋਈ ਹਿਲਾ ਨਹੀਂ ਸਕਦਾ, ਰਾਵਣ ਕਹਿੰਦਾ ਸੀ ਮੌਤ ਨੂੰ ਮੈਂ ਆਪਣੇ ਵੱਸ ਕਰ ਛੱਡਿਆ, ਪਰ ਸੁਪਨੇ ਵਾਂਗ ਲੱਗਦੇ ਨੇ। ਬੀਤ ਚੁੱਕੇ ਸਮੇਂ ਦੀਆਂ ਕਹਾਣੀਆਂ ਨੇ, ਸਾਖੀਆਂ ਨੇ, ਪ੍ਰਸੰਗ ਹੈਗੇ ਹਨ। ਚਿੰਤਾ ਤਾਕੀ ਕੀਜੀਐ ਜੋ ਅਨਹੋਨੀ ਹੋਏ। ਮਹਾਰਾਜ ਕਹਿੰਦੇ ਨੇ ਇਸ ਗੱਲ ਦੀ ਹੁਣ ਚਿੰਤਾ ਨਾ ਕਰਨ ਬਹਿ ਜਿਓ ਬਈ ਹਾਏ ਹਾਏ ਸਾਰਿਆਂ ਨੇ ਚਲੇ ਜਾਣਾ, ਹਾਏ ਰਾਮ ਚਲਾ ਗਿਆ, ਹਾਏ ਰਾਵਣ ਚਲਾ ਗਿਆ, ਅਸੀਂ ਕਿਹਦੇ ਵਿਚਾਰੇ ਆ। ਚਿੰਤਾ ਨਹੀਂ ਕਰਨੀ, ਚਿੰਤਾ ਉਸ ਗੱਲ ਦੀ ਕਰੋ ਜਿਹੜੀ ਅਨਹੋਣੀ ਹੋਵੇ। ਇਹ ਤਾਂ ਹੋਣੀ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਨਮੰ ਤਾਂ ਮਰਨੰ, ਜੇ ਜਨਮ ਹੋਇਆ ਤੇ ਮਰਨਾ ਤੇ ਹੈ ਹੀ ਹੈ। ਇਸ ਗੱਲ ਦੀ ਚਿੰਤਾ ਕਦਾ ਚਿੱਤ ਵੀ ਨਹੀਂ ਕਰਨੀ ਚਾਹੀਦੀ। ਕਿਹੜੀ ਗੱਲ ਦੀ ਕਰਨੀ ਚਾਹੀਦੀ ਹੈ? ਸਾਹਿਬ ਵਚਨ ਕਰਦੇ ਹਨ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਕਹਿੰਦੇ ਇਹ ਤਾਂ ਸੰਸਾਰ ਦਾ ਦਸਤੂਰ ਹੈ, ਇਹ ਤਾਂ ਖੇਡ ਹੈ, ਇਹ ਤਾਂ ਸੱਚ ਹੈ ਵੀ ਜਿਹੜਾ ਆਇਆ ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਕੋਈ ਰਿਹਾ ਇੱਥੇ? ਬੜੇ ਬੜੇ ਰਾਜਿਆਂ ਦੀਆਂ ਕਹਾਣੀਆਂ ਨੇ, ਰੰਕਾਂ ਦੀਆਂ ਕੰਗਾਲਾਂ ਦੀਆਂ ਕਹਾਣੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਇਸ ਗੱਲ ਦੀ ਚਿੰਤਾ ਨਾ ਕਰੋ। ਜੇ ਚਿੰਤਾ ਕਰਨੀ ਹੈ ਤਾਂ ਫਿਰ ਕੀ ਕਰਨੀ ਹੈ ਵੀ ਮਨੁੱਖਾ ਜਨਮ ਮਿਲਿਆ ਸੀ, ਅਸੀਂ ਕੌਡੀਆਂ ਦੇ ਭਾਅ ਵੇਚਤਾ, ਕੌਡੀਆਂ ਦੇ ਭਾਅ ਖਰਾਬ ਕਰਤਾ। ਚਿੰਤਾ ਕਰੋ ਸਵਾਸ ਮਿਲੇ ਸੀ, ਇਹਦੇ ਨਾਲ ਕਦੇ ਪਰਮੇਸ਼ਰ ਨੂੰ ਸਿਮਰਿਆ ਹੀ ਨਹੀਂ। ਨੇਤਰ ਮਿਲੇ ਸੀ, ਕਦੇ ਜਰਰੇ ਜਰਰੇ 'ਚ ਬੈਠੇ ਪਰਮਾਤਮਾ ਨੂੰ ਦੇਖਿਆ ਹੀ ਨਹੀਂ। ਕੰਨ ਮਿਲੇ ਸੀ, ਕਦੇ ਉਹਦੀਆਂ ਉਸਤਤਾਂ ਵਡਿਆਈਆਂ ਸੁਣੀਆਂ ਹੀ ਨਹੀਂ। ਰਸਨਾ ਮਿਲੀ ਸੀ, ਕਦੇ ਉਹਦੀ ਸਿਫਤਸਲਾ ਕੀਤੀ ਨਹੀਂ। ਇਸ ਗੱਲ ਦੀ ਚਿੰਤਾ ਕਰੋ। ਚਿੰਤਾ ਇਸ ਗੱਲ ਦੀ ਨਹੀਂ ਵੀ ਹਾਏ ਹਾਏ ਸਾਨੂੰ ਵੀ ਮੌਤ ਆਏਗੀ, ਸਭਨਾਂ ਨੂੰ ਆਈ ਹੈ, ਸਭ ਨਾ ਮਰਨਾ ਆਇਆ ਵਿਛੋੜਾ ਸਭ ਨਾ। ਇਸ ਗੱਲ ਦੀ ਚਿੰਤਾ ਕਰਕੇ ਮਸਲਾ ਹੱਲ ਨਹੀਂ ਹੋਣਾ, ਨਾ ਅਸੀਂ ਬਚ ਸਕਦੇ ਹਾਂ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਮਹਾਰਾਜ ਕਹਿੰਦੇ ਜੋ ਕੁਝ ਵੀ ਉਪਜਿਆ ਇਹਨੇ ਨਾਸ਼ ਹੋ ਜਾਣਾ ਅੱਜ ਜਾਂ ਕੱਲ। ਬੈਸਾਖ ਬਹੁਤ ਆਏ ਬੰਦੇ ਜੱਗ ਉੱਤੇ ਪਾ ਕੇ ਚੰਦਰੀ ਮੌਤ ਦਾ ਜਾਮ ਤੁਰ ਗਏ। ਸਦਾ ਰਹਿਣ ਦਾ ਕਿਸੇ ਨੂੰ ਹੁਕਮ ਹੈ ਨਹੀਂ, ਕੋਈ ਸੁਬਾ ਵੇਲੇ ਕੋਈ ਸ਼ਾਮ ਤੁਰ ਗਏ। ਇੱਥੇ ਤੇ ਕੋਈ ਸਵੇਰੇ ਤੁਰ ਗਿਆ, ਕੋਈ ਸ਼ਾਮ ਤੁਰ ਗਿਆ, ਕੋਈ ਕਿਵੇਂ ਤੁਰ ਗਿਆ, ਕੋਈ ਕਿਵੇਂ ਤੁਰ ਗਿਆ। ਮਹਾਰਾਜ ਕਹਿੰਦੇ ਨੇ ਇਹ ਤਾਂ ਪਰੋ ਆਜ ਕੈ ਕਾਲ, ਅੱਜ ਕੱਲ ਦੀ ਬਸ, ਅੱਜ ਕੋਈ ਤੁਰ ਗਿਆ ਕੋਈ ਕੱਲ। ਇਸੇ ਤਰ੍ਹਾਂ ਦੀ ਖੇਡ ਹੈ, ਇਸ਼ਾਰੇ ਮਾਤਰ ਮਹਾਰਾਜ ਜੀ ਕਹਿ ਰਹੇ ਹਨ। ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਮਹਾਰਾਜ ਕਹਿੰਦੇ ਸਾਡੇ ਸਾਰੇ ਜੰਜਾਲ ਨੂੰ, ਇਹਦੇ ਵਿੱਚ ਆਪਣੇ ਆਪ ਨੂੰ ਕਿਉਂ ਜਿਹੜਾ ਸੀ ਜਕੜੀ ਬੈਠਾ, ਇਥੋਂ ਬਾਹਰ ਨਿਕਲ, ਜੰਜਾਲ ਛੱਡ, ਹਰੀ ਦੇ ਗੁਣ ਗਾ, ਮਾਲਕ ਦੀਆਂ ਵਡਿਆਈਆਂ ਕਰ। ਦੋਹਰਾ ਬਲ ਛੁਟ ਕਿਉ ਬੰਧਨ ਪਰੇ, ਕਛੂ ਨਾ ਹੋਤੇ ਉਪਾਏ। ਔਰ ਮਨੁੱਖ ਦੇ ਜਿਹੜੇ ਨੇ ਬਲ ਨੇ ਇੱਕ ਵਾਰ ਸਾਰੇ ਜਿਹੜੇ ਸੀ ਉਹ ਖਤਮ ਹੋ ਜਾਂਦੇ ਨੇ। ਬਲ ਛੁੱਟ ਕਿਉ, ਬਲ ਜਿਹੜਾ ਸੀ ਆਤਮਿਕ ਬਲ ਉਹ ਜਾਂਦਾ ਰਿਹਾ, ਬੰਧਨਾਂ 'ਚ ਪੈ ਗਿਆ। ਹੁਣ ਬੰਦੇ ਦਾ ਕੋਈ ਜ਼ੋਰ ਨਹੀਂ ਚੱਲਦਾ, ਕੋਈ ਉਪਾਅ ਨਹੀਂ ਚੱਲਦਾ। ਕਛੂ ਨਾ ਹੋਤ ਉਪਾਏ। ਕਹਿਣ ਲੱਗੇ ਜੀ ਕਹੋ ਨਾਨਕ ਅਬ ਓਟ ਹਰ, ਗਜ ਜੋ ਹੋ ਸਹਾਏ। ਹੁਣ ਕਹਿੰਦੇ ਨੇ ਕਹੋ ਨਾਨਕ ਅਬ ਓਟ ਹਰ, ਪਰਮੇਸ਼ਰ ਦੀ ਓਟ ਲਈ ਹੈ, ਮੇਰੀ ਸਹਾਇਤਾ ਕਰੋ, ਕਿਉਂਕਿ ਮੇਰਾ ਤੇ ਕੋਈ ਉਪਾਅ ਕੰਮ ਹੀ ਨਹੀਂ ਕਰ ਰਿਹਾ। ਮੇਰੀ ਤੇ ਭੱਜ ਨੱਠ, ਮੇਰੇ ਤੇ ਕੋਈ ਯਤਨ ਕੋਈ ਕੁਝ ਨਹੀਂ ਕਰ ਰਿਹਾ। ਮੇਰੀ ਸਹਾਇਤਾ ਕਰੋ। ਕਿਵੇਂ? ਕਹਿੰਦੇ ਜਿਵੇਂ ਤੁਸੀਂ ਹਾਥੀ ਦੀ ਕੀਤੀ ਸੀ। ਕਿਹੜੇ ਹਾਥੀ ਦੀ? ਗਜ ਜਿਉਂ ਹੋ ਸਹਾਏ। ਜਿਵੇਂ ਉਹ ਤੰਦੂਏ ਨੇ ਫੜ ਲਿਆ ਸੀ ਨਾ, ਮੈਂ ਬੇਨਤੀ ਕੀਤੀ ਸੀ, ਰਿਸ਼ੀ ਨੇ ਸ਼ਰਾਪ ਦੇਤਾ ਸੀਗਾ। ਇਹ ਗੰਧਰਵ ਸੀਗਾ ਇੱਕ, ਪਿਛਲੇ ਜਨਮ ਦਾ ਕੋਈ ਗੰਧਰਵ ਸੀ ਤੇ ਰਿਸ਼ੀ ਗਿਆ ਇਸ਼ਨਾਨ ਕਰਨ ਤੇ ਉਹਦੀ ਲੱਤ ਘਸੀਟਤੀ। ਉਹ ਗੰਧਰਵ ਨੇ ਸੰਖੇਪ ਦੇ ਵਿੱਚ ਉਹਨੇ ਸ਼ਰਾਪ ਦੇਤਾ ਵੀ ਤੈਨੂੰ ਵੀ ਆਈ ਜਿਹੜਾ ਸੀ ਤੰਦੂਆ ਜਿਹੜਾ ਸੀ ਖਿੱਚੇ, ਉਹ ਹਾਥੀ ਬਣ ਗਿਆ। ਤੰਦੂਏ ਨੂੰ ਖਿੱਚਿਆ, ਉਹਨੇ ਬਥੇਰਾ ਜ਼ੋਰ ਲਾਇਆ ਪਰ ਕਿਸੇ ਨੇ ਨਹੀਂ ਸੁਣੀ। ਪਰਮਾਤਮਾ ਨੂੰ ਸਿਮਰਿਆ ਤੇ ਪਰਮਾਤਮਾ ਨੇ ਤੰਦੂਏ ਤੋਂ ਛਡਾਇਆ। ਇਹ ਪੌਰਾਣਿਕ ਪ੍ਰਸੰਗ ਹੈ ਕਿ ਹਿੰਦੁਸਤਾਨ ਦਾ। ਮਹਾਰਾਜ ਉਹਦੇ ਵੱਲ ਇਸ਼ਾਰਾ ਕਰ ਰਹੇ ਨੇ, ਬਹੁਤ ਸੰਖੇਪ ਦੇ ਵਿੱਚ ਕੀਤਾ ਹੈ। ਕਹਿੰਦੇ ਗਜ ਜਿਉਂ ਹੋ ਸਹਾਏ, ਜਿਵੇਂ ਗਜ ਨੂੰ ਤੰਦੂਏ ਤੋਂ ਬਚਾਇਆ ਨਾ, ਮੇਰੇ ਮਾਲਕ ਮੈਨੂੰ ਵੀ ਬਚਾਉਣਾ ਕਰ। ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤੇ ਉਪਾਏ। ਜਦੋਂ ਮਨੁੱਖ ਪ੍ਰਮਾਤਮਾ ਦੀ ਓਟ ਲੈਂਦਾ ਫਿਰ ਉਹਦੇ ਵਿੱਚ ਆਤਮਿਕ ਬਲ ਆ ਜਾਂਦਾ ਹੈ। ਆਤਮਿਕ ਬਲ ਆ ਜਾਏ, ਮਨੁੱਖ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਕਹਿੰਦੇ ਸਭ ਕਿਛ ਹੋਤ ਉਪਾਏ, ਫਿਰ ਸਭ ਕੁਝ ਕਰਨ ਦੀ ਸਮਰੱਥਾ ਆ ਜਾਂਦੀ ਹੈ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਸਭ ਕੁਝ
ਕੁਝ ਪ੍ਰਭੂ ਦੇ ਹੱਥ ਵਿੱਚ ਹੈ, ਜਿਹਦੀ ਸਹਾਇਤਾ ਪ੍ਰਭੂ ਕਰਦਾ ਹੈ ਔਰ ਉਹਨੂੰ ਉਹਦੇ ਬੇੜੇ ਪਾਰ ਲਾ ਦਿੰਦਾ ਹੈ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਸੰਗ ਸਖਾ ਸਭ ਤਜ ਗਏ, ਸਾਰੇ ਸੰਗੀ ਸਾਥੀ ਛੱਡ ਗਏ। ਮਤਲਬ ਕੋਈ ਖੜਦਾ ਹੈ, ਬਥੇਰੇ ਸੰਗੀਆਂ ਦੀ ਸਾਥੀਆਂ ਦੀ ਆਪਾਂ ਗੱਲ ਕੀਤੀ ਹੈ, ਕਿੰਨੇ ਹੀ ਇੱਥੇ ਇਤਿਹਾਸ ਹੈ, ਸਭ ਛੱਡ ਗਏ ਨੇ। ਕੋ ਨਾ ਨਿਭਿਓ ਸਾਥ, ਕੋਈ ਕਿਸੇ ਦੇ ਨਾਲ ਨਹੀਂ ਨਿਭਿਆ। ਆਪਾਂ ਵੇਖਦੇ ਆ ਕੋਈ ਕਿਸੇ ਦੇ ਸਾਥ ਨਹੀਂ ਜਾਂਦਾ ਜੀ। ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਗਨਾਥ। ਔਰ ਬਿਪਤਾ ਦੇ ਵਿੱਚ ਤੇ ਇੱਕ ਪਰਮਾਤਮਾ ਦੀ ਲਈ ਹੋਈ ਟੇਕ ਹੀ ਮਨੁੱਖ ਦਾ ਸਹਾਰਾ ਬਣਦੀ ਹੈ। ਪਰਮਾਤਮਾ ਦੀ ਟੇਕ ਤੱਕਣੀ ਚਾਹੀਦੀ ਹੈ। ਰਘੁਨਾਥ ਪਰਮੇਸ਼ਰ ਦਾ ਲਖਾਇਕ ਹੈਗਾ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਜ਼ਿਆਦਾ ਪਰਮੇਸ਼ਰ ਦਾ ਨਾਮ ਰਿਹਾ ਹੈ, ਜਾਂ ਨਾਮ ਜਪਾਉਣ ਵਾਲਾ ਸਾਧੂ ਰਿਹਾ ਹੈ, ਜਾਂ ਫਿਰ ਗੁਰੂ ਗੋਬਿੰਦ ਤੋਂ ਭਾਵ ਪਰਮੇਸ਼ਰ ਪਰਮਾਤਮਾ ਦਾ ਜ਼ਿਕਰ ਹੈਗਾ ਹੈ। ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਦੇ ਵਿੱਚ ਜਾਂ ਫਿਰ ਜਿਸਨੇ ਗੁਰੂ ਦਾ ਮੰਤਰ ਜਪਿਆ ਹੈ, ਇਸ਼ਾਰਾ ਹੈ ਨਾਮ ਰਹਿਓ ਸਾਧੂ ਰਹਿਓ। ਬਾਕੀ ਕੋਈ ਕੁਝ ਇੱਥੇ ਸਦੀਵੀ ਤੌਰ ਤੇ ਨਹੀਂ ਰਹਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੋ ਰੋਜ਼ ਪ੍ਰਮਾਤਮਾ ਦੇ ਨਾਮ ਔਰ ਪਰਮੇਸ਼ਰ ਵਾਲੇ ਪਾਸੇ ਦੇ ਰਹੇ ਹਨ। ਰਾਮ ਨਾਮ ਔਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਈ। ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ। ਜਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਈ। ਜਿਹੇ ਸਿਮਰਤ ਸੰਕਟ ਮਿਟੈ, ਜਿਹਨੂੰ ਸਿਮਰਿਆ ਸਾਰੇ ਸੰਕਟ ਜਿਹੜੇ ਨੇ ਉਹ ਮੁੱਕ ਜਾਂਦੇ ਨੇ ਔਰ ਪਰਮੇਸ਼ਰ ਦਾ ਦਰਸ਼ਨ ਹੋ ਜਾਂਦਾ ਹੈ। ਮੁੰਦਾਵਨੀ ਮਹੱਲਾ ਪੰਜਵਾ। ਮਹਾਰਾਜ ਇੱਥੇ ਸਿਰਲੇਖ ਦੇ ਰਹੇ ਨੇ। ਮੁੰਦਾਵਣੀ ਦਾ ਅਰਥ ਹੈ ਮੁੰਦ ਦੇਣਾ ਤੋਂ ਭਾਵ ਹੈ। ਇਹਦੇ ਵਿਦਵਾਨਾਂ ਨੇ ਵੱਖਰੇ ਵੱਖਰੇ ਅਰਥ ਕੀਤੇ ਨੇ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜਾ ਥਾਲ ਹੈ ਇਹਦੇ ਵਿੱਚ ਤਿੰਨ ਵਸਤੂਆਂ ਨੇ, ਸਤ, ਸੰਤੋਖ ਅਤੇ ਵਿਚਾਰ ਦਾ ਜ਼ਿਕਰ ਆਇਆ ਹੈ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਪਰਮੇਸ਼ਰ ਦਾ ਜਿਹੜਾ ਨਾਮ ਹੈ, ਠਾਕੁਰ ਦਾ ਨਾਮ ਹੈ। ਇੱਥੇ ਇੱਕ ਠਾਕੁਰ ਹੈ ਉਹ ਪੱਥਰ ਦਾ, ਜਿਹਨੂੰ ਮਹਾਰਾਜ ਕਹਿੰਦੇ ਠਾਕੁਰ ਪੂਜਾ ਮੋਦ ਲਹਿ ਮਨ ਹਟ ਤੀਰਥ ਜਾਏ। ਉਸ ਠਾਕੁਰ ਦੀ ਗੱਲ ਨਹੀਂ ਹੈ, ਇਸ ਠਾਕੁਰ ਦੀ ਹੈ ਤੂੰ ਠਾਕੁਰ ਤੁਮ ਪੈ ਅਰਦਾਸ। ਇਹ ਯਾਦ ਰੱਖਿਓ, ਠਾਕੁਰ ਦਾ ਵੀ ਫਰਕ ਹੈ। ਭਗਤ ਧੰਨਾ ਜੀ ਦਾ ਇਹੀ ਮਸਲਾ ਰਿਹਾ ਵੀ ਅਸੀਂ ਉਹਨੂੰ ਪੱਥਰਾਂ ਦੇ ਪੁਜਾਰੀ ਬਣਾ ਕੇ ਰੱਖ ਦਿੱਤਾ, ਜਦੋਂ ਕਿ ਉਹਨਾਂ ਦੀ ਬਾਣੀ ਦੀ ਆਪਣੀ ਗਵਾਹੀ ਹੈ। ਉਹ ਕਹਿੰਦੇ ਨੇ ਮੈਂ ਤਾਂ ਪਰਮੇਸ਼ਰ ਦਾ ਨਾਮ ਜਪ ਜਪ ਕੇ, ਕਿੰਨਾ ਵੱਲ ਵੇਖ ਕੇ ਇਹ ਬਿਦ ਸੁਣ ਕੇ ਜੱਟ ਰੋਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਬੜ ਭਾਗਾ। ਮਹਾਰਾਜ ਕਿਰਪਾ ਕਰਨ। ਇੱਥੇ ਠਾਕੁਰ ਦਾ ਅਰਥ ਸਮਝਣਾ ਹੈ। ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਪਰਮੇਸ਼ਰ ਪਰਮਾਤਮਾ ਦੇ ਨਾਮ ਤੋਂ ਭਾਵ ਹੈ ਜਿਸ ਕਾ ਸਭ ਆਧਾਰੋ, ਜਿਹੜਾ ਸਾਰਿਆਂ ਦੇ ਜੀਵਨ ਦਾ ਆਧਾਰ ਹੋਣਾ ਚਾਹੀਦਾ ਹੈ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਸ ਥਾਲ ਦੇ ਵਿੱਚ ਜਿਹੜੀਆਂ ਵਸਤੂਆਂ ਰੱਖੀਆਂ ਨੇ ਨਾ, ਜਿਹੜਾ ਭੋਜਨ ਪਰੋਸਿਆ ਹੈ, ਹੁਣ ਉਹਨੂੰ ਖਾਣਾ ਹੈ, ਛਕਣਾ ਹੈ, ਤੇ ਫਿਰ ਉਹਨੂੰ ਰਸ ਲੈ ਲੈ ਕੇ, ਪੁੰਚੇ ਦਾ ਅਰਥ ਰਸ ਲੈ ਲੈ ਕੇ ਹੁੰਦਾ। ਇਹਦੇ ਵਿਦਵਾਨਾਂ ਨੇ ਪਚਾਉਣਾ ਵੀ ਕੀਤਾ। ਦੋਵੇਂ ਅਰਥ ਚਲੋ ਸਿਧਾਂਤਕ ਤੌਰ ਤੇ ਸਹੀ ਹੋ ਸਕਦੇ ਨੇ। ਜਿਹੜਾ ਵੀ ਇਸ ਭੋਜਨ ਨੂੰ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਥਾਲ ਦੇ ਵਿੱਚ ਸੱਚੇ ਪਾਤਸ਼ਾਹ ਨੇ ਪਰੋਸਿਆ ਸਾਡੇ ਵਾਸਤੇ, ਕਹਿੰਦੇ ਜਿਹੜਾ ਇਹਨੂੰ ਖਾਵੇਗਾ, ਜਿਹੜਾ ਇਹਨੂੰ ਪੁੰਚੇਗਾ, ਰਸ ਲੈ ਲੈ ਕੇ ਖਾਵੇਗਾ, ਕਿਉਂਕਿ ਜਿਹੜਾ ਰਸ ਲੈ ਲੈ ਕੇ ਖਾਂਦੇ ਆ ਉਹੀ ਖੂਨ ਬਣਦਾ ਹੈ। ਤੇ ਮਹਾਰਾਜ ਕਹਿੰਦੇ ਨੇ ਤਿਸ ਕਾ ਹੋਏ ਉਧਾਰੋ, ਉਹਦਾ ਉਧਾਰ ਹੋਵੇਗਾ, ਉਹਦਾ ਪਾਰ ਉਤਾਰਾ ਹੋਵੇਗਾ। ਇਹ ਵਸਤ ਜੀਨਹਿ ਜਾਈ, ਨਿਤ ਨਿਤ ਰਾਖਿਓ ਧਾਰੋ। ਇਹ ਜਿਹੜੀ ਵਸਤ ਹੈ ਛੱਡਣ ਵਾਲੀ ਨਹੀਂ ਹੈ, ਨਿਤ ਨਿਤ ਰਾਖੋ ਧਾਰੋ। ਇਹਨੂੰ ਤਾਂ ਰੋਜ਼ ਰੋਜ਼ ਹਿਰਦੇ 'ਚ ਬਸਾਉਣਾ ਚਾਹੀਦਾ ਹੈ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਹਨੇਰਾ ਸੰਸਾਰ ਹੈ, ਤਮ ਹੈ, ਤਮੋ ਬਿਰਤੀ ਵਾਲਾ ਕਹਿ ਲਓ, ਇਹਦੇ ਕਈ ਅਰਥ ਨੇ। ਇਹ ਜਿਹੜਾ ਸੀ ਇਹਦੇ ਵਿੱਚੋਂ ਬਚਾ ਤੁਹਾਡੇ ਚਰਨਾਂ ਨਾਲ ਜੁੜਿਆ, ਚਰਨ ਲਗ ਤਰੀ ਹੈ, ਜਿਸ ਵਾਹਿਗੁਰੂ ਦਾ ਸਾਰਾ ਪਸਾਰਾ, ਸਭ ਨਾਨਕ ਬ੍ਰਹਮ ਪਸਾਰੋ। ਪੰਜਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਥਾਲ ਦੇ ਵਿੱਚ ਜੋ ਸਾਨੂੰ ਬਾਣੀ ਰੂਪ ਉਹਨਾਂ ਨੇ ਸ਼ਬਦ ਰੂਪੀ ਭੋਜਨ ਪਰੋਸਿਆ, ਇਹ ਆਪਾਂ ਨੇ ਰਸ ਲੈ ਲੈ ਕੇ ਛਕਣਾ ਹੈ, ਇਹਨੂੰ ਪਚਾਉਣਾ ਹੈ ਤਾਂ ਕਿ ਸਾਡਾ ਉਧਾਰ ਹੋ ਜਾਵੇ ਜੀ। ਸ਼ਲੋਕ ਮਹੱਲਾ ਪੰਜਵਾ।
ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ। ਇਹਦੀ ਵਿਚਾਰ ਆਪਾਂ ਕੱਲ ਦੇ ਦੀਵਾਨ ਦੇ ਵਿੱਚ, ਪਿਛਲੇ ਕੱਲ ਦੇ ਵਿੱਚ ਖੁੱਲ ਕੇ ਕੀਤੀ ਸੀਗੀ। ਰਿਪੀਟ ਕਰ ਰਹੇ, ਥੋੜਾ ਜਿਹਾ ਇਸ਼ਾਰਾ ਮਹਾਰਾਜ ਜੋ ਕਰ ਰਹੇ ਨੇ। ਇਤਨਾ ਵੱਡਾ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪਰਉਪਕਾਰ ਹੈ ਦੁਨੀਆ ਦੇ ਉੱਪਰ, ਉਹਨਾਂ ਦੀ ਮਹਾਨ ਦੇਣ ਹੈ ਦੁਨੀਆ ਨੂੰ। ਇਹ ਮੈਂ ਬੇਨਤੀ ਕੀਤੀ ਸੀ ਵੀ ਸੱਚਖੰਡ ਹਰਿਮੰਦਰ ਸਾਹਿਬ ਦੀ ਮਹਾਨ ਦੇਣ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਉਹ ਸਮਾਪਤੀ ਹੋਈ। ਫਿਰ 1601 ਤੋਂ ਲੈ ਕੇ 1604 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਦਾ ਮਹਾਨ ਕਾਰਜ, ਜੋ ਕਿਤਨਾ ਵੱਡਾ ਗ੍ਰੰਥ ਤਿਆਰ ਕੀਤਾ ਹੈ, ਉਹ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਾਇਆ। ਉਹ ਸਾਰਾ ਕੁਝ ਕਰਕੇ ਕਿਤੇ ਵੀ ਈਗੋ ਨਹੀਂ ਹੈ, ਹਉਮੈ ਮਾਸਾ ਭਰ ਵੀ ਨਹੀਂ ਹੈ। ਆਮ ਤੌਰ ਤੇ ਜਿਵੇਂ ਜਿਵੇਂ ਕੰਮ ਸਮਾਪਤ ਹੁੰਦਾ ਨਾ, ਬੰਦੇ ਨੂੰ ਇਹ ਹੁੰਦਾ ਲੈ ਵੀ ਕੰਮ ਆਪਾਂ ਨਿਬੇੜ ਲਿਆ, ਹਉਮੈ ਆ ਜਾਂਦੀ ਹੈ ਵੀ ਮੈਂ ਕੰਮ ਸਿਰੇ ਚਾੜਤਾ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕਹਿ ਰਹੇ ਨੇ? ਕਹਿੰਦੇ ਤੇਰਾ ਕੀਤਾ ਪਰਮੇਸ਼ਰ ਸਭ ਕੁਝ ਤੂੰ ਕੀਤਾ, ਜਾਤੋ ਨਾਹੀ ਮੈਂ ਤੈਨੂੰ ਜਾਣ ਹੀ ਨਹੀਂ ਸਕਿਆ, ਮੈਂ ਤਾਂ ਕਰੇ ਨਹੀਂ ਸੀ ਸਕਦਾ ਇਹ ਜੋ ਤੂੰ ਕਰ ਲਿਆ। ਕਿਉਂਕਿ ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ, ਬੇਚਾਰਾ ਰਾਮ ਮੈਨੂੰ ਜੋਗ ਕੀਤੋਈ, ਤੂੰ ਮੈਨੂੰ ਇਹ ਕਰਨ ਦੇ ਯੋਗ ਬਣਾ ਦਿੱਤਾ। ਕੀਤੋ ਤੂੰ ਮੈਨੂੰ ਕਰਿਆ, ਜੋਗ ਕੀਤਾ, ਜੇ ਆ ਸਰੂਪ ਬਣਿਆ। ਜੋ ਵੀ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਮਹਾਨ ਦੇਣ ਹੈ। ਕਿਤਨਾ ਵੱਡਾ ਅਦੁੱਤੀ ਗ੍ਰੰਥ ਹੈ ਦੁਨੀਆ ਦਾ, ਦੁਨੀਆ ਦਾ ਅਦੁੱਤੀ ਗ੍ਰੰਥ ਹੈ। ਇਹਦਾ ਮੁਕਾਬਲਾ ਸਾਰੇ ਗ੍ਰੰਥਾਂ ਦਾ ਅਸੀਂ ਸਨਮਾਨ ਸਤਿਕਾਰ ਕਰਦੇ ਹਾਂ, ਸਾਰੇ ਪੂਜਨੀਕ ਨੇ, ਪਰ ਇਹਦਾ ਮੁਕਾਬਲਾ ਕੋਈ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਮੈਨੂੰ ਇਹਦੇ ਯੋਗ ਕੀਤਾ ਹੈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਮੈਂ ਤਾਂ ਨਿਰਗੁਣੀ ਆਰਾ ਸੀ, ਤੂੰ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਗੁਣਾਂ ਨਾਲ ਭਰ ਦਿੱਤਾ ਹੈ, ਆਪ ਤਾਂ ਮੇਰੇ ਤੇ ਤਰਸ ਕੀਤਾ, ਰਹਿਮਤ ਕੀਤੀ ਹੈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਸਭ ਤੋਂ ਵੱਡਾ ਤਰਸ ਕੀ ਹੈ ਮਨੁੱਖ ਤੇ? ਸਭ ਤੋਂ ਵੱਡੀ ਦਇਆ ਕੀ ਹੈ? ਸਤਿਗੁਰੂ ਸੱਜਣ ਦਾ ਮਿਲਾਪ ਹੋ ਜਾਣਾ। ਵੱਖਰੀ ਗੱਲ ਆਪਾਂ ਕਹਿੰਦੇ ਤੂੰ ਮੇਰੇ ਤੇ ਤਰਸ ਕੀਤਾ, ਮੈਨੂੰ ਖਾਣ ਨੂੰ ਦੇਤਾ, ਤਰਸ ਕੀਤਾ ਮੈਨੂੰ ਰੋਟੀ ਪਾਣੀ ਦੇਤੀ, ਤਰਸ ਕੀਤਾ ਕੱਪੜਾ ਲੀੜਾ ਦੇਤਾ, ਤਰਸ ਕੀਤਾ, ਇਹ ਸਾਰੀਆਂ ਚੀਜ਼ਾਂ ਪਾਸੇ ਰਹਿ ਗਈਆਂ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਸਭ ਤੋਂ ਵੱਡਾ ਤਰਸ ਹੈ ਗੁਰੂ ਦਾ ਮਿਲਾਪ ਹਾਸਲ ਹੋ ਜਾਣਾ। ਜਿਹੜਾ ਗੁਰੂ ਗਿਆਨ ਦਾ ਸੁਰਮਾ ਫਿਰ ਸਿੱਖ ਦੇ ਨੇਤਰਾਂ 'ਚ ਪਾਉਂਦਾ ਹੈ, ਜਿਹਦੇ ਨਾਲ ਜ਼ਿੰਦਗੀ ਬਣਦੀ ਹੈ। ਤਾਂ ਹੀ ਤਾਂ ਕਹਿੰਦੇ ਨੇ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਮਹਾਰਾਜ ਕਹਿੰਦੇ ਨੇ ਤਰਸ ਪਾਇਆ, ਪਰਮੇਸ਼ਰ ਨੇ ਤਰਸ ਕੀਤਾ, ਮਿਹਰਾਮਤ ਦੇ ਘਰ ਵਿੱਚ ਆਇਆ, ਉਹ ਮਿਹਰ ਕੀਤੀ, ਸਤਿਗੁਰੂ ਸੱਜਣ ਮਿਲਿਆ, ਸਤਿਗੁਰੂ ਸੱਜਣ ਦਾ ਮਿਲਾਪ ਹੋਇਆ ਜੀ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਸਤਿਗੁਰੂ ਸਾਹਿਬ ਨਾਨਕ ਨਾਮ ਦੀ ਵਰਤੋਂ ਕਰਦੇ ਹਨ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਸਮਾਪਤੀ ਕਰ ਰਹੇ ਨੇ। ਨਾਨਕ, ਇੱਥੇ ਬੇਨਤੀ ਮੈਂ ਕੱਲ ਵੀ ਕੀਤੀ ਸੀ, ਫਿਰ ਇੱਕ ਵਾਰ ਰਿਪੀਟ ਕਰਦੇ ਹਾਂ, ਇਹਨੂੰ ਇਕੱਠਾ ਨਾ ਪੜਿਓ। ਇਕੱਠਾ ਪੜਨ ਨਾਲ ਥੋੜਾ ਜਿਹਾ ਅਰਥਾਂ 'ਚ ਫਰਕ ਪੈ ਜਾਂਦਾ। ਨਾਨਕ ਨਾਮ ਮਿਲੈ, ਇਹ ਤਾਂ ਗੁਰੂ ਸਾਹਿਬ ਨੇ ਵੀ ਵਾਰ-ਵਾਰ ਬਾਣੀ 'ਚ ਆਖਿਆ, ਨਾਨਕ ਦਾਸ ਇਹ ਹੈ ਸੁਖ ਮੰਗੈ, ਨਾਨਕ ਦਾਸ ਨਾਮ ਦੀ ਮੰਗ ਕਰਦਾ। ਤਮਾਮ ਬਚਨ ਆਉਂਦੇ ਨੇ। ਇੱਥੇ ਨਾਨਕ ਨਾਮ ਦੀ ਵਰਤੋਂ ਕਰਦਿਆਂ ਪੰਚਮ ਪਾਤਸ਼ਾਹ ਕਹਿੰਦੇ ਨਾਮ ਮਿਲੇ ਪਰਮੇਸ਼ਰ ਦਾ ਤਾਂ ਜੀਵਾਂ। ਅਸਲ ਵਿੱਚ ਉਹੀ ਜ਼ਿੰਦਗੀ ਹੈ, ਉਹੀ ਜੀਵਨ ਹੈ। ਤਨ ਮਨ ਥੀਵੇ ਹਰਿਆ, ਮੇਰਾ ਤਨ ਤੇ ਮਨ ਤਾਂ ਥੀਵਾ ਹਰਾ ਭਰਾ ਹੋਏਗਾ। ਆਪਾਂ ਤੇ ਰੋਜ਼ ਅਰਦਾਸ ਕਰਦੇ ਆ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਉਹ ਗੁਰਮੁਖਾਂ ਦਾ ਮੇਲ ਕਰਾ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚੇਤੇ ਆਵੇ। ਫਿਰ ਉਹ ਨਾਮ ਦੀ ਅਸੀਂ ਕਮਾਈ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਇਸ ਪਾਸੇ ਤੁਰੀਏ। ਇਸ ਕਰਕੇ ਨਾਨਕ ਨਾਮ ਮਿਲੈ ਤਾਂ ਜੀਵਨ, ਤਨ ਮਨ ਥੀਵੇ ਹਰਿਆ। ਪੰਚਮ ਪਾਤਸ਼ਾਹ ਜੀ ਨੇ ਇੱਥੇ ਸਮਾਪਤੀ ਕੀਤੀ ਹੈ। ਰਾਗਮਾਲਾ, ਆਓ ਇਹਦੇ ਵੀ ਸ਼ਬਦੀ ਅਰਥ ਕਰੀਏ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮੇਸ਼ਰ ਇੱਕ ਹੈ, ਪਰਮਾਤਮਾ ਇੱਕ ਹੈ। ਇਹ ਮੰਗਲਾਚਰਨ ਦਾ ਸਰੂਪ ਕਈ ਵਾਰ ਬਾਣੀ 'ਚ ਆਇਆ ਹੈ। ਔਰ ਇੱਥੇ ਕਹਿੰਦੇ ਉਹ ਪਰਮੇਸ਼ਰ ਇੱਕ ਹੈ, ਸਦੀਵੀ ਕਾਇਮ ਹੈ, ਜਿਹਨੂੰ ਗੁਰੂ ਦੀ ਕਿਰਪਾ ਦੇ ਦੁਆਰਾ ਜਾਣਿਆ ਜਾ ਸਕਦਾ ਹੈ। ਰਾਗਮਾਲਾ, ਰਾਗਮਾਲਾ ਇਹ ਨਾਮ ਹੈ, ਰਾਗਾਂ ਦੀ ਮਾਲਾ। ਇਹਦੇ ਅਰਥ ਵਿਦਵਾਨਾਂ ਨੇ ਬਹੁਤ ਕੀਤੇ ਨੇ। ਰਾਗਾਂ ਦੀ ਮਾਲਾ, ਰਾਗ ਕਿਵੇਂ ਲੜੀ 'ਚ ਪਰੋਏ ਨੇ। ਰਾਗ ਦਾ ਅਰਥ ਵੈਰਾਗ ਵੀ ਕੀਤਾ, ਪ੍ਰੇਮ ਵੀ ਕੀਤਾ, ਵੀ ਪ੍ਰੇਮ ਦੀ ਮਾਲਾ ਹੈ। ਇਹਦੇ ਨਾਲ ਥੋੜਾ ਜਿਹਾ ਸੰਪਰਦਾਇ ਵਿਦਵਾਨ ਜਿਹੜਾ ਜ਼ਿਕਰ ਕਰਦੇ ਨੇ, ਮੈਂ ਇਸ਼ਾਰੇ ਮਾਤਰ ਬੇਨਤੀ ਕਰਾਂ। ਕਹਿੰਦੇ ਨੇ ਇੱਕ ਵਾਰੀ ਨਾ ਨਾਰਦ ਮੁਨੀ ਜੀ ਕਿਤੇ ਰਾਗਾਂ ਕੋਲੇ ਗਏ। ਰਾਗਾਂ ਦੇ ਕੋਲੇ ਗਏ, ਜਿਵੇਂ ਵਿਦਵਾਨਾਂ ਦਾ ਇਹ ਸੰਤ ਗਿਆਨੀ ਸਾਰੇ ਹੀ ਜਿੰਨੇ ਵੀ ਮਹਾਂਪੁਰਸ਼ ਹੋਏ ਨੇ ਉਹਨਾਂ ਨੇ ਇਹਦੇ ਅਰਥ ਇਹ ਕੀਤੇ ਨੇ। ਕਹਿੰਦੇ ਰਾਗਾਂ ਕੋਲੇ ਗਏ, ਰਾਗਾਂ ਨੇ ਅੱਗਿਓਂ ਜਿਹੜਾ ਸੀਗਾ ਉਹਦੇ ਕੋਲੇ ਇੱਕ ਤਰ੍ਹਾਂ ਦਾ ਰੋਣਾ ਕੀਤਾ, ਰੋ ਰੋ ਕੇ ਪਿੱਟ ਪਿੱਟ ਕੇ ਦਹਾਈ ਦੇ ਦੇ ਕੇ ਆਪਣਾ ਦੁੱਖ ਦੱਸਣ ਲੱਗੇ। ਉਹ ਕਹਿੰਦਾ ਵੀ ਗੱਲ ਕੀ ਹੋ ਗਈ, ਤੁਹਾਨੂੰ ਪ੍ਰੋਬਲਮ ਕੀ ਹੈ ਤੁਹਾਡੀ? ਉਹ ਕਹਿੰਦੇ ਬਈ ਨਾ ਸਾਡਾ ਤਾਂ ਜਲੂਸ ਕੱਢ ਛੱਡਿਆ, ਸਾਡਾ ਤਾਂ ਨਾਸ ਮਾਰ ਛੱਡਿਆ। ਕੀ ਹੋ ਗਿਆ? ਕਹਿੰਦੇ ਆ ਜਿਹੜੇ ਗਵਈਏ ਨੇ, ਜਿਹੜੇ ਗਾਉਣ ਵਾਲੇ ਨੇ ਰਾਗ, ਕੋਈ ਜਿਹੜਾ ਰਾਗ ਦਾ ਟਾਈਮ ਹੈ, ਰਾਗ ਦੀ ਪ੍ਰੋਪਰ ਇੱਕ ਮਰਿਆਦਾ ਹੈ।
ਜਿਹਦਾ ਜੀ ਕਰਦਾ ਜਦੋਂ ਛੇੜ ਲੈਂਦਾ, ਜਿਹਦਾ ਜੀ ਕਰਦਾ ਆਪਣੇ ਢੰਗ ਨਾਲ ਤੋੜ ਮਰੋੜ ਲੈਂਦਾ ਹੈ। ਕਹਿੰਦੇ ਨੇ ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ। ਆਹ ਹਾਲਤ ਕੀਤੀ ਬੜੇ ਸੰਖੇਪ ਦੇ ਵਿੱਚ ਮੈਂ ਬੇਨਤੀ ਕਰ ਰਿਹਾ। ਉਹਨਾਂ ਨੇ ਆਖਿਆ ਵੀ ਨਾ ਸਾਡੀ ਕੋਈ ਕਿਰਪਾ ਕਰੋ, ਸਾਡੇ ਤੇ ਤਰਸ ਕਰੋ, ਸਾਡੇ ਤੇ ਰਹਿਮਤ ਕਰੋ। ਉਹ ਜਿਵੇਂ ਪ੍ਰਸੰਗ ਹੈ, ਕਹਿੰਦੇ ਉਹਨੇ ਆਖਿਆ ਵੀ ਪੰਜਵੇਂ ਪਾਤਸ਼ਾਹ ਜੀ ਵੀੜ ਤਿਆਰ ਕਰ ਰਹੇ ਨੇ। ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਰਾਮਸਰ ਸਰੋਵਰ ਦੇ ਕੰਢੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਮਹਾਨ ਗ੍ਰੰਥ ਦੀ ਸੰਪਾਦਨਾ ਹੋ ਰਹੀ ਹੈ ਔਰ ਤੁਸੀਂ ਉਹਨਾਂ ਕੋਲੇ ਜਾਓ, ਉਹ ਤੁਹਾਡੀ ਇੱਛਾ ਪੂਰੀ ਕਰ ਸਕਦੇ ਨੇ, ਉਹ ਸਮਰੱਥ ਨੇ। ਕਹਿੰਦੇ ਨੇ ਜਦੋਂ ਉਹਨਾਂ ਕੋਲੇ ਗਏ ਮਹਾਰਾਜ ਸੱਚੇ ਪਾਤਸ਼ਾਹ ਕੋਲੇ ਜਾ ਕੇ ਇਹਨਾਂ ਨੇ ਚਲੋ ਆਪਣੀ ਸਾਰੀ ਵਿਥਿਆ ਸੁਣਾਈ, ਆਪਣੀ ਸਾਰੀ ਕਹਾਣੀ ਦੱਸੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਜੀ ਕਿਰਪਾ ਕਰੋ ਸਾਡੇ ਤੇ, ਤੁਸੀਂ ਸਾਰੀ ਬਾਣੀ ਰਾਗਾਂ 'ਚ ਲਿਖੀ ਹੈ ਔਰ 30 ਰਾਗ ਪੰਜਵੇਂ ਪਾਤਸ਼ਾਹ ਨੇ ਵਰਤੇ ਸੀ। 31ਵਾਂ 9ਵੇਂ ਪਾਤਸ਼ਾਹ ਦੀ ਬਾਣੀ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸ਼ਾਮਿਲ ਕੀਤੀ ਹੈ 30 ਰਾਗਾਂ 'ਚ ਬਾਣੀ, ਤੇ ਉਹਨਾਂ ਨੇ ਜਦੋਂ ਆਪਣੀ ਸਾਰੀ ਕਹਾਣੀ ਦੱਸੀ, ਮਨਸਾ ਦੱਸੀ, ਮਹਾਰਾਜ ਸੱਚੇ ਪਾਤਸ਼ਾਹ ਕੋਲੇ ਕਿਹੜੇ ਕਿਹੜੇ ਰਾਗ ਗਏ, ਕਿਵੇਂ ਉਹਨਾਂ ਦੀਆਂ ਪਤਨੀਆਂ ਗਈਆਂ ਨਾਲ, ਕਿਵੇਂ ਉਹਨਾਂ ਦੇ ਸਪੁੱਤਰ ਗਏ, ਇਹਦਾ ਲੰਮਾ ਚੌੜਾ ਖਿਲਾਰਾ, ਪਰ ਆਪਾਂ ਸੀਮਤ ਸਮੇਂ 'ਚ ਇਸ਼ਾਰੇ ਮਾਤਰ ਬੇਨਤੀ ਕਰਨੀ ਹੈ ਮੈਂ। ਉਹ ਰਾਗ ਗਏ ਮਹਾਰਾਜ ਜੀ ਦੇ ਪਾਸ, ਤੇ ਜਿਹੜੇ ਰਾਗ ਉਹਨਾਂ ਦੇ ਨਾਲ ਉਹਨਾਂ ਦੇ ਪੁੱਤਰ ਵੀ ਨੇ, ਉਹਨਾਂ ਦੀਆਂ ਪਤਨੀਆਂ ਵੀ ਨੇ। ਕਿੰਨੇ ਪੁੱਤਰ ਨੇ ਤੇ ਕਿੰਨੀਆਂ ਪਤਨੀਆਂ ਨੂੰ ਸਾਰਾ ਇਹਦੇ ਵਿੱਚ ਜ਼ਿਕਰ ਆਏਗਾ। ਕਹਿੰਦੇ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਸੁਣਾਈ, ਭਾਈ ਗੁਰਦਾਸ ਜੀ ਨੂੰ ਮਹਾਰਾਜ ਜੀ ਨੇ ਆਖਿਆ ਵੀ ਨੇ ਸ਼ਾਮਲ ਕਰ ਲਓ। ਇਸ ਤਰ੍ਹਾਂ ਦਾ ਵਿਦਵਾਨ ਇਹਦੇ ਅਰਥ ਕਰਦੇ ਨੇ। ਔਰ ਰਾਗਮਾਲਾ ਦੇ ਸੰਬੰਧ ਵਿੱਚ ਚਲੋ ਪੰਥ ਦੇ ਵਿੱਚ ਥੋੜਾ ਜਿਹਾ ਉਹ ਆਪਾਂ ਸਾਰੇ ਜਾਣਦੇ ਹਾਂ, ਉਹ ਮਸਲੇ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਾਮਲ ਕਰਾਈ। ਰਾਗਮਾਲਾ ਦੇ ਵਿੱਚ ਜੋ ਰਾਗਾਂ ਦਾ ਨਾਮ ਹੈ, ਜੋ ਉਹਨਾਂ ਦੀਆਂ ਪਤਨੀਆਂ ਦੇ ਨਾਮ ਨੇ, ਜੋ ਉਹਨਾਂ ਦੇ ਪੁੱਤਰਾਂ ਦੇ ਨਾਮ ਆਏ ਹਨ। ਰਾਗ ਏਕ ਸੰਗ ਪੰਚ ਬਰੰਗਣ, ਸੰਗ ਲਾਪੈ ਆਠੋ ਨੰਦਨ। ਇੱਕ ਰਾਗ ਦੇ ਨਾਲ ਪੰਜ ਉਹਨਾਂ ਦੀਆਂ ਪਤਨੀਆਂ ਦਾ ਜ਼ਿਕਰ ਹੈਗਾ। ਪੰਜ ਪਤਨੀਆਂ ਆਈਆਂ ਨੇ। ਸੰਗ ਅਲਾਪੈ ਆਠੋ ਨੰਦਨ, 8 ਉਹਨਾਂ ਦੇ ਪੁੱਤਰ ਆਏ ਹਨ। ਪ੍ਰਥਮ ਰਾਗ ਭੈਰੋਵੈ ਕਰਹੀ, ਪੰਚ ਰਾਗਣੀ ਸੰਗ ਉਚਰਹੀ। ਪਹਿਲੇ ਰਾਗ ਦਾ ਜ਼ਿਕਰ ਇੱਥੇ ਭੈਰੋਂ ਰਾਗ ਦਾ ਜ਼ਿਕਰ ਹੈ। ਭੈਰੋ ਰਾਗ ਖੜਾ ਹੋਇਆ, ਆਪਣੇ ਪਰਿਵਾਰ ਨਾਲ, ਪਤਨੀਆਂ ਤੇ ਬੱਚੇ ਪੁੱਤਰਾਂ ਨਾਲ ਆਇਆ। ਉਹਨੇ ਮਹਾਰਾਜ ਦੀ ਸਿਫਤ ਕੀਤੀ, ਅਕਾਲ ਪੁਰਖ ਦੀ ਸਿਫਤ ਕੀਤੀ ਜੀ। ਪ੍ਰਥਮ ਭੈਰਵੇ ਬਿਲਾਵਲੀ, ਪੁਨਿਆ ਕੀ ਗਾਵਹਿ ਬੰਗਲੀ। ਜਿਹੜਾ ਪੰਜ ਰਾਗਨੀ ਸੰਗ ਉਚਰਗੀ, ਜਿਹੜੀਆਂ ਇਹਦੇ ਨਾਲ 5 ਰਾਗਣੀਆਂ ਨੇ, ਇਹਦੀਆਂ ਪਤਨੀਆਂ ਨੇ ਨਾ, ਪਹਿਲੀ ਹੈ ਪ੍ਰਥਮ ਭੈਰਵੀ, ਭੈਰਵੀ ਇਹਦੀ ਪਤਨੀ ਦਾ ਨਾਮ ਹੈ। ਫਿਰ ਹੈ ਬਿਲਾਵਲੀ, ਦੂਜੀ ਬਿਲਾਵਲੀ ਹੈ। ਫਿਰ ਅੱਗੇ ਜ਼ਿਕਰ ਕਰਦੇ ਹਨ। ਪੁਨਿਆ ਕੀ ਗਾਵੈ ਬੰਗਲੀ, ਪੁਨ ਅਸਲੇ ਕੀ ਪਈ ਬਾਰੀ, ਏ ਪੈਰੋ ਕੀ ਪੰਚੋ ਨਾਰੀ। ਪ੍ਰਥਮ ਭੈਰਵੀ, ਦੂਸਰੀ ਬਿਲਾਵਲੀ, ਤੀਜੀ ਪੁਨਿਆ ਕੀ, ਚੌਥੀ ਬੰਗਲੀ। ਫਿਰ ਕਹਿੰਦੇ ਪੁਨ ਅਸਲੇਖੀ ਕੀ, ਪੰਜਵੀਂ ਅਸਲੇਖੀ ਕੀ। ਇਹ 5 ਉਹਦੀਆਂ ਰਾਗਾਂ ਦੀਆਂ ਪਤਨੀਆਂ, ਭੈਰੋਂ ਰਾਗ ਦੀਆਂ ਪਤਨੀਆਂ ਰਾਗਣੀਆਂ। ਇਹ ਭੈਰੋਂ ਕੀ ਪੰਚੋ ਨਾਰੀ, ਇਹ 5 ਉਹਦੀਆਂ ਨਾਰੀਆਂ, ਇਸਤਰੀਆਂ ਹਨ। ਪੰਚਮ ਹਰਖ ਸਾਗ ਸੁਣਾਵੈ, ਬੰਗਾਲ ਮਦ ਮਾਧਵ ਗਾਵਹਿ। ਪੰਚਮ ਹਰਖ ਐਨ ਖੁਸ਼ੀ ਦੇ ਵਿੱਚ ਗਾਉਂਦੀਆਂ ਨੇ, ਪ੍ਰਮਾਤਮਾ ਦੀ ਸਿਫਤ ਕਰਦੀਆਂ ਨੇ। ਬੰਗਾਲਮ ਮਦ ਮਦ ਗਾਵੈ। ਇਹਦੇ ਪੁੱਤਰ ਕੌਣ ਨੇ, ਉਹਨਾਂ ਦਾ ਅੱਗੇ ਜ਼ਿਕਰ ਕੀਤਾ ਹੈ। ਕਹਿੰਦੇ ਬੰਗਾਲਮ ਮਦ ਮਾਧਵ, ਇਹ ਉਹਨਾਂ ਦੇ ਪੁੱਤਰਾਂ ਦੇ ਨਾਮ ਆ ਰਹੇ ਹਨ। ਲਲਤ ਬਿਲਾਵਲ ਗਾਵਹੀ, ਆਪਣੀ ਆਪਣੀ ਭਾਂਤ। ਫਿਰ ਲਲਤ ਬਿਲਾਵਲ, ਇਹ ਵੀ ਉਹਨਾਂ ਪੁੱਤਰਾਂ ਦੇ ਨਾਮ ਨੇ, ਉਹ ਆਪਣੇ ਆਪਣੇ ਢੰਗ ਦੇ ਨਾਲ ਗਾ ਰਹੇ ਹਨ। ਅਸ਼ਟ ਪੁੱਤਰ ਭੈਰਵ ਕੇ, ਗਾਵੈ ਗਾਇਣ ਪਾਤਰ। 8 ਪੁੱਤਰ ਨੇ ਇਹ ਭੈਰੋਂ ਦੇ, ਜਿਹਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈ। 8 ਰਾਗ ਨੇ ਭੈਰੋਂ ਦੇ। ਪ੍ਰਥਮ ਰਾਗ ਹੈ, 5 ਰਾਗਣੀਆਂ, 8 ਪੁੱਤਰਾਂ ਦਾ ਜ਼ਿਕਰ ਆਇਆ ਹੈ। ਤੁਤਿਆ ਮਾਲ ਕੌਸਕਿਆ ਲੱਪ ਹੈ, ਸੰਗ ਰਾਗਣੀ ਪੰਚੋ ਥਾਪੈ। ਦੂਜਾ ਰਾਗ ਵੀ ਆ ਗਿਆ, ਦੂਜਾ ਰਾਗ ਖੜਾ ਹੋਇਆ। ਉਹ ਰਾਗ ਹੈ ਮਾਲ ਕੌਸਕ। ਖਿਮਾ ਕਰਨਾ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤਰਤੀਬ ਹੈ, ਉਹ ਤਰਤੀਬ ਤੇ ਨਹੀਂ ਹੈ ਇੱਥੇ, ਪਰ ਇਹ ਜਿਵੇਂ ਵੀ ਮਹਾਰਾਜ ਨੇ ਕਿਰਪਾ ਕੀਤੀ ਹੈ। ਕਹਿੰਦੇ ਦੂਜਾ ਰਾਗ ਮਾਲ ਕੌਸਕ ਆਲਾਪ ਹੈ, ਉਹ ਖੜਾ ਹੋ ਕੇ ਸਿਫਤ ਕਰਨ ਲੱਗਿਆ ਹੈ। ਗੋਂਡ ਕਰੀ ਅਰ ਦੇਵ ਗੰਧਾਰੀ, ਗੰਧਾਰੀ ਸੀ ਹੂਤੀ ਉਚਾਰੀ। ਸੰਗ ਰਾਗਨੀ ਪੰਚੋ ਥਾਪ ਹੈ, ਇਹਦੇ ਨਾਲ ਵੀ 5 ਇਹਦੀਆਂ ਪਤਨੀਆਂ ਰਾਗਣੀਆਂ ਜ਼ਿਕਰ ਕਰਦੇ ਨੇ। ਕਹਿੰਦੇ ਨੇ ਪਹਿਲੀ ਕੌਣ ਹੈ, ਗੋਂਡ ਕਰੀ, ਪਹਿਲੀ ਅਰ ਦੇਵ ਗੰਧਾਰੀ। ਪਹਿਲੀ ਗੋਂਡ ਕਰੀ, ਦੂਜੀ ਦੇਵ ਗੰਧਾਰੀ ਆਈ ਹੈ। ਗੰਧਾਰੀ ਸੀਹੁਤੀ ਉਚਾਰੀ, ਤੀਜੀ ਗੰਧਾਰੀ। ਫਿਰ ਜਿਹੜਾ ਸੀਹੁਤੀ, ਚੌਥੀ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਜਿਵੇਂ ਅਰਜਨ ਸਾਹਿਬ ਮਹਾਰਾਜ ਦੇ ਪਾਸ
ਉਹ ਵਿਦਵਾਨਾਂ ਦਾ ਐਸਾ ਮੰਨਣਾ ਔਰ ਕਹਿਣਾ, ਐਸੀ ਵਿਆਖਿਆ ਹੈ ਵੀ ਕਿਹੜੇ ਕਿਹੜੇ ਰਾਗ ਕਿਹੜੀਆਂ ਕਿਹੜੀਆਂ ਪਤਨੀਆਂ ਨਾਲ ਗਾ ਰਹੇ ਨੇ। ਇੱਥੇ ਦੂਸਰੇ ਰਾਗ ਮਾਲ ਕੌਸ਼ਿਕ ਦੀਆਂ ਪਤਨੀਆਂ ਦਾ ਨਾਮ ਆਇਆ ਹੈ। ਧਨਾਸਰੀ ਇਹ ਪੰਚ ਗਾਏ ਮਾਲ ਰਾ ਕੌਸ਼ਿਕ ਸੰਗ ਲਾਈ। ਔਰ ਇਹ ਕੌਸ਼ਿਕ ਰਾਗ ਦੇ ਨਾਲ ਪੰਜਵੀਂ ਜਿਹੜੀ ਇਹਦੀ ਪਤਨੀ ਦਾ ਜ਼ਿਕਰ ਹੈ ਉਹ ਧਨਾਸਰੀ ਦਾ ਆਇਆ ਹੈ। ਮਾਰੂ ਮਸਤੰਗ ਮੇਵਾਰਾ ਪ੍ਰਬਲ ਚੰਡ ਕੌਸ਼ਿਕ ਉਬਾਰਾ। ਇਹ ਗਾਹਾਂ ਉਹਨਾਂ ਦੇ ਪੁੱਤਰ ਨੇ, ਪੰਜ ਰਾਗ ਇਸਤਰੀਆਂ ਦੇ ਨਾਮ ਆ ਗਏ। ਮਾਰੂ ਪੁੱਤਰ ਇੱਕ, ਮਸਤ ਅੰਗ ਦੂਜਾ, ਜਿਹੜਾ ਮੇਵਾਰਾ ਤੀਜਾ, ਫਿਰ ਪਰਵਲ ਚੰਡ ਇਹ ਵੀ ਨਾਮ ਹੈ, ਕੌਸ਼ਿਕ ਉਬਾਰਾ ਇਹ ਵੀ ਉਹਨਾਂ ਦੇ ਪੁੱਤਰਾਂ ਦੇ ਨਾਮ ਹੈਗੇ ਹਨ। ਹਉ ਕਟਿਆ ਭੌਰਾ ਨਦ ਗਾਏ ਅਸ਼ਟਮਾਲ ਕੌਸ਼ਿਕ ਸੰਗ ਲਾਏ। ਖੌ ਖਟ ਇਹ ਵੀ ਨਾਮ ਹੈ, ਭੌਰਾ ਨਦ ਦੇ ਸਾਰੇ ਅਸ਼ਟ ਮਾਲ ਕੌਸ਼ਿਕ ਲੰਗ ਲਾਏ। ਇਹ 8 ਪੁੱਤਰ ਮਾਲ ਕੌਸ਼ਿਕ ਦੇ ਨਾਲ ਆਏ ਨੇ। 5 ਰਾਗਣੀਆਂ 8 ਪੁੱਤਰਾਂ ਦਾ ਜ਼ਿਕਰ ਆਇਆ ਹੈ। ਪੁਨ ਆਏ ਹੰਡੋਲ ਪੰਚ ਨਾਰ ਸੰਗ ਅਸ਼ਟ ਸੁਤ। ਫਿਰ ਤੀਜੇ ਨੰਬਰ ਤੇ ਜਿਹੜਾ ਰਾਗ ਆਇਆ ਉਹ ਹੈ ਹਿੰਡੋਲ ਰਾਗ। ਉਹ ਵੀ ਆਪਣੀਆਂ 5 ਨਾਰੀਆਂ ਦੇ ਨਾਲ 8 ਪੁੱਤਰਾਂ ਦੇ ਨਾਲ ਹਾਜ਼ਰ ਹੋਇਆ ਹੈ। ਉਠ ਹੈ ਧਾਨ ਕਲੋਲ ਗਾਇਨ ਤਾਰ ਮਿਲਾਵਹੀ। ਔਰ ਐਨ ਤਾਰ ਨਾਲ ਤਾਲ ਮਿਲਾ ਕੇ ਸੁਰ ਤਾਲ ਲੈ ਦੇ ਵਿੱਚ ਉਹਨਾਂ ਨੇ ਵੀ ਸਿਫਤ ਗਾਈ ਹੈ। ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ। ਹੁਣ ਇਸ ਰਾਗ ਦੀਆਂ, ਜਿਹੜਾ ਹਿੰਡੋਲ ਰਾਗ ਹੈ, ਇਹਦੀਆਂ ਪਤਨੀਆਂ ਕਿਹੜੀਆਂ ਕਿਹੜੀਆਂ ਨੇ? ਹਿੰਡੋਲ ਰਾਗ ਦੀਆਂ ਜਿਹੜੀਆਂ ਪਤਨੀਆਂ ਨੇ, ਰਾਗਣੀਆਂ ਨੇ, ਉਹਦੇ ਵਿੱਚ ਨਾਮ ਆਇਆ ਤੇਲੰਗੀ, ਇਹ ਪਹਿਲਾ ਨਾਮ, ਦੇਵਕਰੀ ਦੂਜੀ, ਫਿਰ ਕਹਿੰਦੇ ਬਸੰਤੀ ਸੰਧੂਰ ਸੁਹਾਈ ਤੀਜੀ, ਬਸੰਤੀ ਤੇ ਸੰਧੂਰ ਨਾਮ ਆਏ ਹਨ। ਸਰਸ ਹੀਰੀ ਲੈ ਪਾਰਜਾ ਸੰਗਲਾਈ ਪੰਚੋ ਆਰਜਾ। ਫਿਰ ਸਰਸ ਹੀਰੀ ਇਸ ਤਰ੍ਹਾਂ 5 ਰਾਗਣੀਆਂ ਦੇ ਨਾਲ ਹਿੰਡੋਲ ਰਾਗ ਆਇਆ। ਕਹਿੰਦੇ ਨੇ ਉਹਨਾਂ ਨੇ ਵੀ ਆ ਕੇ ਸਿਫਤ ਕੀਤੀ ਹੈ, ਵਡਿਆਈ ਕੀਤੀ ਹੈ, ਗੁਣਗਾਨ ਕੀਤਾ ਹੈ। ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੋਹਾਏ। ਉਹਦੇ ਗਾਹਾਂ ਪੁੱਤਰ, ਹਿੰਡੋਲ ਰਾਗ ਦੇ ਪੁੱਤਰਾਂ ਦਾ ਨਾਮ ਕੀ ਹੈ? ਪਹਿਲਾ ਨਾਮ ਹੈ ਸੁਰਮਾਨੰਦ, ਦੂਸਰਾ ਨਾਮ ਹੈ ਭਾਸਕਰ, ਫਿਰ ਕਹਿੰਦੇ ਚੰਦਰਬਿੰਬ, ਔਰ ਉਸ ਤਰ੍ਹਾਂ ਪੁੱਤਰਾਂ ਦੇ ਨਾਮ ਆਏ ਹਨ। ਸਰਸਵਾਨ ਵਾਹੇ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ। ਸਰਸਵਾਨ ਔਰ ਵਿਨੋਦ ਨਾਮ ਨੇ, ਗਾਵਹਿ ਸਰਸ ਬਸੰਤ ਕਮੋਦਾ, ਔਰ ਆ ਵੀ ਉਹਨਾਂ ਦੇ ਨਾਮ ਨੇ। ਇਹ ਵੀ ਸਿਫਤ ਗਾ ਰਹੇ ਨੇ, ਮਾਲਕ ਦੀ ਵਡਿਆਈ ਕਰ ਰਹੇ ਹਨ। ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪਕ ਕੀ ਬਾਰੀ। ਹਿੰਡੋਲ ਰਾਗ ਦੀਆਂ 5 ਰਾਗਣੀਆਂ ਨੇ, 5 ਪਤਨੀਆਂ ਨੇ, 8 ਪੁੱਤਰਾਂ ਨੇ। ਸਿਫਤ ਗਾਈ ਹੈ, ਉਹ ਬੈਠ ਗਏ, ਜਿਵੇਂ ਜ਼ਿਕਰ ਆਉਂਦਾ ਹੈ। ਸਿਫਤ ਗਾਈ, ਉਸਤਤ ਕੀਤੀ, ਵਡਿਆਈ ਕੀਤੀ, ਜਸ ਕੀਤਾ। ਕਹਿੰਦੇ ਨੇ ਐਨ ਸਵਾਰ ਕੇ ਸੋਹਣੇ ਢੰਗ ਦੇ ਨਾਲ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁੰਨਿਆ ਆਈ ਦੀਪਕ ਦੀ ਵਾਰੀ। ਫਿਰ ਰਾਗ ਦੀਪਕ ਦੀ ਵਾਰੀ ਆਈ ਜੀ। ਕਛੇਲੀ ਪਟ ਮੰਜਰੀ ਟੋਡੀ ਕਹੀ ਆਲਾਪ। ਇਹਦੀਆਂ ਕਿਹੜੀਆਂ ਕਿਹੜੀਆਂ ਪਤਨੀਆਂ ਨੇ ਇਸ ਰਾਗ ਦੀਆਂ? ਦੀਪਕ ਰਾਗ ਜਿਹੜਾ ਹੈ, ਇਹਦੀਆਂ ਕਿਹੜੀਆਂ ਪਤਨੀਆਂ ਨੇ? ਕਛੇਲੀ ਨਾਮ ਹੈ, ਪਟ ਮੰਜਰੀ ਨਾਮ ਹੈ, ਟੋਡੀ ਨਾਮ ਹੈਗਾ ਹੈ। ਕਾਮੋਦੀ ਔ ਗੁਜਰੀ ਸੰਗ ਦੀਪਕ ਕੇ ਥਾਪ। ਕਾਮੋਦੀ ਅਤੇ ਗੁਜਰੀ ਇਹ 5 ਜਾਣੀਆਂ, 5 ਰਾਗਣੀਆਂ ਦੀਪਕ ਰਾਗ ਦੇ ਨਾਲ ਆਈਆਂ ਹਨ। ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ। ਹੁਣ ਜੀ ਉਹਦੇ ਨਾਂ, ਉਹਨਾਂ ਦੇ ਪੁੱਤਰ ਕਿਹੜੇ ਹੋਏ? ਦੀਪਕ ਰਾਗ ਦੀਆਂ ਪਤਨੀਆਂ ਤੇ ਆ ਗਈਆਂ, ਤੇ ਉਹਨਾਂ ਦੇ ਪੁੱਤਰ ਕਿਹੜੇ ਨੇ? ਇੱਥੇ ਵਚਨ ਕੀਤਾ, ਕਹਿੰਦੇ ਕਾਲੰਕਾ ਇਹ ਨਾਮ ਹੈ, ਕੁੰਤਲ ਨਾਮ ਹੈ, ਔਰਾਮਾ ਨਾਮ ਹੈ, ਕਮਲ ਕੁਸਮ ਚੰਪਕ ਕੇ ਨਾਮਾ। ਇਹ ਸਾਰੇ ਪੁੱਤਰਾਂ ਦੇ ਨਾਮ ਆਏ ਹਨ। ਗੌਰਾ ਔਰ ਕਨ ਰੱਖ ਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ। ਗੌਰਾ ਤੇ ਕਲਿਆਣਾ ਇਹ ਵੀ ਨਾਮ ਨੇ। ਇਹ 8 ਪੁੱਤਰ ਦੀਪਕ ਦੇ ਕਹੇ ਗਏ ਨੇ। ਦੀਪਕ ਰਾਗ ਦੇ 8 ਪੁੱਤਰ ਮੰਨੇ ਗਏ ਨੇ। ਉਹ 8 ਪੁੱਤਰਾਂ ਨੂੰ ਨਾਲ ਲੈ ਕੇ, 5 ਪਤਨੀਆਂ ਨੂੰ ਨਾਲ ਲੈ ਕੇ ਆ ਕੇ ਜਿਵੇਂ ਸਿਫਤ ਕਰਦਾ, ਉਸਤਤ ਕਰਦਾ ਹੈ। ਸਾਮਿਲ ਸ੍ਰੀ ਰਾਗਵੈ ਗਾਵਹਿ ਪੰਚੋ ਸੰਗ ਬਰੰਗਣ ਲਾਵਹਿ। ਫਿਰ ਇਸੇ ਤਰ੍ਹਾਂ ਸ੍ਰੀ ਰਾਗ ਦਾ ਜ਼ਿਕਰ ਆਉਂਦਾ ਹੈ। ਮਾਫੀ ਦੇਣੀ ਮੈਂ ਪਹਿਲਾਂ ਹੀ ਅਰਜ਼ ਕੀਤੀ ਹੈ ਵੀ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਾਗਾਂ ਦੀ ਤਰਤੀਬ ਨੂੰ ਵੇਖੋਗੇ ਤਾਂ ਸਭ ਤੋਂ ਪਹਿਲਾਂ ਸ੍ਰੀ ਰਾਗ ਆਉਂਦਾ ਹੈ। ਪਰ ਇਹ ਰਾਗਮਾਲਾ ਦੇ ਵਿੱਚ ਜਿਹੜਾ ਸ੍ਰੀ ਰਾਗ ਪਿੱਛੇ ਜਾ ਕੇ ਆਇਆ। ਵੈਸੇ ਤਾਂ ਮੇਨ ਰੂਪ ਦੇ ਵਿੱਚ ਇੱਥੇ ਰਾਗ ਸਾਰੇ ਨਹੀਂ ਆਏ। ਕੁਝ ਰਾਗ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਨਾਮ ਵੀ ਨਹੀਂ ਹੈ, ਕੁਝ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਹੈਗੇ ਸੀ, ਇਹਨਾਂ 'ਚ ਉਹਨਾਂ ਦਾ ਨਾਮ ਵੀ ਨਹੀਂ ਆਇਆ। ਇੱਕ ਸੈਪਰੇਟ ਪ੍ਰਸੰਗ ਹੈ। ਪਰ ਇੱਥੇ
ਜਿਵੇਂ ਵਚਨ ਆ ਰਹੇ ਨੇ, ਕਹਿੰਦੇ ਸਭ ਮਲ ਸ੍ਰੀ ਰਾਗ ਬਹਿ ਗਾਵੈ। ਫਿਰ ਸ੍ਰੀ ਰਾਗ ਦਾ ਆਉਣਾ, ਉਹ ਵੀ ਦੂਸਰੇ ਰਾਗਾਂ ਦੀ ਤਰ੍ਹਾਂ ਆਪਣੀਆਂ ਪਤਨੀਆਂ ਨੂੰ, ਆਪਣੇ ਪੁੱਤਰਾਂ ਨੂੰ ਲੈ ਕੇ ਆਇਆ ਹੈ। ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾਵਰੀ। ਹੁਣ ਉਹਦੀਆਂ ਜਿਹੜੀਆਂ ਪਤਨੀਆਂ ਨੇ, ਬੈਰਾਰੀ, ਕਰਨਾਟੀ, ਇਹ ਉਹਨਾਂ ਦੇ ਨਾਮ ਨੇ। ਗਵਰੀ ਗਾਵ ਹੈ ਆਸਾਵਰੀ, ਗਵਰੀ ਤੇ ਆਸਾਵਰੀ ਉਹਦੇ ਨਾਲ ਆਈਆਂ ਹਨ। ਤੇ ਪਾਛੈ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ। ਇਹ ਪਾਛੈ ਸਿੰਧਵੀ ਆਲਾਪੀ, ਫਿਰ ਉਦੋਂ ਬਾਅਦ ਸਿੰਧਵੀ ਨੇ ਆਲਾਪ ਛੇੜਿਆ ਸ੍ਰੀ ਰਾਗ ਸਿਉ ਪੰਚੋ ਥਾਪੀ। ਇਹ ਸ੍ਰੀ ਰਾਗ ਦੀਆਂ ਪਤਨੀਆਂ ਦੇ ਨਾਮ ਆਏ ਹਨ। ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ। ਇਹ ਉਹਦੇ ਪੁੱਤਰ ਨੇ ਸੰਗਤ ਜੀ। ਇਹ ਸ੍ਰੀ ਰਾਗ ਦੇ ਜਿਹੜੇ ਪੁੱਤਰ ਨੇ, ਸਾਲੂ, ਸਾਰਗ, ਸਾਗਰਾ, ਗੌਂਡ ਔਰ ਗੰਭੀਰ, ਇਹ ਪੁੱਤਰਾਂ ਦੇ ਨਾਮ ਆਏ ਹਨ। ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ। ਇਹ 8 ਪੁੱਤਰ ਨੇ ਸ੍ਰੀ ਰਾਗ ਦੇ, ਜਿਹਦੇ ਵਿੱਚ ਗੁੰਡ, ਕੁੰਭ, ਹਮੀਰ ਇਹ ਵੀ ਨਾਮ ਸ਼ਾਮਲ ਹੈਗੇ ਹਨ। ਖਸ਼ਟਾ ਮੇਘ ਰਾਗ ਵੈ ਗਾਵੈ ਪੰਚੂ ਸੰਗ ਬਰੰਗਣ ਲਾਵਹਿ। ਖਾਸਟ ਮੇਘ ਰਾਗ ਬਹਿ ਗਾਵੈ, ਇਹਨਾਂ ਨੇ ਖਾਸਟ ਮੇਘ 6 ਰਾਗਾਂ ਨੇ ਜਿਵੇਂ ਆਉਣਾ ਕੀਤਾ ਹੈ। ਉਹਨਾਂ ਦੀਆਂ ਪਤਨੀਆਂ, ਉਹ ਉਹਨਾਂ ਦੇ ਪੁੱਤਰਾਂ ਦਾ ਜ਼ਿਕਰ ਬਾਰ-ਬਾਰ ਮੈਂ ਬੇਨਤੀ ਕੀਤੀ ਹੈ। ਪੰਚੋ ਸੰਗ ਬਰੰਗਨ ਲਾਵੈ, ਸਿਫਤਾਂ ਕਰੀਆਂ ਹਨ। ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣ ਗੁਣੀ। ਭਾਵ ਹੈ ਜਿਹੜਾ 6ਵਾਂ ਰਾਗ ਹੈ ਉਹ ਮੇਘ ਰਾਗ ਤੋਂ ਇੱਥੇ ਅਰਥ ਕੀਤੇ ਨੇ। ਕਹਿੰਦੇ ਉਹ ਵੀ ਆਪਣੀਆਂ ਪੰਚੋਂ ਸੰਗ ਬਰੰਗਨ, ਆਪਣੀਆਂ 5 ਇਸਤਰੀਆਂ ਦੇ ਨਾਲ, 5 ਰਾਗਣੀਆਂ ਨਾਲ, 5 ਪਤਨੀਆਂ ਦੇ ਨਾਲ ਆਇਆ। ਉਹਨੇ ਵੀ ਜਿਵੇਂ ਸਿਫਤ ਕੀਤੀ ਹੈ, ਉਸਤਤ ਕੀਤੀ ਹੈ। ਹੁਣ ਉਹ ਜਿਹੜਾ ਮੇਘ ਰਾਗ ਹੈ, ਖਸਤਮ ਰਾਗ, ਜਿਹਨੂੰ ਮਹਾਰਾਜ ਜੀ ਇੱਥੇ ਵਰਤਨ ਕਰ ਰਹੇ ਨੇ, ਉਹਦੀਆਂ ਪਤਨੀਆਂ ਕਿਹੜੀਆਂ ਨੇ, ਉਹਦੀਆਂ ਪਤਨੀਆਂ ਦੇ ਨਾਮ ਕਿਹੜੇ ਕਿਹੜੇ ਨੇ? ਖਸਤਮ ਰਾਗ ਦੀਆਂ ਜਿਹੜੀਆਂ ਪਤਨੀਆਂ ਨੇ ਉਹ ਹੈ, ਕਹਿੰਦੇ ਸੋਰਠ, ਗੌਂਡ, ਮਲਾਰੀ, ਧੁਨੀ, ਇਹ ਨਾਮ ਨੇ। ਸੋਰਠ, ਗੌਂਡ, ਮਲਾਰੀ, ਧੁਨੀ। ਪੁੰਨ ਗਾਵਹਿ ਆਸਾ ਗੁਨਗੁਨੀ, ਉਹਨਾਂ ਦੀ ਤਰਜ ਤੇ ਉਹਨਾਂ ਦੇ ਵਾਂਗ ਹਿਆਨ ਭਿੱਜ ਕੇ ਗੁੜਚ ਹੋ ਕੇ ਸਿਫਤਾਂ ਕੀਤੀਆਂ, ਜਸ ਗਾਇਆ। ਔਰ ਉਹ ਕਿਨੇ ਆਸਾ ਗੁਨਗੁਨੀ ਦਾ ਨਾਮ ਆਇਆ ਹੈ। ਉੱਚੈ ਸੁਰ ਸੋਹ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ। ਮੇਘ ਰਾਗ ਦੇ ਨਾਲੇ 5 ਚੀਨੀਆਂ ਦਾ ਅਰਥ ਹੈ ਸਿਆਣੀਆਂ, ਸੁਨੱਖੀਆਂ, ਸੂਝਵਾਨੇ ਦੇ ਤਮਾਮ ਅਰਥ ਨੇ। ਉੱਚੀ ਸੁਰ ਦੇ ਵਿੱਚ, ਉੱਚੀ ਆਵਾਜ਼ ਦੇ ਵਿੱਚ, ਲਏ ਦੇ ਵਿੱਚ, ਕਿਉਂਕਿ ਵੀ ਰਾਗਾਂ ਦੀਆਂ ਪਤਨੀਆਂ ਤੇ ਹੈ ਹੀ ਨੇ। ਉਹ ਤੇ ਮੈਂ ਸ਼ੁਰੂਆਤ ਵਿੱਚ ਬੇਨਤੀ ਕੀਤੀ ਸੀ ਵੀ ਜਿਵੇਂ ਰਾਗਾਂ ਨੇ ਆਖਿਆ ਵੀ ਸਾਡਾ ਤੇ ਗਾਉਣ ਵਾਲਿਆਂ ਨੇ ਕੀ ਹਾਲ ਕਰ ਛੱਡਿਆ ਹੈ, ਕਿੱਦਾਂ ਦੀ ਸਾਡੀ ਹਾਲਤ ਕਰ ਛੱਡੀ ਹੈ, ਤੇ ਉਹਨਾਂ ਨੇ ਆ ਕੇ ਹੁਣ ਜਦੋਂ ਆਪ ਗਾਉਣਾ, ਉਹਨਾਂ ਦਾ ਗਾਉਣਾ ਤੇ ਕਮਾਲ ਦਾ ਗਾਉਣਾ ਹੈ ਨਾ। ਉੱਚੀ ਸੁਰ ਦੇ ਵਿੱਚ ਸੂਹਾ ਪੁਨ ਕੀਨੇ, ਫਿਰ ਉਹਨਾਂ ਨੇ ਜਿਵੇਂ ਗਾਇਆ ਹੈ। ਪੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟਿਓ ਜਲ ਧਾਰਾ। ਸੰਗਤ ਜੀ ਇਹ ਮੇਘ ਰਾਗ ਦੀਆਂ ਪਤਨੀਆਂ ਦੇ ਨਾਮ ਆ ਗਏ, ਪੁੱਤਰਾਂ ਦੇ ਨਾਮ ਆਏ ਨੇ। ਬੈਰਾ ਧਰ, ਗਜ ਧਰ, ਕੇਦਾਰਾ, ਜ਼ਬਲੀ ਧਰ, ਨਟ ਔ ਜਲ ਧਾਰਾ, ਇਹ ਸਾਰੇ ਨਾਮ ਹੈਗੇ ਹਨ। ਪੁਨ ਗਾਵਹਿ ਸ਼ੰਕਰ ਔ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ। ਕਹਿੰਦੇ ਪੁੰਨ ਗਾਵਹਿ, ਫਿਰ ਸ਼ੰਕਰ ਔਰ ਸਿਆਮਾ ਪੁੱਤਰਾਂ ਦੇ ਨਾਮ ਨੇ। ਮੇਘ ਰਾਗ ਪੁੱਤਰਨ ਕੇ ਨਾਮਾ, ਇਹ ਸਾਰੇ ਮੇਘ ਰਾਗ ਦੇ ਪੁੱਤਰਾਂ ਦੇ ਨਾਮ ਹੈਗੇ ਹਨ। ਖਸ਼ਟ ਰਾਗਿਣ ਗਾਏ ਸੰਗ ਰਾਗਣੀ ਤੀਸ। ਸੁਣਿਓ ਧਿਆਨ ਨਾਲ, 2 ਮਿੰਟ ਚ ਆਪਾਂ ਸਮਾਪਤੀ ਕਰ ਦਈਏ। ਖਸਟ ਰਾਗ, 6 ਰਾਗ, ਉਹਨਾਂ ਦਾ ਜ਼ਿਕਰ ਤੁਸੀਂ ਸਰਵਣ ਕੀਤਾ। ਭੈਰੋ ਰਾਗ ਪਹਿਲੇ ਨੰਬਰ ਤੇ ਆਇਆ। ਫਿਰ ਜਿਹੜਾ ਸੀ ਦੂਸਰੇ ਨੰਬਰ ਤੇ ਮਾਲ ਕੌਸਕ ਰਾਗ ਆਇਆ, ਦੁਤੀਆ ਮਾਲ ਕੌਸਕ ਆਲਾਪੈ। ਫਿਰ ਜਿਹੜਾ ਸੀ ਅਗਲੇ ਹਿੰਡੋਲ ਰਾਗ ਦਾ ਜ਼ਿਕਰ ਆਇਆ। ਇਸੇ ਤਰ੍ਹਾਂ ਫਿਰ ਅਗਲੇ ਰਾਗਾਂ ਦਾ ਜ਼ਿਕਰ ਆਇਆ। ਸੋ ਅਖੀਲਾ ਰਾਗ ਹੈ ਮੇਘ ਰਾਗ। ਕਹਿੰਦੇ ਖਸਟ ਰਾਗ 6 ਰਾਗਾਂ ਨੇ ਆ ਕੇ ਗਾਉਣਾ ਕੀਤਾ। ਉਨ ਗਾਏ ਸੰਗ ਉਹਨਾਂ ਦੇ ਨਾਲ ਰਾਗਨੀ 30, ਉਹਨਾਂ ਦੀਆਂ 30 ਪਤਨੀਆਂ। ਇੱਕ ਰਾਗ ਦੀਆਂ 5 ਪਤਨੀਆਂ ਮੰਨੀਆਂ ਗਈਆਂ ਨੇ। ਇੱਕ ਰਾਗ ਦੀਆਂ 5, ਉਹਨਾਂ ਦੇ ਨਾਮ ਆਏ ਨੇ ਪ੍ਰੋਪਰ, ਸਾਰਾ ਕੁਝ ਸੁਰਵਣ ਕੀਤਾ ਹੈ। ਇੱਕ ਰਾਗ ਦੇ ਨਾਲ 5 ਰਾਗਨੀਆਂ ਨੇ ਤੇ 6 ਰਾਗ ਤੇ 5 ਨਾਲ ਮਲਟੀਪਲਾਈ ਕਰੀਏ 30 ਹੋ ਗਈਆਂ। 30 ਇਹਨਾਂ ਦੀਆਂ ਪਤਨੀਆਂ। 6 ਰਾਗ ਖਸਟ ਰਾਗ ਉਨ ਗਾਏ ਸੰਗ ਰਾਗਨੀ 30। ਰਾਗਨੀ 30 ਤੋਂ ਭਾਵ ਹੈ 30 ਰਾਗਣੀਆਂ। ਅੱਗੇ ਵਚਨ ਕੀਤਾ ਹੈ, ਸਭੈ ਪੁੱਤਰ ਰਾਗਨ ਕੇ 18 ਹੈ 10 20। ਸਭੈ ਪੁੱਤਰ ਰਾਗਨ ਕੇ, ਸਾਰੇ ਜਿਹੜੇ ਰਾਗਾਂ ਦੇ ਪੁੱਤਰ ਸੀ ਉਹ ਕਿੰਨੇ ਨੇ? 18 ਹੈ, 18 ਪਲੱਸ 10, 18 ਹੈ 10 ਪਲੱਸ 20 20, 18 ਜਮਾ 10 28 ਜਮਾ 20 ਕਿੰਨੇ ਹੋ ਗਏ? 48। 6 ਰਾਗ ਨੇ,
ਉਹਨਾਂ ਦੇ ਇੱਕ ਦੇ 8 ਪੁੱਤਰ ਨੇ। 8 ਸੀ 48, 48 ਪੁੱਤਰ, 30 ਪਤਨੀਆਂ ਉਹਨਾਂ ਦੀਆਂ, 6 ਰਾਗ। ਇਹ ਜਿਵੇਂ ਰਾਗਮਾਲਾ 'ਚ ਜ਼ਿਕਰ ਆਇਆ, ਇਹਨਾਂ ਨੇ ਆ ਕੇ ਉਸਤਤ ਕੀਤੀ, ਇਹਨਾਂ ਨੇ ਆ ਕੇ ਸਿਫਤਾਂ ਕੀਤੀਆਂ। ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਇਸ਼ਾਰਾ ਕੀਤਾ ਵੀ ਇਹਨਾਂ ਦੀ ਇਸ ਸਾਰਾ ਸ਼ਾਮਲ ਕਰ ਲਓ। ਇਸ ਕਰਕੇ ਇਸ ਬਾਣੀ 'ਚ ਨਾਨਕ ਨਾਮ ਦੀ ਮੋਹਰ ਨਹੀਂ ਹੈ, ਨਾਨਕ ਨਾਮ ਦੀ ਸਟੈਂਪ ਨਹੀਂ ਵਰਤੀ ਗਈ। ਇਹ ਰਾਗਮਾਲਾ ਤੇ ਜਾ ਕੇ ਸਮਾਪਤੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਮਹਾਰਾਜ ਬਖਸ਼ਿਸ਼ ਕਰਨ, ਇੰਨੀਆਂ ਕੁ ਸੇਵਾਵਾਂ ਦਰ ਪ੍ਰਵਾਨ ਕਰ ਲੈਣ। ਪਿਛਲੇ ਤਕਰੀਬਨ 12 ਸਾਲਾਂ ਤੋਂ ਸਤਿਗੁਰੂ ਸਾਹਿਬ ਨੇ ਆਪ ਸਿਰ ਤੇ ਮਿਹਰ ਦਾ ਹੱਥ ਰੱਖ ਕੇ, ਜਿਵੇਂ ਆਪਾਂ ਕਹਿੰਦੇ ਆ ਬਈ ਅਸੀਂ ਤੇ ਕੁਝ ਨਹੀਂ ਕਰਨ ਜੋਗੇ, ਤੇਰਾ ਕੀਤਾ ਜਾਤੋ ਨਹੀਂ, ਬਿਲਕੁਲ ਉਹ ਖੇਡ ਵਾਪਰੀ ਹੈ। ਜਾਂ ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਬੇਚਾਰਾ ਰਾਮ। ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ। ਫਿਰ ਉਹ ਸਾਰੀ ਬਾਣੀ ਦੀ ਵਿਆਖਿਆ ਮਹਾਰਾਜ ਨੇ ਆਪਣੀ ਰਸਨਾ ਤੋਂ ਸੰਗਤ ਨੂੰ ਸਰਵਣ ਕਰਵਾਈ। ਇੱਕੋ ਇੱਕ ਇਤਿਹਾਸਕ ਸਥਾਨ ਹੈ ਪੰਥ ਦੇ ਕੋਲ, ਜਿੱਥੇ 10ਵੇਂ ਪਾਤਸ਼ਾਹ ਨੇ ਆਪ ਸੰਪੂਰਨ ਕਥਾ ਕੀਤੀ ਹੈ। ਔਰ ਤੁਹਾਡੇ ਵਰਗੇ ਜਿਹੜੇ ਪ੍ਰੇਮ ਨਾਲ ਰੋਜ਼ ਸੁਣਨ ਵਾਲੇ ਸੀ, ਉਹ 48 ਸਿੰਘ ਵਿਦੇਹ ਮੁਕਤ ਹੋਏ ਨੇ, ਉਹਨਾਂ ਦਾ ਬੋਰਡ ਬਾਹਰ ਲੱਗਿਆ ਹੋਇਆ। ਮਹਾਰਾਜ ਕਿਰਪਾ ਕਰਨ, ਸਾਡਾ ਵੀ ਸੁਣਿਆ ਹੋਇਆ ਥਾਂ ਪੈ ਜਾਏ, ਸਾਡੀਆਂ ਵੀ ਹਾਜ਼ਰੀਆਂ ਥਾਂ ਪੈ ਜਾਣ। ਭਾਵੇਂ ਕਿ ਸਤਿਗੁਰੂ ਇਹ ਕਹਿੰਦੇ ਨੇ, ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਬਹੁਤ ਸਾਰਿਆਂ ਦੇ ਜੀਵਨ ਬਦਲੇ ਨੇ। ਮਹਾਰਾਜ ਕਿਰਪਾ ਕਰਨ, ਸਾਡੇ ਜੀਵਨ ਬਦਲ, ਅਸੀਂ ਰਹਿਤ ਮਰਿਆਦਾ ਵਿੱਚ ਪਰਪੱਕ ਹੋਈਏ, ਬਾਣੀ ਦੇ ਧਾਰਨੀ ਹੋਈਏ, ਤੁਰਕੀ ਬਾਣੀ ਦੇ ਲੜ ਲੱਗੀਏ, ਤੁਰਕੀ ਬਾਣੀ ਦੇ ਜਿਹੜਾ ਅਸੀਂ ਉਪਦੇਸ਼ ਨੂੰ ਕਮਾਈਏ। ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਸੇ ਬਾਣੀ ਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਜਾ ਕੇ ਆਖਿਆ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੁਸੀਂ ਅਸੀਂ ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਆ, ਲੱਕੀ ਸਮਝਿਓ ਆਪਣੇ ਆਪ ਨੂੰ, ਭਾਗਾਂ ਵਾਲੇ ਸਮਝਿਓ ਆਪਣੇ ਆਪ ਨੂੰ। ਇਹ ਸੱਚਾ ਮਾਣ ਕਰਿਓ ਵੀ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਸੁਭਾਗ ਬਖਸ਼ਿਆ, ਅਸੀਂ ਸਾਰੀ ਬਾਣੀ ਦੀ ਵਿਆਖਿਆ ਸਰਵਣ ਕੀਤੀ ਹੈ। ਗੁਰੂ ਕਿਰਪਾ ਕਰਨੇ, ਬਹੁਤ ਵੱਡੀ ਪ੍ਰਾਪਤੀ ਹੈ। ਇਹ ਰਹਿਮਤ ਬਣੀ ਰਹੇ, ਬਾਣੀ ਦਾ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਲੋਕ ਪਰਲੋਕ ਸਾਡੇ ਸਫਲੇ ਹੋਣ। ਸਾਰਿਆਂ ਦੀਆਂ ਹਾਜ਼ਰੀਆਂ, ਸਾਰਿਆਂ ਦੀਆਂ ਸੇਵਾਵਾਂ ਮਹਾਰਾਜ ਦਰ ਪ੍ਰਵਾਨ ਕਰਨ। ਚੱਲਿਆ ਕਰਨ ਤੁਹਾਡਾ ਲੇਖੇ ਵਿੱਚ ਲੱਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਪਿਛਲੇ ਸਮੇਂ ਤੋਂ ਅੱਜ ਦੇ ਸਮੇਂ ਦੇ ਵਿੱਚ ਜਿੰਨੀਆਂ ਵੀ ਮਨ ਬੁੱਧੀ ਸਰੀਰ ਕਰਕੇ ਗਲਤੀਆਂ ਹੋਈਆਂ ਨੇ, ਉਹ ਬਖਸ਼ਿੰਦ ਸਤਿਗੁਰੂ ਬਖਸ਼ਣਗੇ। ਆਪ ਜੀ ਨੇ ਕਿਰਪਾ ਕਰਨੀ, ਅਰਦਾਸ ਕਰਨੀ, ਸਿਰ ਤੇ ਮਿਹਰ ਦਾ ਹੱਥ ਰੱਖ ਕੇ ਸਤਿਗੁਰੂ ਆਪਣੇ ਦਰ ਕਰਦੀਆਂ ਸੇਵਾਵਾਂ ਨਾਚੀਜ਼ ਸੇਵਾਦਾਰ ਸਮਝ ਕੇ ਇਸੇ ਤਰ੍ਹਾਂ ਲੈਂਦੇ ਰਹਿਣ। ਸਤਿਗੁਰੂ ਜੀ ਦਾ ਕੋਟ ਆਨ ਕੋਟ ਸ਼ੁਕਰ, ਬਹੁਤ ਬਹੁਤ ਤੁਹਾਡਾ ਧੰਨਵਾਦ। ਸਮੁੱਚੇ ਪ੍ਰਬੰਧ ਦਾ, ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਦਾ, ਇਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋਇਆ। ਬਹੁਤ ਬਹੁਤ ਧੰਨਵਾਦ ਮਾਨਯੋਗ ਸਿੰਘ ਸਾਹਿਬ ਜੀ ਹੋਰਾਂ ਦਾ, ਕਿਉਂਕਿ ਉਸ ਵੇਲੇ ਜਥੇਦਾਰ ਗਿਆਨੀ ਆਨੰਦਗੜ੍ਹ ਆਪਣਾ ਬਲਵੰਤ ਸਿੰਘ ਜੀ ਆਨੰਦਗੜ੍ਹ ਸਨ। ਉਦੋਂ ਬਾਅਦ ਜਥੇਦਾਰ ਸਾਹਿਬਾਨ ਬਦਲੇ, ਹੁਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਮਾਨਯੋਗ ਜਥੇਦਾਰ, ਉਹਨਾਂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਹੀ ਇਹ ਸਾਰਾ ਕੁਝ ਹੋ ਰਿਹਾ ਹੈ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਸਮੁੱਚੇ ਪ੍ਰਬੰਧ ਦਾ। ਕੋਟ ਆਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਆਪਾਂ ਨੂੰ ਸੁਭਾਗ ਸਮਾਂ ਹਾਸਲ ਹੋਇਆ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨਵਾਦ ਸਾਰੀ ਸੰਗਤ ਦਾ, ਭੁੱਲ ਚੁੱਕ ਦੀ ਖਿਮਾ। ਆਓ ਅੰਤਲੀਆਂ 2 ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈ ਔਰ ਪਾਠ ਕੀਰਤਨ ਦੇ ਵਿੱਚ ਆਪਾਂ ਜੁੜਨਾ ਕਰੀਏ ਜੀ। ਖਸ਼ਟ ਰਾਗ ਉਨ ਗਾਏ ਸੰਗ ਰਾਗਨੀ ਤੀਸ, ਸਭੈ ਪੁੱਤਰ ਰਾਗਨ ਕੇ 18 10 20। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले